ਇਹ ਪ੍ਰੋਗਰਾਮ ਪ੍ਰਾਈਮ ਏਸ਼ੀਆ ਟੀਵੀ ਦੀ ਪ੍ਰਾਪਰਟੀ ਹੈ। ਇਸ ਦੇ ਕੰਟੈਂਟ ਨੂੰ ਆਡੀਓ ਜਾਂ ਫਿਰ ਵੀਡੀਓ ਰੂਪ ਵਿੱਚ ਚੋਰੀ ਕਰਕੇ YouTube, Facebook ਜਾਂ ਹੋਰ ਕਿਸੇ ਮਾਧਿਅਮ ਰਾਹੀਂ ਵਰਤਣਾ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ। ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਾਈਮ ਫੋਕਸ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਮੈਂ ਗੁਰਪ੍ਰੀਤ ਸੰਧਾਵਾਲੀਆ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਉੱਪਰ। ਮੈਂ ਦੱਸ ਦਿਆਂ ਜੀ ਕਿ ਇਸ ਪ੍ਰੋਗਰਾਮ ਨੂੰ ਇਸ ਵਕਤ ਤੁਸੀਂ ਲਾਈਵ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਜੀ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਜਿਹੜਾ ਕਿ ਅੱਜ ਆਪਾਂ ਇੱਥੇ ਡਿਸਕਸ ਕਰਾਂਗੇ ਡੇਰਾ ਮੁਖੀ ਵਾਲਾ, ਉਹਦੇ ਵਿੱਚ ਤੁਸੀਂ ਕਮੈਂਟਸ ਦੇ ਰੂਪ ਵਿੱਚ ਆਪਣੀ ਹਾਜ਼ਰੀ ਲਵਾ ਸਕਦੇ ਹੋ ਤੇ ਆਪਾਂ ਉਹਨਾਂ ਕਮੈਂਟਸ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਮੈਂ ਥੋੜ੍ਹਾ ਜਿਹਾ ਅਪਡੇਟ ਕਰ ਦਿਆਂ ਜੀ ਕਿ ਫਿਲਹਾਲ ਜੋ ਇਸ ਵਕਤ ਹਾਲਾਤ ਬਣੇ ਹੋਏ ਰਹੇ ਨੇ, ਇਹਨਾਂ ਦੀ ਆਸ ਲੱਗ ਨਹੀਂ ਰਹੀ ਸੀ, ਪਰ ਜਿਸ ਤਰੀਕੇ ਨਾਲ ਦਿਨ ਬ ਦਿਨ ਉਹਦੀ ਇੰਟੈਂਸਿਟੀ ਵੱਧਦੀ ਜਾ ਰਹੀ ਹੈ, ਉਹਦੇ ਤੋਂ ਇਹ ਲੱਗ ਰਿਹਾ ਹੈ ਕਿ ਜਿਵੇਂ ਇੱਕ ਬਲੈਕਮੇਲਿੰਗ ਵਾਲਾ ਜਿਹੜਾ ਮਾਹੌਲ ਹੈ ਉਹ ਬਣਦਾ ਜਾ ਰਿਹਾ ਤੇ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵੀ ਬੜੇ ਸਖਤ ਡਿਸੀਜਨ ਲੈਣੇ ਪੈ ਰਹੇ। ਇੱਥੋਂ ਤੱਕ ਕਿ ਰੇਲਾਂ ਬੰਦ, ਸਕੂਲ ਕਾਲਜ ਬੰਦ, ਬੱਸਾਂ ਬੰਦ, ਬਾਜ਼ਾਰ ਬੰਦ, ਇੰਟਰਨੈਟ ਸੇਵਾਵਾਂ ਬੰਦ, ਕੁੱਲ ਮਿਲਾ ਕੇ ਲੋਕਾਂ ਦੀ ਜ਼ਿੰਦਗੀ ਨੂੰ ਇੱਕ ਤਰ੍ਹਾਂ ਨਾਲ ਰੋਕਣ ਤੱਕ ਦੀ ਨੌਬਤ ਆ ਚੁੱਕੀ ਹੈ। ਮੇਰਾ ਖਿਆਲ ਹੈ ਜੀ ਆਪਾਂ ਇੱਕ ਵਾਰ ਮੈਂ ਥੋੜ੍ਹੀ ਜਿਹੀ ਝਾਤੀ ਮਰਾਵਾਂ ਤੁਹਾਨੂੰ ਕਿ ਇਸ ਵਕਤ ਹਾਲਾਤ ਕੀ ਨੇ। ਇਹ ਸਾਰੇ ਕੁਝ ਦੇ ਉੱਪਰ ਆਪਾਂ ਇੱਕ ਵਾਰ ਇੱਕ ਝਾਤ ਮਾਰਦੇ ਹਾਂ, ਤੁਹਾਨੂੰ ਥੋੜ੍ਹੀ ਜਿਹੀ ਸਮਝ ਆਏਗੀ ਕਿ ਮਾਹੌਲ ਕਿੱਥੋਂ ਤੱਕ ਵਿਗੜ ਚੁੱਕਾ ਹੈ। ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਭੇਜ ਕੇ ਕਿਹਾ ਕਿ ਸਥਿਤੀ ਬਹੁਤ ਹੀ ਤਣਾਅਪੂਰਨ ਹੋ ਗਈ ਹੈ। ਜੇਕਰ ਫੈਸਲਾ ਡੇਰੇ ਦੇ ਖਿਲਾਫ ਆਉਂਦਾ ਹੈ ਤਾਂ ਹਾਲਾਤ ਖਰਾਬ ਹੋ ਸਕਦੇ ਆ। ਅਜਿਹੇ 'ਚ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੈਰਾਮਿਲਟਰੀ ਫੋਰਸਿਸ ਦੀਆਂ ਜ਼ਿਆਦਾ ਕੰਪਨੀਆਂ ਚਾਹੀਦੀਆਂ ਨੇ। ਬੁੱਧਵਾਰ ਨੂੰ ਇਹ ਪੱਤਰ ਲਿਖਿਆ ਗਿਆ ਸੀ। ਮੁੱਖ ਮੰਤਰੀ ਨੇ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫੀ ਚਿੰਤਾ ਪ੍ਰਗਟ ਕੀਤੀ। ਡੇਰਾ ਪ੍ਰਮੁੱਖ ਦੀ ਪੇਸ਼ੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣੇ ਦੇ ਨਾਲ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਹੈ। ਇਹਦੇ ਨਾਲ ਹੀ ਦੂਸਰੇ ਸੂਬਿਆਂ 'ਚ ਵੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਹਰਿਆਣਾ ਸਰਕਾਰ ਨੇ ਪੁਲਿਸ ਹੈੱਡਕੁਆਰਟਰ ਸੈਕਟਰ 6 ਪੰਚਕੂਲਾ 'ਚ ਸੂਬਾ ਪੱਧਰੀ ਦੰਗਾ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਹੈ, ਜੋ ਕਿ ਜਨਤਾ ਦੀ ਸਹਾਇਤਾ ਲਈ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਕੰਟਰੋਲ ਰੂਮ 'ਚ ਫ਼ੋਨ ਨੰਬਰਾਂ ਦੀ ਵਿਵਸਥਾ ਕੀਤੀ ਗਈ ਹੈ। ਕਿਸੇ ਵੀ ਨਾਗਰਿਕ ਨੂੰ ਜੇ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਇਹਨਾਂ ਫ਼ੋਨ ਨੰਬਰਾਂ ਦੇ ਜ਼ਰੀਏ ਪੁਲਿਸ ਨਾਲ ਸੰਪਰਕ ਸਾਧ ਸਕਦਾ ਹੈ। ਇਹ ਫ਼ੋਨ ਨੰਬਰ 0172 25 87 905 ਹੈ। ਫੈਕਸ ਨੰਬਰ ਹੈ 0172 25 87 906। ਇਸ ਤੋਂ ਇਲਾਵਾ 0172 25 87 901 ਤੋਂ ਲੈ ਕੇ 25 87 904 ਤੱਕ ਕਿਸੇ ਵੀ ਨੰਬਰ ਨੂੰ ਮਿਲਾ ਕੇ ਜਾਂ 100 ਨੰਬਰ ਡਾਇਲ ਕਰਕੇ ਵੀ ਪੁਲਿਸ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਦਾ ਜਿਹੜਾ ਨਾਮ ਹੈ ਗੁਪਤ ਰੱਖਿਆ जाएगा। यहाँ जो रिपोर्ट्स हैं 4 से 5 लाख लोग यहाँ सिरसा में हैं और 7-8 लाख लोग जो हैं कल ऑलरेडी पंचकुला में थे। और जो जैसे कल सीएम साहब के बयान के बाद पता लगा कि गुरुजी पंचकुला जाएंगे तो दिल्ली, यूपी, राजस्थान, हिमाचल, हैदराबाद, महाराष्ट्र, मध्य प्रदेश, जितने भी स्टेट्स में साथ संगत है वो अब पंचकुला की तरफ ऑलरेडी कल घर से निकल गई है। आज की रिपोर्ट में आई थिंक वो संख्या बढ़ चुकी है, 10-15 लाख लोग वहाँ ऑलरेडी हैं। ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ 144 ਧਾਰਾ ਲੱਗੀ ਹੋਈ ਹੈ, ਪਰ ਦੂਸਰੇ ਪਾਸੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹਨਾਂ ਦਾਅਵਿਆਂ ਦੇ ਬਾਵਜੂਦ ਪੰਚਕੂਲਾ ਦੇ ਵਿੱਚ ਕਿਹਾ ਜਾ ਰਿਹਾ ਕਿ 10 ਲੱਖ ਦੇ ਕਰੀਬ ਸ਼ਰਧਾਲੂ ਪਹੁੰਚ ਚੁੱਕੇ ਆ। ਡੇਰੇ ਦੇ ਨਾਮ ਚਰਚਾ ਘਰਾਂ 'ਚ ਵੀ ਡੇਰਾ ਪ੍ਰੇਮੀਆਂ ਦੀ ਗਿਣਤੀ ਵੱਧ ਰਹੀ ਹੈ। ਪਲੱਸ ਜਿਹੜੇ ਪ੍ਰੇਮੀ ਅੱਗੇ ਡਟੇ ਹੋਏ ਨੇ ਉਹਨਾਂ ਦੇ ਲਈ ਲੰਗਰ ਤਿਆਰ ਕੀਤਾ ਜਾ ਰਿਹਾ, ਜਿਹਦੇ ਵਿੱਚ ਵੀ ਸੈਂਕੜੇ ਡੇਰਾ ਪ੍ਰੇਮੀ ਲੱਗੇ ਹੋਏ ਆ। ਇਸ ਲੰਗਰ ਨੂੰ ਤਿਆਰ ਕਰਕੇ ਵੱਖ-ਵੱਖ ਥਾਵਾਂ ਦੇ ਉੱਪਰ ਬੈਠੇ ਡੇਰਾ ਪ੍ਰੇਮੀਆਂ ਤੱਕ ਪਹੁੰਚਾਇਆ ਜਾ ਰਿਹਾ ਤਾਂ ਜੋ ਆਪਣੀ ਆਪਣੀ ਥਾਂ ਦੇ ਉੱਪਰ बने रहन। डेरा प्रमुख पर फैसले आने की घड़ी जैसे जैसे नज़दीक आ रही है वैसे ही सिरसा में सुरक्षा कड़ी कर दी गई है। यहाँ तनावपूर्ण शांति है, माहौल सामान्य दिखाई पड़ता है, लेकिन सुरक्षा के कड़े प्रबंध किए गए हैं। जहाँ तक डेरा प्रेमियों की बात की जाए वे सिरसा की बरनाला रोड पर जमा हैं और लगातार जो है वे सुबह से लेकर अब दोपहर होने को आई है वे यहीं डटे हुए हैं। प्रशासन का कहना है कि वे डेरा के प्रबंधकों से बात कर रहे हैं, इन्हें उठाना चाहते हैं। इसी को देखते हुए प्रशासन की ओर से बरनाला रोड पर जो है आवागमन को रोक दिया गया है। जो सारे बाज़ार हैं, जो बरनाला रोड पर जो दुकानें हैं, उनको भी बंद कर दिया गया है। मेरा ख्याल है जी कि तुसी जरूर समझ गए होंगे कि इस वक्त हालात की ने एंड जी स्थिति है वो किस हद तक इंटेंस हो चुकी है। मेरे नाल ये सारे कुछ के उपर विचार चर्चा करने लई तुसी तां हाज़र ही हो। फेसबुक के जरिए तुसी अपने कमेंट्स के रूप में अपने विचार साडे तक पहुँचा सकते हो। मैं एक छोटी जी रिक्वेस्ट करा कि आप अपने विचारों का आदान प्रदान करदे जां कमेंट करदे इन्ना जरूर ख्याल रखिए कि आप एक पब्लिक प्लेटफॉर्म पर सो अपनी शब्दावली नूं आपां जरूर सही रखना, ये मेरी रिक्वेस्ट है, बेनती है। तो मेरे नाल इस सारे मुद्दे नूं विचारन दे लई इस वक्त जो कुछ भी चल रहा उहदे उपर लाइव डिस्कशन के लिए इस प्रोग्राम फोकस दे विच साथ दे रहे ने जसविंदर बेटा जी,
ਤੁਹਾਡਾ ਬਹੁਤ ਬਹੁਤ ਸਵਾਗਤ ਜੀ ਗੁਰਪ੍ਰੀਤ ਜੀ ਔਰ ਸਾਰੇ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੇ ਮੇਰਾ ਖਿਆਲ ਆ ਬੇਟਾ ਜੀ ਤੁਸੀਂ ਦੇਖ ਹੀ ਲਿਆ ਕੀ ਮਾਹੌਲ ਹੈ ਕਿ ਇੱਥੇ ਕਿੱਥੇ ਕੀ ਕੁਛ ਚੱਲ ਰਿਹਾ ਹੈ। ਆਸ ਨਹੀਂ ਸੀ ਕੀਤੀ ਜਾ ਰਹੀ ਕਿ ਜਿਸ ਹਿਸਾਬ ਨਾਲ ਇਹ ਇੰਟੈਂਸਿਟੀ ਹੈ ਇਹ ਇੰਨੀ ਹੋਏਗੀ, ਪਰ ਜਿੱਦਾਂ ਮੈਂ ਜਤਿੰਦਰ ਪੰਨੂ ਜੀ ਹੋਰਾਂ ਨਾਲ ਗੱਲ ਕਰ ਰਿਹਾ ਸੀਗਾ, ਉਹ ਵੀ ਇੱਕ ਸਪੈਸ਼ਲ ਪ੍ਰੋਗਰਾਮ ਹੈ, ਤੁਸੀਂ ਥੋੜ੍ਹੀ ਦੇਰ ਤੱਕ ਉਹ ਵੀ ਦੇਖੋਗੇ ਪ੍ਰਾਈਮ ਏਸ਼ੀਆ TV ਦੇ ਉੱਪਰ। ਉਹਦੇ ਵਿੱਚ ਉਹਨਾਂ ਨੇ ਜਿਹੜਾ ਵਰਡ ਯੂਜ਼ ਕੀਤਾ ਕਿ ਬਲੈਕਮੇਲਿੰਗ, ਇੱਕ ਤਰ੍ਹਾਂ ਨਾਲ ਪ੍ਰਸ਼ਾਸਨ ਨੂੰ, ਅਦਾਲਤ ਨੂੰ, ਨਿਆਂਪਾਲਕਾਂ ਨੂੰ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਕਿ ਜੀ ਜੇ ਤੁਸੀਂ ਇਸ ਤਰ੍ਹਾਂ ਕੁਝ ਕਰਦੇ ਹੋ ਤਾਂ ਅਸੀਂ ਇੱਦਾਂ ਕਰ ਸਕਦੇ। ਜਿਵੇਂ ਕਿ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਓ ਕਿ ਵੀ ਉਹਨਾਂ ਦੇ ਸਮਰਥਕਾਂ ਵੱਲੋਂ ਇੱਕ ਸੈਕਿੰਡ ਦੇ ਵਿੱਚ ਇੰਡੀਆ ਖਤਮ ਕਰ ਦੇਣ ਦੀਆਂ ਧਮਕੀਆਂ ਸੁਣ ਰਹੇ ਹਾਂ। ਇਹ ਸਾਰੇ ਕੁਝ ਦੇ ਬਾਰੇ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ? ਬਿਲਕੁਲ ਗੁਰਪ੍ਰੀਤ ਜੀ, ਬੜੀ ਅੱਜ ਚਿੰਤਾ ਦਾ ਵਿਸ਼ਾ ਹੈ। 6:30 ਵੱਜ ਚੁੱਕੇ ਨੇ ਔਰ ਸਵੇਰ ਤੱਕ ਜਿਹੜੇ 12-14 ਘੰਟੇ ਸਾਡੇ ਕੋਲ ਨੇ ਜੀ। ਅੱਜ ਦੁਨੀਆ ਭਰ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗੀਆਂ ਕਿ ਪੰਜਾਬ ਦੇ ਵਿੱਚ ਇਹ ਹੋ ਕੀ ਗਿਆ, ਉਹਨੂੰ ਪੰਜਾਬ ਨੂੰ ਸਾਡੇ ਨੂੰ ਕਿਹੜੀ ਨਜ਼ਰ ਲੱਗ ਗਈ। ਹਰ ਚੀਜ਼ ਇੱਕ ਸਮਾਂ ਹੈ ਜਿਹੜਾ ਉਹ ਨਹੀਂ ਰੁਕਿਆ, ਬਾਕੀ ਸਾਰੀਆਂ ਚੀਜ਼ਾਂ ਤੁਸੀਂ ਅੰਦਾਜ਼ਾ ਲਾ ਲਓ ਉਹ ਇੱਕ ਥਾਂ 'ਤੇ ਯਾਨੀ ਟਿਕਟਕੀ ਲਾ ਕੇ ਉਹ ਖੜ ਗਈਆਂ ਜੀ। ਅੱਜ ਤੱਕ ਨਹੀਂ ਦੇਖਿਆ ਸੀ 1984 ਦਾ ਬਲੂ ਸਟਾਰ ਹੋਇਆ। ਅਸੀਂ ਛੋਟੇ ਹੁੰਦੇ, ਮੈਂ ਜੇ ਗੱਲ ਕਰਦਾ, ਮੈਂ 6ਵੀਂ 7ਵੀਂ ਸੀ ਉਦੋਂ ਵੀ ਇੱਕ 15 ਗੁਰਦੁਆਰਾ ਸਾਹਿਬਾਨ 'ਤੇ ਹਮਲਾ ਜਦੋਂ ਹੋਇਆ, ਕੁਝ ਇਲਾਕਿਆਂ ਦੇ ਵਿੱਚ ਕਰਫਿਊ ਲੱਗਿਆ। ਕਰਫਿਊ ਵੀ ਉਹਨਾਂ ਇਲਾਕਿਆਂ ਦੇ ਵਿੱਚ ਲੱਗਿਆ ਜਿਵੇਂ ਸਾਡੀ ਜਿਹੜੀ ਰਿਹਾਇਸ਼ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਸੀ। ਉਹ 2-3 ਦਿਨ ਉੱਥੇ ਆਵਾਜਾਈ ਨਹੀਂ ਕੋਈ ਹੋਈ ਔਰ 2-3 ਦਿਨ ਉਦੋਂ ਐਂ ਲੱਗਦਾ ਸੀਗਾ, ਉਦੋਂ ਤਾਂ ਨਾ ਕੋਈ ਨੈੱਟ ਸੀ, ਨਾ ਕੋਈ ਮੀਡੀਆ ਇੰਨਾ ਪਾਵਰਫੁਲ ਸੀ ਤੇ ਨਾ ਹੀ ਕੋਈ ਸੋਸ਼ਲ ਮੀਡੀਆ 'ਤੇ ਕੋਈ ਗੱਲ ਸੀਗੀ। ਤੇ ਉਦੋਂ ਇੰਨੀਆਂ ਅਫਵਾਹਾਂ ਫੈਲਦੀਆਂ ਸੀ ਕਿ ਫਲਾਣੇ ਥਾਂ ਹੋ ਗਿਆ ਜੀ, ਉੱਥੇ ਆ ਹੋ ਗਿਆ ਜੀ, ਉੱਥੇ ਆ ਹੋ ਗਿਆ, ਲੋਕ ਉਹਨੂੰ ਸੱਚ ਮੰਨ ਲੈਂਦੇ ਸੀ। ਤੇ ਅੱਜ ਜਿਹੜੀ ਝੂਠ ਵਾਲੀ ਗੱਲ ਹੈ ਉਹਨੂੰ ਸੱਚ ਬਣਾ ਕੇ ਪਰੋਸਿਆ ਜਾ ਰਿਹਾ। ਹਰ ਜਗ੍ਹਾ ਦੇ ਉੱਤੇ ਬਲੈਕਮੇਲਿੰਗ ਹੋ ਰਹੀ ਹੈ। ਪ੍ਰਸ਼ਾਸਨ ਦੇ ਅਧਿਕਾਰੀ 24 ਘੰਟੇ ਨਹੀਂ 48 ਘੰਟੇ ਡਿਊਟੀ 'ਤੇ ਹੈ। ਬਿਲਕੁਲ, ਕਿਉਂਕਿ ਹੁਣ ਤੁਸੀਂ ਦੇਖੋ ਵੀ ਸਭ ਤੋਂ ਵੱਡੀ ਹੈ ਜਿਹੜਾ ਸਾਰੇ ਇੰਡੀਆ ਨੂੰ ਜੋੜਨ ਵਾਲੀ ਰੇਲ ਤੰਤਰ ਹੈ। ਜੀ। ਔਰ ਉੱਤਰ ਰੇਲਵੇ ਦੇ PRO ਨੇ ਜਿਹੜੀ ਹੁਣੇ ਸੂਚਨਾ ਤੁਸੀਂ ਵੀ ਸਾਂਝੀ ਕੀਤੀ ਹੈ, ਬਿਲਕੁਲ, ਉਹਨਾਂ ਨੇ ਕਿਹਾ ਕਿ ਇਹ ਗੱਡੀਆਂ ਜਿਹੜੀਆਂ 2 ਦਿਨ ਰੱਦ ਰਹਿਣਗੀਆਂ। ਤੁਸੀਂ ਦੇਖੋ ਵੀ ਸਭ ਤੋਂ ਘੱਟ ਕਿਰਾਏ ਵਾਲਾ ਜਿਹੜਾ ਸਾਧਨ ਹੈ ਉਹ ਰੇਲ ਗੱਡੀ ਹੈ। ਬਿਲਕੁਲ, ਇੱਕ ਜਿਹੜਾ ਗਰੀਬ ਬੰਦਾ ਜਿਹੜਾ ਰੋਜ਼ ਦਿਹਾੜੀ ਕਰਦਾ ਹੈ ਔਰ ਉਹ ਵੀ ਪਿਸ ਰਿਹਾ। ਜਿਹੜਾ ਵੱਡੇ ਤੋਂ ਵੱਡਾ ਅਫਸਰ ਹੈ ਜਿਹਦੀ 5000 ਤੋਂ ਵੱਧ ਗ੍ਰੇਡ ਪੇ ਹੈ, ਉਹਨੂੰ ਕਾਰਜਕਾਰੀ ਮੈਜਿਸਟ੍ਰੇਟ ਲਾਇਆ ਹੋਇਆ ਹੈ ਕਿ ਜੇਕਰ ਤੁਹਾਨੂੰ ਕਿਤੇ ਲੋੜ ਪਈ ਤਾਂ ਤੁਸੀਂ, ਜੇ ਲਾ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੈ ਤਾਂ ਤੁਸੀਂ ਸਿੱਧੇ ਆਰਡਰ ਕਰ ਸਕਦੇ ਹੋ, ਪੁਲਿਸ ਨੂੰ ਦੱਸ ਸਕਦੇ ਹੋ, ਲਾਠੀ ਚਾਰਜ ਕਰ ਸਕਦੇ ਹੋ। ਖੁਦਾ ਨਾ ਖਾਸਤਾ ਐਸੀ ਨੌਬਤ ਆਵੇ। ਦਿਲ ਅੰਦਰੋਂ ਡਰ ਰਿਹਾ। ਬਿਲਕੁਲ, ਡਰ ਦਾ ਮਾਹੌਲ ਕੱਲਾ ਮੀਡੀਆ ਦੇ ਵਿੱਚ ਨਹੀਂ, ਪ੍ਰਸ਼ਾਸਨ ਦੇ ਵਿੱਚ ਨਹੀਂ, ਆਮ ਲੋਕ ਜਿਹੜੇ ਇਸ ਗੱਲ ਨੂੰ ਪੂਰੀ ਤਰ੍ਹਾਂ ਜਾਣੂ ਵੀ ਨਹੀਂ, ਉਹ ਵੀ ਪੁੱਛਦੇ ਨੇ ਕੀ ਹੋਏਗਾ। ਹੁਣੇ 2-3 ਘੰਟੇ ਪਹਿਲਾਂ ਅਸੀਂ ਦੇਖ ਰਹੇ ਸੀ ਕਿ ਅੱਜ ਸਾਰੀ ਦੁਨੀਆ ਜਿਹੜੀ ਉਹ ਇੰਟਰਨੈਟ ਨਾਲ ਜੁੜੀ ਹੋਈ ਹੈ। ਇੱਕ ਸੰਸਾਰ ਜਿਹੜਾ ਉਹ ਮੁੱਠੀ ਦੇ ਵਿੱਚ ਹੈ। ਬਿਲਕੁਲ, ਔਰ ਉਹਦੀ ਸਪੀਡ ਹੈ ਜਿਹੜੀ ਬਹੁਤ ਘੱਟ ਗਈ ਸੀ। ਔਰ ਉਹ ਮੀਡੀਆ 'ਤੇ ਕਿੰਨੀ ਵਾਇਰਲ ਹੋਈ, ਸੋਸ਼ਲ ਮੀਡੀਆ 'ਤੇ ਵੀ 3 ਵਜੇ ਨੈੱਟ ਬੰਦ ਹੋ ਜਾਣਾ ਜੀ, ਕੋਈ ਕਹਿੰਦਾ 2 ਵਜੇ ਹੋ ਜਾਣਾ ਜੀ। ਔਰ ਇਹ ਵੈਸੇ ਸੱਚਾਈ ਵੀ ਹੈ ਜੀ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਐਡ ਆਨ ਕਰਾਂ ਜੀ, ਆਪਣੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਕਿ ਇੰਟਰਨੈਟ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬੰਦ ਕੀਤਾ ਗਿਆ, ਕੁਝ ਏਰੀਆਜ਼ ਦੇ ਵਿੱਚ ਇਹਨੂੰ ਬਲੌਕ ਕਰ ਦਿੱਤਾ ਗਿਆ। ਬਾਕੀ ਜੇ ਜ਼ਰੂਰਤ ਪਈ ਤਾਂ ਅੱਗੇ ਤੋਂ ਅੱਗੇ ਜਿਹੜੇ ਟਾਵਰਸ ਨੇ ਉਹਨਾਂ ਨੂੰ ਆਫ ਕਰ ਦਿੱਤਾ ਜਾਊਗਾ। ਸੋ ਕੁੱਲ ਮਿਲਾ ਕੇ ਆਪਾਂ ਇੱਥੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਰੇਲਾਂ ਜਿਹੜੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ, ਬੱਸਾਂ ਨੂੰ ਰੋਕ ਦਿੱਤਾ ਗਿਆ, ਇੰਟਰਨੈਟ ਸੇਵਾਵਾਂ ਨੂੰ ਰੋਕ ਦਿੱਤਾ ਗਿਆ। ਕਹਿਣ ਤੋਂ ਭਾਵ ਇਹ ਕਿ ਪ੍ਰਸ਼ਾਸਨ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਅਸੀਂ ਦੇਖੋ ਲੋਕਾਂ ਨੂੰ ਪਹੁੰਚਣ ਦੇ ਲਈ ਜਾਂ ਲੋਕਾਂ ਦਾ ਨੁਕਸਾਨ ਨਾ ਹੋਵੇ ਇਹਦੇ ਲਈ ਕੋਸ਼ਿਸ਼ ਕਰ ਰਹੇ ਹਾਂ। ਪਰ ਇੱਕ ਬਹੁਤ ਵੱਡਾ ਸਵਾਲ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਐਂਡ ਉਹ ਹਰੇਕ ਦੇ ਜ਼ਿਹਨ ਦੇ ਵਿੱਚ ਵੀ ਆਉਂਦਾ। ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਵੀ ਸਾਂਝਾ ਕਰਦਾ ਕਿ ਦਫਾ 144 ਜਦੋਂ ਇੰਪਲੀਮੈਂਟ ਹੁੰਦੀ ਹੈ ਤਾਂ ਮਤਲਬ ਕਿ 4 ਜਾਂ 4 ਤੋਂ ਵੱਧ ਲੋਕ ਇੱਕ ਜਗ੍ਹਾ 'ਤੇ ਇਕੱਠੇ ਨਹੀਂ ਹੋ ਸਕਦੇ। ਜਦੋਂ 4 ਜਾਂ 4 ਤੋਂ ਵੱਧ ਆਪਾਂ ਕਹਿੰਦੇ ਤਾਂ ਮਤਲਬ ਕਿ 4 ਤੋਂ ਘੱਟ 3 ਨਹੀਂ ਹੋਣਗੇ, 3.5 ਤਾਂ ਹੁਣ ਰਹੇ। ਉਹ ਜੇ ਨਹੀਂ ਇਕੱਠੇ ਹੋ ਸਕਦੇ ਤਾਂ ਫਿਰ ਜਿਹੜਾ ਅੱਜ ਦੀ ਡੇਟ 'ਚ ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਸੁਣਦੇ ਹਟੇ ਹਾਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਚਕੂਲਾ ਵਿਖੇ ਪਹੁੰਚ ਜਾਣਾ, ਫਿਰ ਲੰਗਰ ਵੀ ਚੱਲ ਰਿਹਾ, ਸਾਰੇ ਪ੍ਰਬੰਧ ਵੀ ਨੇ। ਐਂਡ ਮੇਰਾ ਖਿਆਲ ਹੈ ਜੀ ਉਹਨਾਂ ਪ੍ਰੇਮੀਆਂ ਦੇ ਚਿਹਰੇ ਦੇ ਉੱਪਰ ਜੇ ਤੁਸੀਂ ਦੇਖੋ ਸਮਾਈਲ ਐਂਡ ਉਹ ਜਿਹੜੀ ਖੁਸ਼ੀ ਹੈ ਵੀ ਨਾਅਰਾ ਸਾਹਮਣੇ ਵਾਲਾ ਜ਼ਰੂਰ ਲਾਉਂਦਾ ਹੈ ਪਰ ਉਹਦੇ ਪਿਛਲੇ ਬੰਦਿਆਂ ਦੇ ਚਿਹਰੇ ਦੇ ਉੱਪਰ ਜਿਹੜੀ ਸਮਾਈਲ ਹੈ ਉਹ ਕਿਤੇ ਵੀ ਇਹ ਜ਼ਾਹਰ ਨਹੀਂ ਕਰਦੇ ਵੀ ਕੋਈ ਦੁੱਖ ਤਕਲੀਫ ਹੈ ਜਾਂ ਕੋਈ ਰੋਸ ਹੈ। ਉਹ ਸਾਰਾ ਕੁਝ ਜਿਹੜਾ ਹੈ ਉਹ ਕਿਉਂ ਹੋ ਗਿਆ? 144 ਦਫਾ ਲੱਗੇ ਦੇ ਬਾਵਜੂਦ
ਕਿੱਦਾਂ ਇੰਨੇ ਸਾਰੇ ਲੋਕ ਜਿਹੜੇ ਨੇ ਉੱਥੇ ਇਕੱਠੇ ਹੋ ਗਏ? ਮੇਰੇ ਖਿਆਲ ਇਹਦੇ ਉੱਪਰ ਹਾਈ ਕੋਰਟ ਨੇ ਵੀ ਪੁੱਛਿਆ ਪ੍ਰਸ਼ਾਸਨ ਨੂੰ ਕਿ ਜੇ ਤੁਹਾਨੂੰ ਪਤਾ ਸੀ ਕਿ ਵੀ ਇਹ ਸਾਰਾ ਕੁਝ ਹੋਇਆ ਤੇ ਫਿਰ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਹੋਣ ਦਿੱਤਾ ਕਿ ਲੋਕ ਇੰਨੀ ਗਿਣਤੀ 'ਚ ਉੱਥੇ ਇਕੱਠੇ ਹੋ ਗਏ? ਬਿਲਕੁਲ ਗੁਰਪ੍ਰੀਤ ਜੀ, ਇੱਕ ਸ਼ਰਧਾ ਦਾ ਜਿਹੜਾ ਜਨੂਨ ਹੈ ਜੀ, ਉਹ ਪ੍ਰਸ਼ਾਸਨ ਦੇ ਉੱਤੇ, ਨਿਆਂਪਾਲਿਕਾ ਦੇ ਉੱਤੇ ਔਰ ਦੇਸ਼ ਦੀ ਜਿਹੜੀ ਬਾਕੀ ਜਨਤਾ ਦੇ ਉੱਤੇ ਇੰਨਾ ਜ਼ਿਆਦਾ ਭਾਰੂ ਪੈ ਗਿਆ, ਜਿਹਦੀ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਹੈ। ਬਿਲਕੁਲ। ਇਹ ਤੋਂ ਵੱਡਾ ਕੋਈ ਸਬੂਤ ਸਾਡੇ ਸਾਹਮਣੇ ਨਹੀਂ ਕਿ ਤੁਸੀਂ ਦੇਖੋ ਕਿ 144 ਜਿਵੇਂ ਤੁਸੀਂ ਦੱਸਿਆ ਕਿ ਲੱਗੀ ਹੋਵੇ ਜੀ ਤੇ 1,44,000 ਬੰਦੇ ਉੱਥੇ ਪਹੁੰਚ ਜਾਣ। ਜੀ ਜੀ, ਤੇ 10 ਲੱਖ ਤੱਕ ਦੀਆਂ ਆਵਾਜ਼ਾਂ ਆ ਰਹੀਆਂ। ਦੇਖੋ ਹੈਰਾਨੀ ਵਾਲੀ ਗੱਲ ਹੈ। ਚਲੋ ਆਪਾਂ ਜੇ 3-4 ਲੱਖ ਦੀਆਂ ਉਹ ਖੁਦ ਕਹਿੰਦੇ ਨੇ, ਜਿਹੜੀਆਂ ਰਿਪੋਰਟਾਂ ਨੇ ਉਹ ਕਹਿੰਦੇ ਜੀ 10 ਲੱਖ ਬੰਦਾ ਇਕੱਠਾ ਹੋ ਗਿਆ। ਹੁਣ ਹੈਰਾਨੀ ਵਾਲੀ ਗੱਲ ਹੈ ਵੀ ਕਿਤੇ 5-4-10,000 ਬੰਦਾ ਕਿਤੇ ਇਕੱਠਾ ਹੋ ਜਾਵੇ ਤੇ ਉੱਥੇ ਕੀ ਵਾਪਰ ਜਾਂਦਾ ਹੈ। ਤੇ ਜਿੱਥੇ 10 ਲੱਖ ਦੀ ਤਾਦਾਦ ਦੇ ਵਿੱਚ ਲੋਕ ਹੋਣਗੇ, ਮੈਂ ਇਹ ਚੀਜ਼ ਨੂੰ ਇਮੈਜਿਨ ਕਰ ਰਿਹਾ। ਚਲੋ ਉੱਥੇ ਨਹੀਂ, ਜਿਹੜੇ ਲੋਕ ਪੰਚਕੂਲਾ, ਚੰਡੀਗੜ੍ਹ, ਮੋਹਾਲੀ ਉਸ ਏਰੀਏ ਦੇ ਲਾਗੇ ਬੰਨੇ ਰਹਿਣ ਵਾਲੇ ਨੇ, ਉਹਨਾਂ ਦੇ ਉੱਪਰ ਉਹਨਾਂ ਦੇ ਨਿਆਣਿਆਂ ਤੇ ਕੀ ਅਸਰ ਹੁੰਦਾ ਹੋਊਗਾ? ਸੜਕਾਂ ਦੇ ਉੱਪਰ ਤਗੜ ਲੋਕ ਫਿਰ ਰਹੇ ਆ ਜਾਂ ਉੱਥੇ ਬੈਠੇ ਹੋਏ ਆ, ਤੇ ਉਹਨਾਂ ਨੇ ਜਦੋਂ ਗੱਲ ਕੀਤੀ ਜਾਂਦੀ ਉਹ ਕਹਿੰਦੇ ਜੀ ਅਸੀਂ ਪਿਤਾ ਜੀ ਦੇ ਦਰਸ਼ਨ ਕਰਨੇ ਇਸ ਕਰਕੇ ਬੈਠੇ ਹਾਂ। ਫਿਰ ਜਦੋਂ ਉਹਨਾਂ ਨੂੰ ਅਗਲਾ ਸਵਾਲ ਪੁੱਛਿਆ ਜਾਂਦਾ ਕਿ ਅਦਾਲਤ ਦਾ ਇਦਾਂ ਦਾ ਡਿਸੀਜਨ ਆਉਂਦਾ ਫਿਰ ਕੀ ਕਹਿੰਦੇ? ਉਹ ਕਹਿੰਦੇ ਇੱਟ ਨਾਲ ਇੱਟ ਖੜਕਾ ਦਿਆਂਗੇ। ਉਹ ਸਮਝ ਨਹੀਂ ਆਉਂਦੀ ਗੱਲ ਦੀ ਕਿ ਵੀ ਜਿਹੜੇ ਵਿਚਾਰੇ ਆਮ ਬੰਦੇ ਨੇ, ਆਮ ਨਾਗਰਿਕ ਨੇ, ਉਹਨਾਂ ਦਾ ਕੀ ਕਸੂਰ ਹੈ ਉਹਦੇ ਵਿੱਚ? ਬਿਲਕੁਲ ਜੀ, ਦੁਸ਼ਮਣ ਦੇਸ਼ ਦਾ ਸਾਨੂੰ ਪੂਰਾ ਖਤਰਾ ਹੈ ਜੀ, ਤੇ ਦੁਸ਼ਮਣ ਦੇਸ਼ ਸਾਡੇ ਤੇ ਹੱਸ ਰਿਹਾ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਹਾਂ। ਪ੍ਰਸ਼ਾਸਨ ਮਿੰਨਤਾਂ ਕੱਢੀ ਜਾਂਦਾ ਹੈ, ਅਪੀਲਾਂ ਤੇ ਅਪੀਲਾਂ ਕਰੀ ਜਾਂਦਾ ਹੈ। ਪੰਜਾਬ ਦੇ ਡੀਜੀਪੀ ਤੇ ਹਰਿਆਣੇ ਦੇ ਡੀਜੀਪੀ ਸੂਬਾ ਸਰਕਾਰਾਂ ਦੇ ਹੈਲੀਕਾਪਟਰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ। ਕਿੰਨੀ એનર્ਜੀ ਵੇਸਟ ਹੋ ਰਹੀ ਹੈ। ਔਰ ਸਾਰੇ ਜ਼ਿਲ੍ਹਿਆਂ ਦੇ ਅਫਸਰ ਸਾਹਿਬਾਨ ਨੇ, ਉਹਨਾਂ ਨੂੰ ਆਪਦੀ ਨੌਕਰੀ ਦੀ ਵੀ ਤੇ ਨਾਲ ਪ੍ਰਸ਼ਾਸਨ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਕਿਤੇ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਐਸੀ ਅਣਸਖਾਵੀ ਘਟਨਾ ਨਾ ਹੋ ਜੇ ਕਿ ਕੱਲ੍ਹ ਨੂੰ ਲੈਣੇ ਦੇ ਦੇਣੇ ਪੈ ਜਾਣ। ਜੀ ਬਿਲਕੁਲ, ਭੁਗਤੀਆਂ ਗੱਲਾਂ ਸੀ, ਨੇੜਿਓਂ ਦੇਖੀਆਂ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਸਾਰੀਆਂ ਵੀਡੀਓ ਐਸੀਆਂ ਵੀ ਆ ਰਹੀਆਂ ਗੁਰਪ੍ਰੀਤ ਜੀ, ਡੇਰੇ ਵੱਲੋਂ ਵੀ, ਕਿ ਆਹ ਫਲਾਣੇ ਸਮਾਜ ਨੇ ਸਾਨੂੰ ਸਪੋਰਟ ਕੀਤੀ ਹੈ, ਆਹ ਫਲਾਣੀ ਜਥੇਬੰਦੀ ਨੇ ਕੀਤੀ ਹੈ। ਜੀ ਜੀ, ਰਾਜਨੀਤਿਕ ਪਾਰਟੀਆਂ ਨੇ ਕੀਤੀ ਹੈ। ਅਕਾਲੀ ਦਲ ਦਾ ਨਾਂ ਲੱਗ ਗਿਆ ਸੀ ਉਹਦੇ ਵਿੱਚ। ਉਹ ਚਲੋ ਉਹਨਾਂ ਨੇ ਹੁਣ ਸੋਧ ਵੀ ਕੀਤੀ ਉਸ ਗੱਲ ਦੀ। ਔਰ ਕਿੰਨਾ ਮੀਡੀਆ ਦੇ ਵਿੱਚ ਨੈਗੇਟਿਵਿਟੀ ਜਿਹੜੀ ਹੈਗੀ ਹੈ। ਹੈਰਾਨੀ ਦੀ ਗੱਲ ਹੈ ਵੀ ਕੋਈ ਪੋਸਟ ਕੋਈ ਬੰਦਾ ਉੱਠ ਕੇ ਕੋਈ ਪਾ ਦਿੰਦਾ ਹੈ ਤੇ ਬਾਅਦ 'ਚ ਉਹਨੂੰ ਸਫਾਈ ਦੇਣ ਲੱਗਿਆ ਕਿੰਨਾ ਚਿਰ ਲੱਗਦਾ ਹੈ। ਬਿਲਕੁਲ। ਜਿਹੜਾ ਸਰਕਾਰੀ ਤੰਤਰ ਦੇ ਵਿੱਚ ਤੁਸੀਂ ਵੀ ਸਾਰੇ ਜਾਣਦੇ ਹੀ ਹੋ ਜੀ ਜੀ ਕਿ ਜਿਹੜਾ ਰੇਡੀਓ ਦਾ ਲਾਇਸੈਂਸ ਦੇਣ ਦੇ ਲਈ ਕਰੰਟ ਅਫੇਅਰ ਦਾ ਪ੍ਰੋਗਰਾਮ ਤੇ ਨਿਊਜ਼ ਦੇਣ ਦਾ ਜਿਹੜਾ ਪ੍ਰੋਗਰਾਮ ਹੈ, ਤੁਹਾਨੂੰ ਯਾਦ ਹੋਣਾ, ਇਹ ਪ੍ਰਾਈਵੇਟ ਟੀਵੀ ਚੈਨਲ ਨੂੰ, ਪ੍ਰਾਈਵੇਟ ਰੇਡੀਓ ਨੂੰ ਨਹੀਂ ਦਿੱਤਾ ਗਿਆ ਸੀ। ਮਨਾ ਕੀਤਾ। ਉਹਦਾ ਕਾਰਨ ਇਹ ਸੀਗਾ ਕਿ ਖੁਦਾ ਨਾ ਖਾਸਤਾ ਕੋਈ ਵੀ ਪ੍ਰਾਈਵੇਟ ਬੰਦਾ ਕੋਈ ਐਸੀ ਅੱਗ ਲਾ ਦੇਵੇ ਜਿਹਦੀ ਚੁਆਤੀ ਜਿਹੜੀ ਹੈਗੀ ਹੈ ਉਹ ਕਿਸੇ ਕੌਮ ਨੂੰ, ਕਿਸੇ ਭਾਈਚਾਰੇ ਨੂੰ, ਕਿਸੇ ਸਮਾਜ ਨੂੰ ਸੱਟ ਨਾ ਮਾਰ ਸਕੇ। ਬਿਲਕੁਲ। ਤੇ ਲੇਕਿਨ ਹੁਣ ਤਾਂ ਹਰੇਕ ਬੰਦੇ ਕੋਲੇ ਟੂੰ ਹੋਈ ਜਾਂਦੀ ਹੈ। ਕੋਈ ਕਹਿੰਦਾ ਜੀ ਆਹ ਹੋ ਗਿਆ, ਕੋਈ ਕਹਿੰਦਾ ਜੀ ਆਹ ਹੋ ਗਿਆ। ਮੈਂ ਇਸ ਗੱਲੋਂ ਧੰਨਵਾਦ ਕਰਦਾ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ। ਜੀ ਮੈਂ ਇੱਕ ਚੀਜ਼ ਥੋੜ੍ਹੀ ਜਿਹੀ ਜ਼ਿਕਰ ਕਰਾਂ। ਸਾਡੇ ਨਾਲ ਕਾਫੀ ਸਾਰੇ ਲੋਕ ਜੁੜੇ ਨੇ ਜੀ। ਢਿੱਲੋਂ ਸਾਹਿਬ ਦਾ ਕਹਿਣਾ ਜੀ ਵੀ ਦਿਸ ਇਜ਼ ਆਲ ਪੋਲੀਟਿਕਸ। ਨਵਜੋਤ ਜੀ ਕਹਿੰਦੇ ਕਿ ਬਾਬਾ ਜੀ ਦੇ ਟਵੀਟ ਬਾਰੇ ਵੀ ਚਰਚਾ ਕਰੋ। ਬਿਲਕੁਲ ਸਹੀ ਗੱਲ ਹੈ ਜੀ ਨਵਜੋਤ ਜੀ, ਕਿਉਂਕਿ ਬਾਬਾ ਜੀ ਨੇ ਟਵੀਟ ਕਰਕੇ ਕਿਹਾ ਜੀ ਮੈਂ ਕਾਨੂੰਨ ਦੀ ਰਿਸਪੈਕਟ ਕਰਦਾ ਪਰ ਮੇਰੇ ਲੱਕ 'ਚ ਦਰਦ ਹੈ, ਆਇਆ ਜਾਂਦਾ ਨਹੀਂ ਆਇਆ ਜਾਂਦਾ ਆਪਾਂ ਬਾਅਦ 'ਚ ਦੇਖਾਂਗੇ। ਇੰਦਰ ਕੇ ਜੀ ਕਹਿੰਦੇ ਕਿ ਵੀ ਇਹ ਡੇਰਾ ਜਿਹੜਾ ਹੈ ਉਹ ਮਤਲਬ ਇੱਕ ਤਰ੍ਹਾਂ ਨਾਲ ਜੱਜਾਂ ਨੂੰ ਦਿਖਾ ਰਿਹਾ ਹੈ ਕਿ ਵੀ ਮਤਲਬ ਤੁਸੀਂ ਸਾਡੇ ਹੱਕ ਦੇ ਵਿੱਚ ਫੈਸਲਾ ਦਿਓ। ਹਾਂਜੀ ਬਿਲਕੁਲ, ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਮੇਰਾ ਖਿਆਲ ਭਾਰਤੀ ਨਿਆਂਪਾਲਿਕਾ ਇੰਨੀ ਕਮਜ਼ੋਰ ਨਹੀਂ ਕਿ ਉਹਦੇ ਫੈਸਲਿਆਂ ਨੂੰ ਇੰਨੀ ਛੇਤੀ ਪਲਟਿਆ ਜਾ ਸਕੇ। ਇਸ ਤੋਂ ਇਲਾਵਾ ਜੀ ਇਹ ਧਾਰਾ 'ਚ ਢਿੱਲ ਕਿਉਂ ਵਰਤੀ ਗਈ, ਮਤਲਬ ਗੁਰਪ੍ਰੀਤ ਰਣੌਤਾ ਜੀ ਪੁੱਛ ਰਹੇ ਨੇ ਕਿ ਵੀ ਢਿੱਲ ਕਿਉਂ ਵਰਤੀ ਗਈ। ਇਹਦੇ ਵਿੱਚ ਕੁੱਲ ਮਿਲਾ ਕੇ ਜੋ ਮੈਨੂੰ ਸਮਝ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਜੇ ਆਪਾਂ ਪੋਲੀਟਿਕਸ ਦੀ ਗੱਲ, ਜਿੱਦਾਂ ਇਸ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਵੀਰ ਜੀ ਹੋਰਾਂ ਨੇ, ਕਿ ਜਦੋਂ ਰਾਜਨੀਤੀ ਤੇ ਇਹ ਜੋ ਕੁਝ ਵੀ ਡੇਰਾਵਾਦ ਆਪਸ ਦੇ ਵਿੱਚ ਰਲਗੱਡ ਹੋ ਜਾਂਦਾ। ਮੈਂ ਥੋੜ੍ਹੀ ਜਿਹੀ ਪੰਜਾਬ ਪੋਲੀਟਿਕਸ ਦੀ ਗੱਲ ਕਰਾਂ। ਪੰਜਾਬ ਦੇ ਵਿੱਚ ਤੁਸੀਂ ਪਿਛਲੀਆਂ ਕਈ ਇਲੈਕਸ਼ਨਾਂ ਦੇ ਦੌਰਾਨ ਦੇਖਿਆ ਸੁਣਿਆ ਹੋਣਾ ਕਿ ਵੀ ਹਾਂਜੀ ਡੇਰਾ ਕਿਹਨੂੰ ਹਮਾਇਤ ਦੇਵੇਗਾ ਇਹ ਦੇਖਾਂਗੇ। ਡੇਰੇ ਨੇ ਹਮਾਇਤ ਪੰਜਾਬ 'ਚ ਵੀ ਦਿੱਤੀ, ਡੇਰੇ ਨੇ ਹਮਾਇਤ ਹਰਿਆਣੇ 'ਚ ਵੀ ਦਿੱਤੀ, ਡੇਰੇ ਦੀ ਹਮਾਇਤ ਦਿੱਲੀ ਤੱਕ ਪਹੁੰਚੀ। ਭਾਜਪਾ ਦੀ ਮੈਂ ਗੱਲ ਕਰ ਰਿਹਾ। ਭਾਜਪਾ ਨੇ ਸਰਕਾਰ ਬਣਾ ਲਈ ਜੀ, ਡੇਰੇ ਦੀ ਹਮਾਇਤ ਵੀ ਹੋਈ। ਉਸ ਤੋਂ ਬਾਅਦ ਦੇਖਿਆ ਗਿਆ ਜੀ ਜਿੱਥੇ ਜਿੱਥੇ ਉਹ ਕਹਿੰਦੇ ਸਾਡਾ ਜ਼ਿਆਦਾ ਪ੍ਰਭਾਵ ਆ, ਉੱਥੇ ਸਗੋਂ ਜਿਹੜੀ ਬੰਦੇ ਸੀਗੇ ਉਹ ਹਾਰ ਗਏ। ਕਿਤੇ ਨਾ ਕਿਤੇ ਇਹ ਕਾਰਨ ਤਾਂ ਨਹੀਂ ਤੁਹਾਨੂੰ ਲੱਗਦਾ? ਮੈਂ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਮਾਲਵਾ ਬੈਲਟ ਨੂੰ ਬਿਲੋਂਗ ਕਰਦੇ ਹੋ, ਕਿ ਵੀ ਜਦੋਂ ਇਹ ਸੌਦੇਬਾਜ਼ੀ ਇੱਕ ਤਰ੍ਹਾਂ ਨਾਲ ਹੋ ਜਾਂਦੀ ਹੈ ਕਿ ਵੀ ਤੁਸੀਂ ਸਾਨੂੰ ਸਪੋਰਟ ਕਰੋਗੇ, ਪ੍ਰੇਮੀ ਉਹਨਾਂ ਨੂੰ ਵੋਟ ਪਾਉਣਗੇ, ਅਤੇ ਜੇ ਉਦੋਂ ਉਹਨਾਂ ਨੇ ਹਮਾਇਤ ਮੰਗੀ ਸੀ
ਤਾਂ ਹੁਣ ਜਦੋਂ ਅਗਲਿਆਂ ਨੂੰ ਲੋੜ ਹੈ ਤੇ ਉਹ ਹਮਾਇਤ ਨਹੀਂ ਕਰਨਗੇ। ਜਿੱਦਾਂ ਕਿ ਹਰਿਆਣੇ ਦੇ ਇੱਕ ਮੰਤਰੀ ਸਾਹਿਬ ਦਾ ਬਿਆਨ ਜ਼ਰੂਰ ਆਇਆ, ਉਹ ਕਹਿੰਦੇ ਵੀ 144 ਧਾਰਾ ਲੱਗੀ ਹੈ ਪਰ ਉਹ ਪ੍ਰੇਮੀਆਂ ਤੇ ਲਾਗੂ ਨਹੀਂ ਹੁੰਦੀ। ਇਹ ਕੀ ਚੀਜ਼ ਹੈ ਜੀ, ਥੋੜਾ ਸਮਝਾਓ ਜ਼ਰਾ। ਦੇਖੋ, ਜੇ ਤੁਸੀਂ ਪ੍ਰੇਮੀਆਂ ਦੀਆਂ ਜਿਹੜੀਆਂ ਬਾਈਟਾਂ ਸੁਣੋ, ਉਹਨਾਂ ਦੇ ਪ੍ਰਚਾਰ ਸੁਣੋ, ਉਹਨਾਂ ਦੀਆਂ ਵੀਡੀਓ ਸੁਣੋ, ਉਹਦੇ 'ਚ ਤਾਂ ਸਾਫ਼ ਉਹ ਕਹਿੰਦੇ ਆ ਕਿ ਜਦੋਂ ਚੋਣਾਂ ਆਉਂਦੀਆਂ ਸਾਨੂੰ ਤੁਸੀਂ ਵਰਤਦੇ ਹੋ ਤੇ ਸਾਡੇ ਤੇ ਔਖਾ ਟਾਈਮ ਆਇਆ ਤੇ ਸਾਡੇ ਤੁਸੀਂ ਨਾਲ ਨਹੀਂ ਖੜਦੇ। 50 ਲੱਖ ਰੁਪਈਆ ਇੱਕ ਮੰਤਰੀ ਜਾ ਕੇ ਉੱਥੇ ਦੇ ਆਇਆ, ਉਹ ਕਹਿੰਦਾ ਜੀ ਇੱਥੇ ਇੱਕ ਸਟੇਡੀਅਮ ਬਣਾ ਲਓ, ਤੇ ਹਰਿਆਣੇ ਦਾ ਮੰਤਰੀ ਹੈ, ਹਰਿਆਣੇ ਦੇ ਵਿੱਚ ਉਹ ਡੇਰਾ ਹੈ, ਤੇ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਡੇਰਾ ਮੁਖੀ ਦੇ ਨਾਲ, ਤੇ ਡੇਰਾ ਮੁਖੀ ਦਾ ਬੁਲਾਰਾ ਜਿਹੜਾ ਹੈਗਾ ਉਹ ਕਹਿ ਰਿਹਾ ਜੀ ਇਹ ਤਾਂ ਗੱਲ ਝੂਠੀ ਹੈ, ਸਾਡੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਹੋ ਰਹੀ। ਦੇਖੋ, ਸਰਕਾਰ ਸੱਚ ਕੌਣ ਬੋਲ ਰਿਹਾ ਹੈ? ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਹੈ ਕਿ ਡੇਰਾ ਮੁਖੀ ਸੱਚ ਬੋਲ ਰਿਹਾ ਹੈ, ਡੇਰਾ ਮੁਖੀ ਦਾ ਬੁਲਾਰਾ ਸੱਚ ਬੋਲ ਰਿਹਾ ਹੈ, ਕਿ ਡੇਰਾ ਮੁਖੀ ਜਿਹੜੀ ਦੂਜੇ ਪਾਸੇ ਸਰਕਾਰ ਹੈ ਸੱਤਾਧਾਰੀ, ਉਹ ਸੱਚ ਬੋਲ ਰਹੀ ਹੈ। ਅਪੀਲਾਂ ਦਲੀਲਾਂ ਜਦੋਂ ਸਾਰੀਆਂ ਇੱਕ ਦੂਜੇ ਦੇ ਟਕਰਾਅ ਦਾ ਕਾਰਨ ਬਣ ਰਹੀਆਂ, ਤੇ ਮੈਂ ਉਹ ਅੱਗੇ ਗੱਲ ਜੋੜਦਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ। ਉਹਨਾਂ ਨੇ ਇੱਕ ਫੈਸਲਾ ਦਿੱਤਾ ਹੈ ਛੋਟਾ ਜਿਹਾ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਬੰਦੇ ਇੱਥੇ ਆਏ ਤਾਂ ਆਏ ਕਿਉਂ, ਬਿਲਕੁਲ ਤੁਸੀਂ ਇਹਨਾਂ ਨੂੰ ਵਾਪਸ ਬੁਲਾਓ। ਇੱਕ ਗੱਲ ਤਾਂ ਇਹ। ਦੂਜੀ ਗੱਲ, ਉਹਨਾਂ ਨੇ ਹਰਿਆਣਾ ਸਰਕਾਰ ਨੂੰ ਵੀ ਖਿੱਚਿਆ ਵੀ ਜਦੋਂ ਤੁਹਾਨੂੰ ਪਤਾ 144 ਲੱਗੀ ਹੈ, ਚਲੋ ਮੈਂ ਕਹਿੰਦਾ ਵੀ 1,44,000 ਤੁਸੀਂ ਕਹਿੰਦੇ ਹੋ 4 ਲੱਖ ਬੰਦੇ, 3 ਲੱਖ ਬੰਦੇ ਪਹੁੰਚੇ ਕਿਵੇਂ ਜੀ? ਬਿਲਕੁਲ। ਦੂਜੀ ਗੱਲ। ਤੀਜੀ ਗੱਲ, ਉਹਨਾਂ ਨੇ ਕੇਂਦਰ ਨੂੰ ਵੀ ਕਿਹਾ, ਬੀਜੇਪੀ ਦੀ ਗਵਰਨਮੈਂਟ ਹੈ, ਗ੍ਰਹਿ ਮੰਤਰਾਲਾ ਰਾਜਨਾਥ ਸਿੰਘ ਜੀ ਕੋਲੇ ਹੈ, ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਦਖਲ ਕਿਉਂ ਨਹੀਂ ਦਿੰਦੇ? ਅਵਲ ਕੁੱਲ ਮਿਲਾ ਕੇ ਜਿਵੇਂ ਨਾ ਗੇਂਦ ਉੱਪਰੋਂ ਅੱਖਾਂ ਦੀਆਂ ਮੀਟੀਆਂ ਹੁੰਦੀਆਂ, ਅਦਾਲਤ ਦੇ ਪਾਲੇ 'ਚ ਸਿੱਟਦੀ। ਸੀਬੀਆਈ ਨੇ ਫੈਸਲਾ ਦੇਣਾ ਹੈ। ਬਿਲਕੁਲ। ਜੋ ਕੁਝ ਹੋਇਆ ਹੈ ਉਹਦਾ ਉਹਨੇ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਹੈ। ਪਰ ਪ੍ਰੈਸ਼ਰ ਬਿਲਡ ਕਿਉਂ ਕੀਤਾ ਜਾ ਰਿਹਾ? ਬਿਲਕੁਲ, ਇਹ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਜ਼ਿਕਰ ਕੀਤਾ ਪਹਿਲਾਂ ਕਿ ਪਨੂ ਸਾਹਿਬ ਨੇ ਵੀ ਕਹੀ ਸੀ ਕਿ ਤਰ੍ਹਾਂ ਬਲੈਕਮੇਲਿੰਗ ਹੈ। ਬਹੁਤ ਸਾਰੇ ਦੇਖੋ, ਆਪਾਂ ਇੰਨੇ ਕੁ ਸਿਆਣੇ ਆ ਜੀ, ਦਰਸ਼ਕਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਆ ਰਹੇ ਨੇ। ਅਮਰ ਸ਼ਰਮਾ ਜੀ ਦਾ ਇੱਕ ਮੈਸੇਜ, ਉਹ ਕਹਿੰਦੇ ਵੀ 135 ਆਰਮੀ ਪਰਸਨ ਨੇ ਇੱਕ ਬਟਾਲੀਅਨ 'ਚ 2 ਲੱਖ ਦਾ ਪਰ ਡੇ ਖਰਚਾ, ਅਪਰੋਕਸੀਮੇਟਲੀ 250 ਬਟਾਲੀਅਨਾਂ ਤੇ 500 ਕਰੋੜ ਰੁਪਈਆ ਜਨਤਾ ਦੇ ਉੱਪਰ ਬੋਝ ਪੈ ਚੁੱਕਾ। ਰਣਵੀਰ ਸਿੰਘ ਦਾ ਵੀ ਇਹੀ ਕਹਿਣਾ, ਉਹ ਕਹਿੰਦੀ 500 ਕਰੋੜ ਦਾ ਖਰਚਾ ਹੋ ਚੁੱਕਾ ਹੁਣ ਤੱਕ, ਤੇ ਇਹ ਜੋ ਕੁਝ ਵੀ ਹੈਗਾ ਇਹ ਭਰੂਗਾ ਕੌਣ? ਇਹ ਆਮ ਟੈਕਸ ਪੇਅਰ ਦੇ ਉੱਪਰ ਪੈ ਰਿਹਾ। ਇਸ ਤੋਂ ਇਲਾਵਾ ਜੇ ਲੱਕੀ ਬਰਾੜ ਜੀ ਪੁੱਛ ਰਹੇ ਨੇ ਕਿ ਵੀ ਸਾਰੇ ਕੇਸਾਂ ਦਾ ਫੈਸਲਾ ਕਿ ਸਾਧਵੀ ਵਾਲੇ ਕੇਸ ਦਾ ਨਹੀਂ ਜੀ, ਇਹ ਸਿਰਫ ਜਿਹੜਾ ਉਹ ਬਲਾਤਕਾਰ ਦਾ ਕੇਸ ਹੈ ਸਾਧਵੀ ਵਾਲਾ, ਉਹਦਾ ਹੀ ਡਿਸੀਜਨ ਹੈ, ਬਾਕੀ ਕੇਸਾਂ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਇਸ ਤੋਂ ਇਲਾਵਾ ਇਹ ਜਿਹੜੀ ਖਰਚੇ ਦੀ ਗੱਲ ਤੁਸੀਂ ਦੇਖੋ ਜ਼ਿਕਰ ਤੁਰਿਆ ਵੀ ਇਹ ਜਿਹੜਾ ਖਰਚਾ ਹੈ ਇੱਕ ਆਮ ਬੰਦਾ ਟੈਕਸ ਪੇਅਰ, ਤੁਸੀਂ ਦੇਖੋ ਵੀ ਜਿਹੜਾ ਕੋਈ ਨੌਕਰੀ ਪੇਸ਼ਾ ਬੰਦਾ, ਕੋਈ ਆਪਣਾ 10-15,000 20,000 ਉਹਦੀ ਕੋਈ ਤਨਖਾਹ ਹੋਏਗੀ, ਕੋਈ 5-7-10,000 ਰੁਪਈਆ ਹੋਰ ਉਹਦੀ ਆਮਦਨ ਹੋਏਗੀ, ਉਹ ਸਾਰਾ ਕੁਝ ਵਿਚਾਰਾ ਇਨਕਮ ਟੈਕਸ ਦਿੰਦਾ ਜਾਂ ਹੋਰਨਾਂ ਥਾਵਾਂ ਤੋਂ ਜਿੱਥੇ ਵੀ ਟੈਕਸ ਉਗਰਾਇਆ ਜਾਂਦਾ, ਭਾਵੇਂ ਆਪਾਂ ਪੈਟਰੋਲ ਹੀ ਪਵਾਇਆ 20 ਰੁਪਈਆਂ ਦਾ, 5-7-10 ਰੁਪਈਏ ਤਾਂ ਸਰਕਾਰ ਨੇ ਲੈ ਲਏ ਉਹਦੇ 'ਚੋਂ। ਉਹ ਜਿਹੜਾ ਪੈਸਾ ਹੈ ਉਹ ਜਿਹੜਾ ਇੱਦਾਂ ਖਰਚਿਆ ਜਾਣਾ ਹੈ, ਇੱਕ ਤਾਂ ਬੰਦਾ ਅੰਦਰ ਤੜਿਆ ਬੈਠਾ, ਬਾਰੀ 'ਚੋਂ ਵਿਚਾਰਾ ਝਾਕਦਾ ਹੋਊਗਾ, ਜਵਾਕਾਂ ਨੂੰ ਕਹਿੰਦਾ ਹੋਊਗਾ ਬਾਹਰ ਨਾ ਨਿਕਲਿਓ, ਬਾਹਰ ਪਤਾ ਨਹੀਂ ਕੀ ਕੁਝ ਹੋਈ ਜਾਣਾ। ਦੂਜਾ, ਉਸੇ ਹੀ ਬੰਦੇ ਦੇ ਦਿੱਤੇ ਹੋਏ ਟੈਕਸ ਦੇ ਵਿੱਚੋਂ ਖਰਚਾ ਉਹਨਾਂ ਬੰਦਿਆਂ ਦੇ ਉੱਪਰ ਹੋਣਾ ਜਿਹੜੇ ਬੰਦੇ ਬਾਹਰ ਹੁੜਦੰਗ ਕਰ ਰਹੇ ਨੇ। ਹੁਣ ਇਹ ਕਿੱਦਾਂ ਦੀ ਸਿਆਸਤ ਹੈ ਤੇ ਕਿੱਦਾਂ ਦਾ ਦੇਸ਼ ਹੈ ਤੇ ਕਿਸ ਪਾਸੇ ਲੈ ਕੇ ਜਾਊਗਾ ਸਾਰਾ ਕੁਝ? ਦੇਖੋ ਗੁਰਪ੍ਰੀਤ ਜੀ, ਚਿੰਤਾ ਅੱਜ ਟੈਕਸ ਦੇਣ ਵਾਲੇ ਨੂੰ ਵੀ ਹੈ ਤੇ ਟੈਕਸ ਲੈਣ ਵਾਲੀ ਸਰਕਾਰ ਨੂੰ ਵੀ ਹੈ, ਤੇ ਜਿਹੜਾ ਸਾਡਾ ਗਵਾਂਢੀ ਮੁਲਕ ਹੈ ਉਹ ਹੱਸ ਰਿਹਾ ਸਾਡੇ ਤੇ ਜੀ। ਅਸੀਂ ਗੱਲਾਂ ਕਰਦੇ ਹਾਂ ਕਿ ਅਸੀਂ ਵਿਕਸਿਤ ਮੁਲਕਾਂ ਦਾ ਮੁਕਾਬਲਾ ਕਰਨਾ ਹੈ ਔਰ ਅਸੀਂ ਟੈਕਨੋਲੋਜੀ ਦੇ ਵਿੱਚ ਅੱਗੇ ਜਾ ਰਹੇ ਹਾਂ, ਅਸੀਂ ਹੋਰ ਗੱਲਾਂ 'ਚ ਅੱਗੇ ਜਾ ਰਹੇ ਹਾਂ, ਲੇਕਿਨ ਜਦੋਂ ਅਮਨ ਕਾਨੂੰਨ ਦੀ ਸਥਿਤੀ ਦੀ ਆਉਂਦੀ ਹੈ ਗੱਲ, ਤੇ ਉਦੋਂ ਸਾਨੂੰ ਸਾਡੀ ਹਾਈ ਕੋਰਟ ਇਹ ਕਹੀ ਜਾਂਦੀ ਹੈ ਕਿ ਤੁਸੀਂ ਅਮਲ ਨਹੀਂ ਕੀਤਾ। ਇਦੋਂ ਵੱਡੀ ਬਦਨਸੀਬੀ ਇਸ ਮੁਲਕ ਦੀ, ਇਸ ਸੂਬਿਆਂ ਦੀ ਕੀ ਹੋਏਗੀ? ਜਿਸ ਵੀ ਕਿਸੇ ਨੇ ਇਸ ਤਰ੍ਹਾਂ ਦੀ ਖਬਰ ਫੈਲਾਈ ਹੈ ਜਾਂ ਖਬਰ ਲਵਾਈ ਹੈ, ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਸ ਮੀਡੀਆ ਦੇ ਖਿਲਾਫ ਅਸੀਂ ਅਦਾਲਤ ਵਿੱਚ ਵੀ ਜਾਵਾਂਗੇ। ਅੱਜ ਦੀ ਘੜੀ ਗੁਰਪ੍ਰੀਤ ਜੀ, ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਪਾਰਟੀਆਂ ਇਹਨਾਂ ਵਿਅਕਤੀਆਂ ਤੋਂ, ਇਹਨਾਂ ਸੰਸਥਾਵਾਂ ਤੋਂ ਵੋਟਾਂ ਲੈਂਦੀਆਂ ਰਹੀਆਂ, ਤੇ ਅੱਜ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ, ਚਾਹੇ ਉਹ ਕੋਈ ਵੀ ਪਾਰਟੀ ਹੋਵੇ। ਆਪਾਂ ਇਕੱਲੀ ਪਾਰਟੀ ਨੂੰ ਦੋਸ਼ੀ ਨਹੀਂ ਮੰਨਦੇ, ਅੱਜ ਉਹਨਾਂ ਦਾ ਧਿਆਨ ਹੀ ਹੈ ਨਹੀਂ। ਅੱਜ ਸਾਰੇ ਲੋਕ ਇਸ ਅਕਾਲੀ ਦਲ ਦਾ, ਕਾਂਗਰਸ ਦਾ, ਆਮ ਆਦਮੀ ਪਾਰਟੀ ਦਾ, ਬੀਜੇਪੀ ਦਾ, ਹੋਰ ਜਿੰਨੀਆਂ ਵੀ ਪਾਰਟੀਆਂ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਨੇ ਲੋਕ ਕਿ ਸਾਨੂੰ ਤਾਂ ਜਾਣ 'ਤੇ ਪਈ ਹੈ, ਅਸੀਂ ਤਾਂ ਵਿਪਤਾ ਦੇ ਵਿੱਚ ਹੈ, ਡਰ ਦਾ ਸਾਡੇ 'ਤੇ ਮਾਹੌਲ ਹੈ। ਤੇ ਜਿਹੜੇ ਲੋਕ ਸਾਡੇ ਕਹਿੰਦੇ ਸੀ ਕਿ ਅਸੀਂ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗੇ, ਚਾਹੇ ਉਹ ਸੱਤਾਧਾਰੀ ਧਿਰ ਦੇ ਹੋਣ, ਚਾਹੇ ਉਹ ਵਿਰੋਧੀ ਧਿਰ ਦੇ ਹੋਣ,
ਤੇ ਉਹਨਾਂ ਦਾ ਕਿਤੇ ਵੀ ਕੋਈ ਬਿਆਨ ਨਹੀਂ, ਉਹਨਾਂ ਦਾ ਬਿਆਨ ਇਸ ਡੇਰੇ ਦੇ ਨਾਲ ਇੱਕ ਸ਼ਬਦ ਵੀ ਸਾਂਝਾ ਨਹੀਂ ਉਹਨਾਂ ਨੇ ਕੀਤਾ। ਇੱਕ ਤਾਂ ਉਹ ਹੈ ਕਿ ਲੋਕਾਂ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ। ਦੂਜੀ ਗੱਲ ਇਹ ਹੈ ਕਿ ਪ੍ਰਸ਼ਾਸਨ ਹੁਣ ਕਿੰਨੀ ਡਿਊਟੀ ਕਰ ਸਕਦਾ ਹੈ। ਜੀ ਜੀ। ਅੱਜ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਲੋਕਾਂ ਦਾ ਵੀ, ਬਹੁਤ ਸਾਰੀਆਂ ਸੁਹਿਰਦ ਜਥੇਬੰਦੀਆਂ ਨੇ। ਗੁਰਪ੍ਰੀਤ ਜੀ, ਇਹ ਪ੍ਰਾਈਮ ਏਸ਼ੀਆ ਦਾ ਇੱਕ ਬੜਾ ਵੱਡਾ ਉਪਰਾਲਾ ਹੈ, ਅਮਨ ਖਟਕੜ ਸਾਹਿਬ ਦਾ ਵੀ ਬੜਾ ਵੱਡਾ ਉਪਰਾਲਾ ਹੈ ਕਿ ਅਸੀਂ ਇਸ ਅੱਗ ਨੂੰ ਬੁਝਾਉਣ ਦੇ ਲਈ ਚਿੜੀ ਵਾਲਾ ਕੰਮ ਕਰ ਰਹੇ ਹਾਂ। ਬਿਲਕੁਲ ਸਹੀ ਗੱਲ। ਪੂੰਜਾ ਸਾਡਾ ਵੀ ਸੜ ਜਾਣਾ ਹੈ, ਉਂਗਲ ਸਾਡੇ ਤੇ ਵੀ ਉੱਠਣੀ ਹੈ। ਲੇਕਿਨ ਕਿਤੇ ਨਾ ਕਿਤੇ ਇਹ ਗੱਲ ਪੀਸ ਕਮੇਟੀਆਂ ਬਣੀਆਂ ਹੋਈਆਂ ਨੇ। ਮੇਰੀ ਹੁਣੇ ਹੀ ਮੁਕਤਸਰ ਦੇ ਵਿੱਚ SSP ਸਾਹਿਬ ਦੇ ਜਿਹੜੇ PROs ਨੇ ਪੰਜਾਬ ਪੁਲਿਸ ਦੇ, ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਕਿਹਾ ਕਿ DC ਸਾਹਿਬ ਫਾਜ਼ਿਲਕਾ, DC ਮੁਕਤਸਰ, DC ਬਰਨਾਲਾ, ਤੁਸੀਂ ਨੈੱਟ ਤੇ ਦੇਖੋ, ਸਾਰੀ ਜਗ੍ਹਾ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਤੇ ਜ਼ਿਲ੍ਹਾ ਪੁਲਿਸ ਮੁਖੀ ਉਹ ਅਪੀਲਾਂ ਕਰ ਰਹੇ ਆ ਕਿ ਦੇਖੋ ਜੀ, ਭਾਈਚਾਰਾ ਕਾਇਮ ਰੱਖੋ, ਸਦਭਾਵਨਾ ਕਾਇਮ ਰੱਖੋ, ਕਿਸੇ ਕਿਸਮ ਦੀ ਕੋਈ ਨੌਬਤ ਆਉਂਦੀ ਹੈ। ਕੰਟਰੋਲ ਰੂਮ ਬਣਾਏ ਗਏ ਨੇ। ਬਿਲਕੁਲ। ਕੰਟਰੋਲ ਰੂਮ ਕਦੋਂ ਬਣਾਏ ਜਾਂਦੇ ਨੇ ਗੁਰਪ੍ਰੀਤ ਜੀ? ਉਦੋਂ ਬਣਾਏ ਜਾਂਦੇ ਆ ਜਦੋਂ ਦੇਸ਼ ਦੇ ਉੱਤੇ ਕੋਈ ਬਹੁਤ ਵੱਡਾ ਖਤਰਾ ਪੈਦਾ ਹੋਣ ਦਾ ਖਦਸ਼ਾ ਹੋਵੇ ਜਾਂ ਕੋਈ ਕੁਦਰਤੀ ਆਫਤ ਹੋਵੇ। ਲੇਕਿਨ ਨਾ ਤਾਂ ਹੁਣ ਕੋਈ ਖਤਰਾ ਹੈ ਤੇ ਨਾ ਹੀ ਕੋਈ ਕੁਦਰਤੀ ਆਫਤ ਹੈ, ਔਰ ਮਨੁੱਖ ਵੱਲੋਂ ਖੜੀ ਕੀਤੀ ਹੋਈ ਇੱਕ ਨਵੀਂ ਆਫਤ ਹੈ, ਜਿਹੜਾ ਕਿ ਉਹਨੇ ਕੀ ਕੀਤਾ ਹੈ, ਇਹ ਫੈਸਲਾ ਅਦਾਲਤ ਨੇ ਕਰਨਾ ਹੈ। ਅੱਛਾ ਗੁਰਪ੍ਰੀਤ ਜੀ, ਇੱਕ ਹੋਰ ਗੱਲ ਦੇਖੋ, ਕੱਲਾ ਫੈਸਲਾ ਇਹ ਕੱਲ੍ਹ ਦਾ ਹੈ। ਇਸ ਤੋਂ ਬਾਅਦ ਛਾਤਰਪਤੀ ਕਤਲकांड ਹੈ, ਰਣਜੀਤ ਸਿੰਘ ਡੇਰਾ ਕਤਲकांड ਹੈ ਜੀ, ਔਰ 2 ਕੇਸ ਹੋਰ ਹੈ ਜਿਨ੍ਹਾਂ ਦੇ ਵਿੱਚ ਅੱਗੇ ਪੈਰਲਲ ਉਹ ਚੱਲਣੇ ਹੈ ਜੀ। ਇੱਕ ਕੇਸ ਤੇ ਇੰਨਾ ਪ੍ਰੈਸ਼ਰ ਹੈ ਤੇ ਬਾਕੀਆਂ ਤੇ ਮੈਨੂੰ ਲੱਗਦਾ ਵੀ ਕਿ ਮੁਲਕ ਨੂੰ ਹੋਰ ਕੋਈ ਕੰਮ ਨਹੀਂ ਰਹਿ ਜਾਣਾ। ਮੈਂ ਇਸ ਗੱਲ ਤੇ ਆਉਣ ਹੀ ਲੱਗਿਆ ਸੀ ਕਿ ਇਹ ਸਿਰਫ 15 ਸਾਲ ਤੋਂ ਦੁਬਾਰਾ ਲਟਕੇ ਹੋਏ ਕੇਸ ਨੀਅਰ ਅਬਾਊਟ 17 ਸਾਲ ਦਾ ਵਕਫਾ ਹੋ ਗਿਆ ਜੀ ਇਸ ਚੀਜ਼ ਨੂੰ। ਉਹਦਾ ਅਜੇ ਹੁਣ ਡਿਸੀਜਨ ਹੋਣਾ, ਉਹ ਵੀ ਅਜੇ CBI ਦੀ ਸਪੈਸ਼ਲ ਕੋਰਟ ਕਰ ਰਹੀ ਹੈ। ਅੱਗੇ ਚਾਂਸਿਸ ਨੇ ਉਹਨਾਂ ਦੇ ਕੋਲ ਅੱਗੇ ਅਪੀਲਾਂ ਕਰਨ ਦੇ। ਅਪੀਲਾਂ ਦਲੀਲਾਂ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਸਾਲ ਲੰਘ ਜਾਣ, ਉਹ ਆਪਾਂ ਨੂੰ ਪਤਾ ਹੀ ਆ ਭਾਰਤੀ ਕਾਨੂੰਨ ਪ੍ਰਣਾਲੀ ਦੇ ਹਿਸਾਬ ਨਾਲ ਕਿਵੇਂ ਚੱਲਦਾ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਕੇਸ ਨਹੀਂ, ਕੇਸ ਤਾਂ ਕਈ ਨੇ, ਤੇ ਜਦੋਂ ਉਹਨਾਂ ਕੇਸਾਂ ਦੀ ਵਾਰੀ ਆਏਗੀ ਫਿਰ ਸਾਰਾ ਕੁਝ ਕੀ ਬਣੇਗਾ। ਬਹੁਤ ਸਾਰੇ ਸਾਡੇ ਸਾਥੀ, ਮੈਂ ਅੱਗੇ ਕਿਉਂਕਿ ਹੁਣ ਕਮੈਂਟਸ ਕਾਫੀ ਨੇ ਜੀ, ਉਹਨਾਂ ਦੇ ਲਈ ਅੱਗੇ ਨਾਮ ਨਿਕਲ ਗਿਆ, ਪਰ ਜ਼ਿਕਰ ਇਹ ਚੱਲ ਰਿਹਾ ਸੀਗਾ ਜੀ ਕਿ ਜੋ ਵੀ ਪ੍ਰਸ਼ਾਸਨ ਦੇਖ ਰਿਹਾ ਜਾਂ ਜੋ ਲੀਡਰਸ਼ਿਪ ਦੇਖ ਰਹੀ ਹੈ, ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਨੇ ਉਦੋਂ ਜਦੋਂ ਹੱਥ ਜੋੜ ਕੇ ਉੱਥੇ ਜਾਇਆ ਜਾਂਦਾ, ਉਦੋਂ ਖੜੇ ਹੋ ਕੇ ਲਾਈਨ 'ਚ ਵੀ ਲੱਗਿਆ ਜਾਂਦਾ ਹੈ। ਤੇ ਉਹਨਾਂ ਬੰਦਿਆਂ ਨੇ ਹੁਣ ਹੁਕਮ ਦੇਣਾ ਕਿ ਤੁਸੀਂ ਕੀ ਕਰਨਾ। ਚਾਹੇ ਆਪਾਂ ਬਟਾਲੀਅਨਾਂ ਦੇਖਦੇ ਹਾਂ, ਚਾਹੇ ਆਪਾਂ ਸਾਡੇ ਪੈਰਾਮਿਲਟਰੀ ਫੋਰਸਿਸ ਦੇਖਦੇ ਹਾਂ, ਸੁਰੱਖਿਆ ਹਮਲੇ ਦੇਖਦੇ ਹਾਂ, ਸਾਰਾ ਕੁਝ ਦੇਖਦੇ ਹਾਂ, ਪਰ ਉਹ ਜਿਹੜਾ ਡਿਸੀਜ਼ਨ ਹੈ ਉਹ ਉੱਪਰੋਂ ਆਉਣਾ ਹੈ। ਇਸ਼ਾਰਾ ਤਾਂ ਉੱਪਰੋਂ ਹੀ ਹੋਣਾ ਜੀ ਵੀ ਇੱਦਾਂ ਕਰੋ ਜਾਂ ਇੱਦਾਂ ਨਾ ਕਰੋ। ਤੇ ਉੱਪਰ ਬਹਿਣ ਵਾਲੇ ਬੰਦੇ ਜਿਹੜੇ ਨੇ ਜਦੋਂ ਹੱਥ ਜੋੜ ਕੇ ਬਾਬਾ ਜੀ ਦੇ ਦਰਬਾਰ 'ਚ ਉਦੋਂ ਗਏ ਸੀ ਵੀ ਹਾਂਜੀ ਬਾਬਾ ਜੀ ਕੁਰਸੀ ਤੇ ਬਹਾ ਦਿਓ ਕਿਸੇ ਦਾ ਨਾ, ਹੁਣ ਕਿਵੇਂ ਗੱਲ ਉਹ ਨਿਕਲੇਗੀ ਵੀ ਜਿਨ੍ਹਾਂ ਦੇ ਕੋਲੋਂ ਕਿਹਾ ਸੀ ਵੀ ਕੁਰਸੀ ਦਵਾ ਦਿਓ ਤੇ ਉਹੀ ਉਸੇ ਕੁਰਸੀ ਨੂੰ ਵਰਤ ਕੇ ਤੇ ਹੁਣ ਬਾਬਾ ਜੀ ਦੇ ਪ੍ਰੇਮੀਆਂ ਬਾਰੇ ਆਪਾਂ ਕੁਛ ਇੱਦਾਂ ਦਾ ਕਰ ਲਈਏ। ਇਹ ਬੜੀ ਕੜੀਕੀ 'ਚ ਫਸੀ ਜਾਣ ਵਾਲੀ ਗੱਲ ਲੱਗਦੀ ਹੈ ਇਸ ਵਕਤ। ਬਿਲਕੁਲ ਜੀ, ਇਹ ਹਾਸੋਹੀਣੀ ਗੱਲ ਹੈ, ਰੋਣਾ ਆਉਂਦਾ ਹੈ। ਉਹ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਤਾਂ ਅੰਦਰ ਖਾਤੇ ਹੱਸ ਰਹੀਆਂ ਵੀ ਆਪਾਂ ਬਚ ਗਏ, ਬਿਲਕੁਲ, ਪਰ ਲੋਕ ਇਸ ਗੱਲ ਤੇ ਰੋ ਰਹੇ ਨੇ, ਦੁਖੀ ਹੋ ਰਹੇ ਨੇ। ਉਹ ਕਰ ਕੁਛ ਨਹੀਂ ਸਕਦੇ। ਹਥਿਆਰ ਉਹਨਾਂ ਦਾ ਵੋਟ ਸੀਗਾ ਜੀ, ਉਹਨਾਂ ਨੇ ਪਾਤੀ, ਹੁਣ ਹਥਿਆਰ 5 ਸਾਲਾਂ ਬਾਅਦ ਆਊਗਾ। ਆ ਵੋਟ ਵਾਲੀ ਗੱਲ ਬੜੀ ਵਧੀਆ ਅੱਜ ਮੈਂ ਜ਼ਿਕਰ ਕਰ ਰਿਹਾ ਸੀ। ਤਾਂ ਤੁਸੀਂ ਦੇਖੋ ਜੀ, ਇੱਕ ਮਿੰਟ ਮੈਂ ਥੋੜ੍ਹਾ ਜਿਹਾ ਦੇਖਾਂ ਦੁਬਾਰਾ, ਤੁਸੀਂ ਵਿਜ਼ੂਅਲਸ ਦੇਖ ਰਹੇ ਹੋ ਜੀ ਇਸ ਵਕਤ ਕਿੰਨੀ ਆਪਣੇ ਵੱਲੋਂ ਸਿਕਿਉਰਿਟੀ ਹੈ। ਜਨਾਬ ਵੀ ਟਾਰਚਾਂ ਮਾਰ ਕੇ ਸਾਈਡ ਤੇ ਲਵਾ ਕੇ ਦੇਖ ਰਹੇ ਨੇ। ਹੁਣ ਜਿਹੜਾ ਬੰਦਾ ਕਾਰ 'ਚ ਬੈਠਾ ਕਿਤੇ ਸ਼ਾਪਿੰਗ ਕਰਨ ਮਾੜਾ ਮੋੜ ਗਿਆ ਹੋਊਗਾ, ਉਹਨੇ ਕੀ ਕਰ ਦੇਣਾ ਜੀ? ਉਹ ਜਿਹੜੇ ਬੰਦੇ ਦਗੜ ਉੱਥੇ ਤੁਸੀਂ ਦੇਖ ਹੀ ਰਹੇ ਹੋ, ਉਹ ਪਤਾ ਨਹੀਂ ਜਨਾਬ ਨੂੰ ਨਜ਼ਰ ਨਹੀਂ ਆ ਰਹੇ, ਤੇ ਜਨਾਬ ਹੁਣ ਗੱਡੀ ਦੀ ਚੈਕਿੰਗ ਜ਼ਰੂਰ ਕਰ ਰਿਹਾ ਵੀ ਇਹਦੇ 'ਚ ਪਤਾ ਨਹੀਂ ਪਾ ਕੇ ਕੀ ਲੈ ਜਾਣਾ, ਪਰ ਚਲੋ ਉਹ ਵੀ ਆਪਣੀ ਡਿਊਟੀ ਨਿਭਾ ਰਹੇ ਆ। ਗੁਰਪ੍ਰੀਤ ਜੀ, ਇਹਦੇ 'ਚ ਮੈਂ ਇਹਦੇ ਨਾਲ ਇਹ ਜਿਹੜੀ ਚੈਕਿੰਗ ਹੁਣ ਹੋ ਰਹੀ ਹੈ ਜੀ, ਉਹ ਹਾਈ ਕੋਰਟ ਨੂੰ ਇਹ ਵੀਡੀਓ ਜਾਣੀ ਹੈ ਕਿ ਦੇਖੋ ਜੀ ਅਸੀਂ ਤਾਂ ਚੈਕਿੰਗ ਕਰ ਰਹੇ ਸੀ, ਬੰਦੇ ਪਤਾ ਨਹੀਂ ਕਿੱਧਰੋਂ ਦੀ ਆ ਗਏ। ਨਹੀਂ ਤੇ ਬੰਦਾ ਜਿਹੜਾ ਗੱਡੀ 'ਚ ਬੈਠਾ ਉਧਰ ਨੂੰ ਜਾ ਰਿਹਾ ਹੈ ਜਾਂ ਕਿਸੇ ਪਾਸੇ ਵੀ ਜਾ ਰਿਹਾ ਜਾਂ ਪਹੁੰਚ ਰਿਹਾ, ਉੱਥੇ ਬੈਠੇ ਦਿਸ ਰਹੇ ਨੇ, ਉਹਦੇ ਬਾਵਜੂਦ ਵੀ ਜੇ ਆਪਾਂ ਆਖੀਏ ਵੀ ਆਪਾਂ ਹੁਣ ਚੈਕਿੰਗ ਕੀਤੀ ਸੀ ਜੀ, ਕੋਈ ਹਥਿਆਰ ਨਹੀਂ ਜਾ ਰਿਹਾ ਜੀ, ਕੋਈ ਲੋਕ ਉਹੋ ਜਿਹੇ ਸਮਾਨ ਨਾ ਲੈ ਕੇ ਚਲੇ ਜਾਣ, ਉਹ ਤਾਂ ਕਲੀਅਰ ਕੱਟ ਨਜ਼ਰ ਆ ਰਿਹਾ। ਦੇਖੋ ਜੋ ਵਰਤਾਰਾ ਇਸ ਵਕਤ ਹੈ ਉਹ ਇਹ ਨਹੀਂ ਹੈ ਕਿ ਵੀ ਕੋਈ ਹਥਿਆਰ ਲੈ ਕੇ ਆ ਗਿਆ ਜੀ, ਕੋਈ ਅੱਗਾਂ ਲਾ ਰਿਹਾ, ਗੱਲ ਉਹ ਨਹੀਂ ਹੈ। ਗੱਲ ਸਿਰਫ ਇਹ ਹੈ ਕਿ ਦਫਾ 144 ਦੇ ਹੁੰਦਿਆਂ ਇੱਕ ਅਦਾਲਤ ਨੇ ਕੋਈ ਡਿਸੀਜਨ ਦੇਣਾ ਤੇ ਉਹਦੇ ਤੇ ਦਬਾਅ ਬਣਾਉਣ ਦੇ ਲਈ ਪੈਰੋਕਾਰਾਂ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਜਾਣਾ ਤੇ ਬਿਆਨ ਹੀ ਦੇਣਾ ਕਿ ਵੀ ਅਸੀਂ ਸਿਰਫ ਦਰਸ਼ਨ ਕਰਨ ਦੇ ਲਈ ਆਏ ਹਾਂ ਜੀ। ਤੇ ਜਦੋਂ ਅਗਲਾ ਪੱਤਰਕਾਰ ਜਾਂ ਕੋਈ ਸਵਾਲ ਕਰਦਾ ਜੀ ਵੀ ਜੇ ਡਿਸੀਜਨ ਜਿਹੜਾ ਉਹ ਤੁਹਾਡੇ ਐਂਟੀ ਆਉਂਦਾ ਫਿਰ ਤੁਸੀਂ ਕੀ ਸੋਚਦੇ ਹੋ, ਤੇ ਫਿਰ 1 ਸੈਕਿੰਡ 'ਚ ਇੰਡੀਆ ਖਤਮ ਕਰਨ ਦੀਆਂ ਗੱਲਾਂ ਆਉਂਦੀਆਂ ਨੇ।
ਇਹ ਸਮਝੋ ਬਾਹਰ ਗੇਮ ਹੋਈ ਪਈ ਹੈ ਇਸ ਵਕਤ। ਜੇ ਮੈਂ ਥੋੜ੍ਹਾ ਜਿਹਾ ਅਪਡੇਟ ਕਰ ਦਈਏ ਆਪਾਂ, ਬਹੁਤ ਸਾਰੇ ਤੁਸੀਂ ਇਸ ਵਕਤ ਜਿਹੜੇ ਮੈਸੇजेस ਵੀ ਭੇਜ ਰਹੇ ਹੋ ਜੀ। ਮਨਮੋਹਨ ਸਕਸੇਨਾ ਜੀ ਦਾ ਮੈਸੇਜ ਮੈਂ ਪੜ੍ਹ ਰਿਹਾ ਸੀਗਾ ਜੀ ਉਹ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਆਪਾਂ ਇਸ ਕਟਹਿਰੇ 'ਚ ਖੜਾ ਕਰ ਸਕਦੇ ਹਾਂ। ਕੀ ਇਹ ਸਿਰਫ ਤੇ ਸਿਰਫ ਵੋਟ ਬੈਂਕ ਨੂੰ ਬਚਾਉਣ ਦੀ ਸਿਆਸਤ ਹੋ ਰਹੀ ਹੈ? ਦਿਲਬਾਗ ਸਿੰਘ ਜੀ ਕਪੂਰਥਲਾ ਤੋਂ ਕਹਿ ਰਹੇ ਆ ਜੀ। ਲੱਗ ਤਾਂ ਇਹੀ ਰਿਹਾ ਦਿਲਬਾਗ ਜੀ, ਬਾਕੀ ਤੁਸੀਂ ਆਪ ਸਿਆਣੇ ਹੋ ਜੀ। ਇਹ ਵੀ ਆਪਾਂ ਨੂੰ ਇਸ ਵਕਤ ਸੋਸ਼ਲ ਮੀਡੀਆ ਵੀ ਸਾਰਾ ਕੁਝ ਦੱਸ ਰਿਹਾ। ਸੋ ਇਹ ਵਾਰ-ਵਾਰ ਬਹੁਤ ਸਾਰੇ ਮੈਸੇजेस ਜਿਹੜੇ ਬਾਦਲ ਸਾਹਿਬ ਦੀ ਹਮਾਇਤ ਵਾਲੇ ਨੇ ਉਹ ਵਾਰ-ਵਾਰ ਨਸ਼ਰ। ਬਿਲਕੁਲ ਜੀ, ਸਵਾਲ ਲੋਕ ਚੁੱਕਣਗੇ। ਹਾਂ, ਕਿਉਂਕਿ ਗੱਲ ਜਿਹੜੀ ਹੈ ਆਪਣੀ ਕੋਈ ਵੀ ਪਾਰਟੀ ਹੈ ਉਹ ਭੁੱਲ ਜਾਂਦੀ ਹੈ। ਅੱਜ ਯਾਦ ਹੈ ਲੋਕਾਂ ਨੂੰ ਗੱਲ, ਤੁਸੀਂ ਜਦੋਂ ਇਲੈਕਸ਼ਨ ਆਉਣਗੇ ਉਦੋਂ ਇਹੀ ਸਾਰੇ ਜਿੰਨੀਆਂ ਪਾਰਟੀਆਂ ਨੇ ਇਹ ਸਾਰੇ ਉੱਥੇ ਡੰਡੌਤ ਕਰਦੇ ਜਾਣਗੇ, ਉਹੀ ਪਿੱਛਲਾਂ ਦੁਬਾਰਾ ਆਉਣਗੀਆਂ, ਲੇਕਿਨ ਅਸੀਂ ਉਦੋਂ ਨੂੰ ਗੱਲ ਭੁੱਲ ਚੁੱਕੇ ਹੋਵਾਂਗੇ। ਅੱਜ ਸਾਨੂੰ ਤਾਜ਼ੀ ਗੱਲ ਯਾਦ ਹੈ। ਦੂਜੀ ਗੱਲ ਜਿਹੜੀ ਤੁਸੀਂ ਗੱਲ ਆਪਾਂ ਪਹਿਲਾਂ ਕੀਤੀ ਸੀ ਜੀ, ਇਹ ਗੈਰੀਪ੍ਰੀਤ ਜੀ, ਇਹ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਜੀ ਕਿ ਬਾਦਲ ਸਾਹਿਬ ਦਾ ਨਾਮ ਜ਼ਰੂਰ ਲਿਆ ਗਿਆ ਹੈ, ਪਰ ਉਹਨਾਂ ਦੀ ਪਾਰਟੀ ਵੱਲੋਂ ਇਹਦਾ ਕਹਿ ਲਓ ਕਿ ਵੀ ਸਫਾਈ ਦੇ ਦਿੱਤੀ ਗਈ ਹੈ ਜੀ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਹ ਸ਼ਰਾਰਤ ਕੀਤੀ ਹੈ। ਇਸ ਤਰ੍ਹਾਂ ਦਾ ਉਹਨਾਂ ਦੀ ਪਾਰਟੀ ਵੱਲੋਂ ਡੇਰਾ ਨੂੰ ਜਾਂ ਇਹ ਡੇਰਾ ਪ੍ਰੇਮੀਆਂ ਨੂੰ ਕੋਈ ਹਮਾਇਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਬਰਾੜ ਪ੍ਰਗਟ ਜੀ ਪੁੱਛ ਰਹੇ ਨੇ ਕਿਉਂਕਿ ਬਾਬਾ ਜੀ ਕਾਨੂੰਨ ਤੋਂ ਉੱਪਰ ਹੋ ਗਏ। ਦੇਖੋ ਜੀ, ਫਿਲਹਾਲ ਤਾਂ ਲੱਗ ਇਹੀ ਰਿਹਾ ਜੋ ਹਾਲਾਤ ਨੇ। ਇਸ ਤੋਂ ਇਲਾਵਾ ਜੀ ਇੰਟਰਨੈਟ ਦੀ ਗੱਲ ਕਰ ਰਹੇ ਜੀ। ਹਰਜੀਤ ਵੀਰੇਵਾਲਾ ਜੀ ਕਹਿ ਰਹੇ ਨੇ ਕਿ ਵੀ ਇੰਟਰਨੈਟ ਬੰਦ ਨਹੀਂ ਹੋਇਆ, ਅਜੇ ਚੱਲ ਰਿਹਾ ਹੈ। 3 ਵਜੇ ਬੰਦ ਹੋ ਜਾਣਾ ਸੀ। ਜੇ ਬੰਦ ਹੋ ਜਾਂਦਾ ਤਾਂ ਨਾ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋਣਾ ਸੀ, ਨਾ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹੋਣਾ ਸੀ ਜੇ ਇੰਟਰਨੈਟ ਹੋ ਜਾਂਦਾ। ਪਰ ਹਾਂ, ਕਿਹਾ ਜਾ ਰਿਹਾ ਕਿ ਜਿਹੜੇ ਅਜੇ ਕਲੋਜ਼ ਏਰੀਆਜ਼ ਨੇ ਉੱਥੋਂ ਪੰਚਕੂਲਾ, ਚੰਡੀਗੜ੍ਹ ਜਾਂ ਪੰਜਾਬ ਦੇ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜ਼ਰੂਰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਕੁਝ ਜਗ੍ਹਾ ਦੇ ਉੱਪਰ ਰੋਕਿਆ ਗਿਆ। ਐਂਡ ਕੁਝ ਜਗ੍ਹਾ ਦੇ ਉੱਪਰ ਇਹ ਮੈਸੇਜ ਕਨਵੇ ਕਰ ਦਿੱਤਾ ਗਿਆ ਜੀ ਕਿ ਜੇ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਤਾਂ ਇਮੀਡੀਏਟਲੀ ਤੁਸੀਂ ਇਹਨਾਂ ਸੇਵਾਵਾਂ ਨੂੰ ਬੰਦ ਕਰ ਦੇਣਾ। ਅੱਛਾ ਜੀ, ਲੱਕੀ ਬਰਾੜ ਜੀ ਪੁੱਛ ਰਿਹਾ ਵੈਸੇ ਤਾਂ ਬੇਟਾ ਬਾਈ ਤੁਸੀਂ ਦੱਸ ਸਕਦੇ ਕੋਈ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ? ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਇੰਟਰਨੈਟ ਵਾਲੀ, ਤੇ ਉਦੋਂ ਪਹਿਲਾਂ ਗੱਲ ਕੀਤੀ ਸੀ ਵੀ ਬੋਝ ਪੈ ਰਿਹਾ। ਆਪਾਂ ਉਹ ਗੱਲਾਂ ਦੋ ਬੜੀਆਂ ਅਹਿਮ ਨੇ। ਜੀ ਜੀ, ਜ਼ਰੂਰ ਜ਼ਰੂਰ। ਇੱਕ ਤਾਂ ਇਹ ਹੈ ਕਿ ਜਿਹੜੀ ਆਰਮੀ ਜਾਂ ਜਿਹੜੀ ਕੋਈ ਪੈਰਾਮਿਲਟਰੀ ਫੋਰਸ ਜਾਂ ਰੈਫ ਜਾਂ ਹੋਰ ਕੋਈ ਜਿਹੜੀ CRPF ਜਿਹੜੀ ਆ ਗਈ, ਜੀ ਜੀ, ਉਹ ਇਹ ਤਾਂ ਹੈ ਨਹੀਂ ਵੀ ਉਹ ਸਵਿੱਚ ਬੰਦ ਕਰ ਦਿਓ, ਕੱਲ੍ਹ ਨੂੰ ਵੀ ਫੈਸਲਾ ਆ ਗਿਆ ਤੇ ਤੁਸੀਂ ਜਾਓ ਵਾਪਸ। ਉਹਨਾਂ ਨੇ 1 ਮਹੀਨੇ ਦਾ ਜਿਹੜਾ ਪੈਸਾ ਹੈਗਾ ਗਵਰਨਮੈਂਟ ਤੋਂ ਪਹਿਲਾਂ ਜਮ੍ਹਾਂ ਕਰਵਾਇਆ। ਜੀ ਜੀ, 31 ਤਰੀਕ ਤੱਕ ਇਹ ਮਾਹੌਲ ਇਸ ਤਰ੍ਹਾਂ ਹੀ ਰਹਿਣਾ ਹੈ। ਇਹ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਇਹ ਰਿਐਲਿਟੀ ਇਹ ਹੈ। ਅੱਛਾ ਜੀ, ਆ ਵਧੀਆ ਗੱਲ ਹੈ ਜੀ। ਮੈਂ ਇੱਕ ਵਾਰ ਜ਼ਰੂਰ ਆਪਣੇ ਦਰਸ਼ਕਾਂ ਨੂੰ ਕਹਾਂ, ਆਪਾਂ ਜ਼ਰੂਰ ਸੁਣਦੇ ਹਾਂ ਅੰਦਰਲੀ ਘੁੰਡੀ ਜੀ ਬੇਟਾ ਭਾਈ, ਕਿਉਂਕਿ ਜਦੋਂ ਡਿਟੇਲ 'ਚ ਸਮਝਾਓ ਕਿ ਤੁਹਾਨੂੰ ਇਹ ਕਿਉਂ ਲੱਗ ਰਿਹਾ ਇੱਦਾਂ ਕਿ ਵੀ ਇਹ 31 ਅਗਸਤ ਤੱਕ ਜਾਏਗਾ। ਬਿਲਕੁਲ, ਇਹਦੀ ਜਿਉਂਦੀ ਜਾਗਦੀ ਮਿਸਾਲ ਤਾਂ ਅਸੀਂ ਇਲੈਕਸ਼ਨ ਲੰਘ ਕੇ ਹਟੇ ਹਾਂ ਜੀ। ਚੋਣਾਂ ਹੋਈਆਂ, ਡੱਬਿਆਂ ਦੀ ਰਾਖੀ ਲਈ, ਡੱਬਿਆਂ ਦੀ ਰਾਖੀ ਤੋਂ ਬਾਅਦ ਰਿਜ਼ਲਟ ਆਇਆ, ਰਿਜ਼ਲਟ ਤੋਂ ਬਾਅਦ ਤੀਜੇ ਚੌਥੇ ਦਿਨ ਉਹ ਗਏ। ਉਹ ਖਬਰਾਂ ਜੋ ਆਈਆਂ ਤੁਹਾਨੂੰ ਵੀ ਪਤਾ ਵੀ ਉਹਨਾਂ ਨੇ ਕੀ ਖਾਧਾ, ਕੀ ਕੀਤਾ, ਕਈ ਜਗ੍ਹਾ ਦੇ ਉੱਤੇ ਕੀ ਕੁਛ ਹੋਇਆ, ਉਹ ਆਪਾਂ ਉਧਰ ਨਹੀਂ ਜਾਂਦੇ ਕਿਉਂਕਿ ਉਹ ਵਿਸ਼ਾ ਨਹੀਂ ਸਾਡਾ, ਆਪਾਂ ਉਧਰ ਨਹੀਂ ਜਾਂਦੇ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ, ਕੁੰਡੀ ਕੀ ਹੈ? ਕੁੰਡੀ ਇਹ ਹੈ ਕਿ ਜਦੋਂ ਤੁਸੀਂ ਹੁਣ ਸਾਰੀ ਮੁਲਕ ਦੀਆਂ ਨਜ਼ਰਾਂ ਇਸ ਗੱਲ 'ਤੇ ਹੈ ਬਿਲਕੁਲ ਵੀ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ, ਬਲੈਕਮੇਲ ਕੀਤਾ ਜਾ ਰਿਹਾ ਹੈ, ਉੱਥੇ ਡੇਰਾ ਪ੍ਰੇਮੀ ਇਕੱਠੇ ਹੋ ਗਏ, ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਔਰ ਕੁਛ ਅਕਾਲੀ ਆਗੂਆਂ ਦੇ ਜਾਂ ਦੂਜਿਆਂ ਦੇ ਨਾਮ ਲੱਗਣ ਲੱਗ ਪਏ ਵੀ ਹਮਾਇਤ। ਹੁਣ ਕੱਲ੍ਹ ਨੂੰ ਕਿਸੇ ਹੋਰ ਪਾਰਟੀ ਦਾ ਆਊਗਾ ਵੀ ਦੇਖੋ ਜੀ ਅਸੀਂ ਹਮਾਇਤ ਕਰਦੇ ਹਾਂ। ਔਰ ਇਹ ਜਦੋਂ ਸਾਰਾ ਭੰਬਲ ਭੂਸਾ ਇੱਕ ਕ੍ਰੀਏਟ ਕੀਤਾ ਜਾ ਰਿਹਾ ਮਾਹੌਲ, ਇਸ ਤਰ੍ਹਾਂ ਦਾ ਡਰ ਦਾ ਮਾਹੌਲ, ਸਹਿਮ ਦਾ ਮਾਹੌਲ। ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਨੇ ਯੂਨੀਵਰਸਿਟੀ ਨੇ ਆਪਣੀਆਂ ਪ੍ਰੀਖਿਆਵਾਂ 25 ਨੂੰ ਲੈਣੀਆਂ ਸੀ, ਰੱਦ ਕਰ ਦਿੱਤੀਆਂ। ਕਾਲਜਾਂ ਨੇ ਛੁੱਟੀਆਂ ਕਰ ਦਿੱਤੀਆਂ। ਜੀ ਜੀ, 2 ਦਿਨ ਸਕੂਲ ਕਾਲਜ ਕਦੇ ਨਹੀਂ ਬੰਦ ਹੋਏ। ਲੋਕਾਂ ਨੇ ਆਪਣੇ ਜੀ ਵਿਆਹ ਸ਼ਾਦੀਆਂ ਭੋਗ ਅੱਗੇ ਪਿੱਛੇ ਕਰਤੇ। ਮੈਂ ਕਹਿੰਦਾ ਜੀ ਉਹ ਤਾਂ ਤੁਸੀਂ ਉਹਦਾ ਇੱਕ ਬਹੁਤ ਵੱਡੀ ਗੱਲ ਹੋਈ ਹੈ। ਯੂਨੀਵਰਸਿਟੀ ਦਾ ਕਦੇ ਪੇਪਰ ਰੱਦ ਨਹੀਂ ਹੋਇਆ ਇਸ ਤਰ੍ਹਾਂ। ਬਿਲਕੁਲ। ਔਰ ਇੰਟਰਨੈਟ ਸੇਵਾ ਜਿਹੜੀ ਤੁਸੀਂ ਬੰਦ ਕਰਨ ਦੀ ਗੱਲ ਕਰ ਰਹੇ ਹੋ, ਉਹ ਟੀਕਾ ਜਦੋਂ ਕਿ ਆਪਾਂ ਬਚਪਨ 'ਚ ਦੇਖੇ ਨਾ ਵੀ ਡਾਕਟਰ ਆਪਣੇ ਸਾਹਮਣੇ ਭਰਦਾ ਟੀਕਾ, ਤੇ ਫਿਰ ਆਪਾਂ ਨੂੰ ਲੱਗਦਾ ਵੀ ਲੱਗੂਗਾ ਇੱਥੇ। ਇੰਟਰਨੈਟ ਬੰਦ ਵਾਲਾ ਟੀਕਾ ਸਾਨੂੰ ਦਿਖਾਤਾ ਹੈ। ਉਹਦੇ ਵਿੱਚ ਵੀ ਜ਼ਿਕਰ ਕੀਤਾ ਜਾ ਰਿਹਾ ਜੀ। ਇੱਥੇ ਨਵਰਾਜ ਸਿੰਘ ਜੀ ਦਾ ਮੈਸੇਜ ਸੀ, ਉਹ ਕਹਿੰਦੇ 25 ਨੂੰ ਬੰਦ ਹੋਣਾ 3 ਵਜੇ ਇੰਟਰਨੈਟ। ਨਵਰਾਜ ਜੀ, ਇਹ ਵੀ ਕਨਫਿਊਜ਼ਨ ਹੀ ਹੈ ਕਿ ਇਹ ਇਮੀਡੀਏਟਲੀ ਪਹਿਲਾਂ ਬੰਦ ਕੀਤਾ ਜਾਣਾ ਜਾਂ ਉਸ ਮੌਕੇ 'ਤੇ ਬੰਦ ਹੋਣਾ ਜਾਂ ਉਸ ਤੋਂ ਬਾਅਦ ਤੱਕ ਵੀ ਬੰਦ ਰਹੇਗਾ। ਰੀਜ਼ਨ ਬੀਇੰਗ ਕਿ ਅਫਵਾਹਾਂ ਜਿਹੜੀਆਂ ਨੇ ਜਾਂ ਜਿਹੜੇ ਬਹੁਤ ਸਾਰੇ ਮੈਸੇजेस ਬਣਾ ਕੇ ਭੇਜੇ ਜਾਂਦੇ, ਜਿੱਦਾਂ ਅੱਜ ਤੋਂ ਹੀ ਕੱਲ੍ਹ ਤੋਂ ਹੀ ਉਹ ਰਾਤੀ ਚੱਲਿਆ ਸੀ ਨਾ ਜੀ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਦਿੱਤੀ ਹੈ,
ਉਹੋ ਜਿਹੀਆਂ ਚੀਜ਼ਾਂ ਦਾ ਕਰਕੇ ਕਿ ਹੋਰ ਕੌਣ ਹਮਾਇਤ ਦੇ ਰਿਹਾ, ਜਾਂ ਕੋਈ ਇਹੋ ਜਿਹਾ ਡਿਸੀਜਨ ਆ ਜਾਵੇ ਜੀ ਕਿ ਜੱਜ ਸਾਹਿਬ ਨੇ ਕੁਝ ਆਹ ਕਹਿ ਦਿੱਤਾ ਜੀ, ਹੈ ਨਾ, ਉਹੋ ਜਿਹੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਹੀ ਇਹ ਪਹਿਲਾਂ ਤੋਂ ਸਾਰੀਆਂ ਜਿਹੜੀਆਂ ਮੈਜਰਸ ਨੇ ਕੀਤੇ ਜਾ ਰਹੇ ਆ। ਪਰ ਜਿਹੜਾ ਸਵਾਲ ਹੈ, ਇੱਕ ਬੜਾ ਵਧੀਆ ਜ਼ਿਕਰ ਇੱਥੇ ਆਇਆ ਸੀ, ਇਹ ਲਾਡੀ ਢਿੱਲੋਂ ਜੀ ਦਾ ਕਹਿਣਾ, ਉਹ ਕਹਿੰਦੇ ਜੀ ਕਿ ਦੇਖੋ ਰੀਸੈਂਟਲੀ ਵੋਟਾਂ ਹੋਈਆਂ ਪੰਜਾਬ ਦੇ ਵਿੱਚ, ਤਾਂ ਪਿੰਡਾਂ ਦੇ ਵਿੱਚ 15-15 20-20 ਲੱਖ ਰੁਪਈਆ ਪਹੁੰਚ ਗਿਆ ਸੀ, ਉਦੋਂ ਵੀ ਨਾਕੇ ਲੱਗੇ ਸੀ। ਗੱਲ ਦੇਖੋ ਤੁਸੀਂ, ਆਪਾਂ ਇਹ ਕਹਿ ਦਿੰਦੇ ਹਾਂ ਜੀ ਹੁਣ ਆਲੂਆਂ ਦੀਆਂ ਬੋਰੀਆਂ ਪਹੁੰਚ ਗਈਆਂ। ਹਾਂ, ਆਲੂ ਵਾਲੀਆਂ ਬੋਰੀਆਂ ਵੀ ਪਹੁੰਚ ਗਈਆਂ, ਲੰਗਰ ਵੀ ਚੱਲਣ ਲੱਗ ਪਿਆ। ਸੋ ਕਹਿਣ ਤੋਂ ਭਾਵ ਇਹ ਹੈ ਜੀ ਕਿ ਆਪਾਂ ਇਹ ਕਹਿੰਦੇ ਹਾਂ ਜੀ ਨਾਕਾ ਵੀ ਲੱਗਾ, ਸਿਕਿਉਰਿਟੀ ਵੀ ਟਾਈਟ ਹੈ, 144 ਵੀ ਲੱਗੀ ਹੈ। ਇਹਦਾ ਮਤਲਬ ਇਹ ਹੈ ਕਿ ਵੀ ਕਿਤੇ ਨਾ ਕਿਤੇ ਡਬਲ ਸਟੈਂਡਰਡਸ ਇਸ ਕੰਟਰੀ ਦੇ ਵਿੱਚ ਹੈਗੇ। ਗੁਰਪ੍ਰੀਤ ਜੀ, ਗੱਲ ਸੱਚੀ ਹੈ, ਕੌੜੀ ਲੱਗੂਗੀ। ਜੀ ਜੀ। ਡੇਰਾ ਮੁਖੀ ਦਾ ਜਿਹੜਾ ਉੱਥੇ ਡੇਰਾ ਬਣਿਆ ਹੋਇਆ, ਜੀ ਜੀ। ਪੰਜਾਬ ਦੇ ਵਿੱਚ ਵੀ ਡੇਰੇ ਨੇ 145 ਜਾਂ 144 ਡੇਰੇ ਨੇ, ਹਰਿਆਣੇ 'ਚ, ਰਾਜਸਥਾਨ 'ਚ ਬਹੁਤ ਜਗ੍ਹਾ ਤੇ ਡੇਰੇ ਨੇ। ਡੇਰੇ ਦਾ ਆਪਣਾ ਸਿਆਸੀ ਵਿੰਗ ਬਣਿਆ ਹੋਇਆ, ਜਦੋਂ ਚੋਣਾਂ ਹੁੰਦੀਆਂ ਉਹ ਸਿਆਸੀ ਵਿੰਗ ਗੱਲ ਕਰਦਾ, ਜੀ ਜੀ, ਨੈਗੋਸ਼ੀਏਸ਼ਨ ਉਹ ਕਰਦਾ ਵੀ ਇੰਨੀਆਂ ਵੋਟਾਂ, ਇੰਨੇ ਬੰਦੇ, ਆਹ ਸਾਡੀ ਜੋ ਵੀ ਸ਼ਰਤ ਹੈ ਜਾਂ ਜੋ ਵੀ ਹੈ। ਜੀ ਜੀ ਜੀ। ਔਰ ਇਸੇ ਤਰ੍ਹਾਂ ਹੀ ਉੱਥੇ ਮੁਲਾਜ਼ਮ ਜਥੇਬੰਦੀਆਂ ਦਾ, ਪੁਲਿਸ ਵਿੰਗ, ਸਾਬਕਾ ਫੌਜੀਆਂ ਦਾ ਵਿੰਗ, ਐਜੂਕੇਸ਼ਨ ਲੈਵਲ ਦਾ ਵਿਦਿਆਰਥੀ ਵਿੰਗ, ਇਸਤਰੀ ਵਿੰਗ, ਸੁਜਾਨ ਭੈਣਾਂ, ਉਹ ਸਾਰੇ ਵਿੰਗ ਬਣੇ ਹੋਏ ਨੇ। ਬਿਲਕੁਲ। ਡੇਰੇ ਦਾ ਕੋਈ ਵੀ ਕੰਮ ਹੋਵੇ ਉਹ ਵਿੰਗ ਨੂੰ ਪੁੱਛਿਆ ਜਾਂਦਾ ਹੈ, ਚਾਹੇ ਕੋਈ ਲੇਬਰ ਹੋਵੇ, ਚਾਹੇ ਕੋਈ ਨਵੀਂ ਕੰਸਟਰਕਸ਼ਨ ਕਰਨੀ ਹੋਵੇ, ਕੋਈ ਇਲੈਕਟ੍ਰਿਸਿਟੀ ਦਾ ਕੰਮ ਕਰਨਾ ਹੋਵੇ, ਉਹਨਾਂ ਕੋਲੇ ਇੰਨਾ ਕੁ ਜ਼ਿਆਦਾ ਆਪਣਾ ਤਾਮ ਝਾਮ ਹੈ ਕਿ ਉਹਨਾਂ ਨੂੰ ਬਾਹਰ ਦੇ ਬੰਦੇ ਦੀ ਲੋੜ ਨਹੀਂ। ਆ ਤੁਸੀਂ ਵਧੀਆ ਗੱਲ ਕੀਤੀ ਆ। ਆਪਾਂ ਮੇਰਾ ਖਿਆਲ ਵਿਜ਼ੂਅਲਸ ਵੀ ਦੇਖ ਸਕਦੇ ਹਾਂ ਇਸ ਵਕਤ ਕਿ ਬਾਬਾ ਜੀ ਜਦੋਂ ਟਰੈਵਲ ਕਰਦੇ ਆ ਤਾਂ ਉਹਨਾਂ ਦੀ ਸਿਕਿਉਰਿਟੀ ਕਿਵੇਂ ਹੁੰਦੀ ਆ, ਤੇ ਗੱਡੀਆਂ ਕਿਵੇਂ ਹੁੰਦੀਆਂ ਨੇ, ਤੇ ਟ੍ਰੈਫਿਕ ਜਿਹੜਾ ਉਹਨੂੰ ਕਿਵੇਂ ਰੋਕ ਦਿੱਤਾ ਜਾਂਦਾ। ਸੋ ਮੇਰੇ ਖਿਆਲ ਨਾਲ ਇੱਦਾਂ ਤਾਂ ਪੰਜਾਬ ਦੇ ਵਿੱਚ ਹੋ ਸਕਦਾ ਵੀ, ਪੰਜਾਬ ਕਹਿ ਰਿਹਾ ਸੌਰੀ, ਇੰਡੀਆ ਦੇ ਵਿੱਚ ਕਿਸੇ ਵੱਡੇ ਤੋਂ ਵੱਡੇ ਲੀਡਰ ਦੀ ਵੀ ਸਿਕਿਉਰਿਟੀ ਇੱਦਾਂ ਦੀ ਨਹੀਂ ਹੈਗੀ ਜਿਸ ਤਰ੍ਹਾਂ ਇਹ ਲੀਡਰ ਦੀ ਬਾਬਾ ਜੀ ਦੀ ਸਿਕਿਉਰਿਟੀ ਹੈ। ਚਲੋ ਆਪਾਂ ਇਹਦੇ ਵਿੱਚ ਦੋ ਚਾਰ ਚੀਜ਼ਾਂ ਐਡ ਕਰੀਏ। ਜਿੱਦਾਂ ਇੱਕ ਬਰਾੜ ਪ੍ਰਗਟ ਹੋਰਾਂ ਦਾ ਮੈਸੇਜ ਹੈ, ਉਹ ਕਹਿੰਦੇ ਕਿ ਅੰਡਰ 376 ਮਿਨੀਮਮ ਪਨਿਸ਼ਮੈਂਟ ਜਿਹੜੀ ਉਹ 7 ਸਾਲ ਦੀ ਹੈ। ਸਜ਼ਾ ਦੀ ਗੱਲ ਕਰਦੇ, ਸਜ਼ਾ ਦੀ ਗੱਲ ਕਰ ਰਿਹਾ। ਜਸ ਬਰਾੜ ਜੀ ਪੁੱਛ ਰਿਹਾ ਜੀ ਕੀ ਅੱਜ ਰਾਤ ਤੱਕ ਪੰਚਕੂਲੇ ਚੋਂ ਡੇਰਾ ਪ੍ਰੇਮੀਆਂ ਨੂੰ ਕੱਢ ਦਿੱਤਾ ਜਾਵੇਗਾ? ਦੇਖੋ ਜੀ, ਇਹ ਕਿਹਾ ਜ਼ਰੂਰ ਗਿਆ, ਹਾਈ ਕੋਰਟ ਵੱਲੋਂ ਵੀ ਕਿਹਾ ਗਿਆ, ਉੱਪਰੋਂ ਈਵਨ ਸੈਂਟਰ ਨੂੰ ਵੀ ਕਿਹਾ ਗਿਆ ਕਿ ਤੁਸੀਂ ਇਹਦੇ ਵਿੱਚ ਜ਼ਰੂਰ ਕੁਛ ਨਾ ਕੁਛ ਦੇਖੋ ਤੇ ਸਾਰੇ ਕੁਛ ਨੂੰ ਸਹੀ ਕਰੋ ਤਾਂ ਜੋ ਅਦਾਲਤ ਆਪਣਾ ਡਿਸੀਜਨ ਜਿਹੜਾ ਉਹ ਸਹੀ ਦੇ ਸਕੇ। ਹੁਣ ਉਹ ਹੁੰਦਾ ਕਿ ਨਹੀਂ ਹੁੰਦਾ, ਜੇ ਉਹ ਆਉਣ ਵੇਲੇ ਨਹੀਂ ਰੋਕਿਆ ਗਿਆ ਤਾਂ ਕੱਢਣ ਦੀ ਤਾਂ ਕਿਹਦੇ 'ਚ ਹਿੰਮਤ ਹੈ। ਇੱਕ ਜਸ਼ਨ ਮਾਨ ਹੋਰਾਂ ਦਾ ਮੈਸੇਜ ਹੈ, ਉਹ ਕਹਿੰਦੇ ਕਿ ਦੇਖੋ ਇਹ ਜਿਹੜਾ ਸਾਰਾ ਖਰਚਾ ਹੈ ਉਹ ਡੇਰੇ ਨੂੰ ਪਾਉਣਾ ਚਾਹੀਦਾ। ਪੈਰਾਮਿਲਟਰੀ ਫੋਰਸਿਸ ਦੀ ਗੱਲ ਕਰ ਰਿਹਾ, 500 ਕਰੋੜ ਦਾ ਖਰਚਾ ਹੈ। ਉਹ ਕਹਿੰਦੇ ਕਿ ਜਦੋਂ ਗੁਰਦਾਸਪੁਰ ਦੇ ਵਿੱਚ ਟੈਰਰ ਅਟੈਕ ਹੋਇਆ ਸੀ ਤਾਂ ਕੋਈ 18 ਕਰੋੜ ਦੇ ਕਰੀਬ ਜਿਹੜਾ ਬਿੱਲ ਸੀ ਉਹ ਪੰਜਾਬ ਨੂੰ ਪਾ ਦਿੱਤਾ ਗਿਆ। ਬਿਲਕੁਲ, ਬਾਅਦ ਦੇ ਵਿੱਚ ਚਲੋ ਉਹਦੀ ਮਾਫੀ ਵੀ ਕਰਵਾ ਲਈ ਗਈ ਸੀ, ਉਹ ਵੱਖਰਾ ਕੇਸ ਹੈ। ਪਰ ਜੇ ਉਹ 18 ਕਰੋੜ ਦਾ ਉਦੋਂ ਹੋ ਗਿਆ ਤੇ 500 ਕਰੋੜ ਆਪਾਂ ਹੁਣ ਗੱਲ ਕਰ ਰਹੇ ਹਾਂ, ਤਾਂ ਇਹ 500 ਕਰੋੜ ਰੁਪਏ ਦਾ ਬਿੱਲ ਡੇਰੇ ਨੂੰ ਪਾਉਣਾ ਚਾਹੀਦਾ। ਇਸ ਤਰ੍ਹਾਂ ਦੀਆਂ ਉਹ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ। ਗੁਰਪ੍ਰੀਤ ਜੀ, ਇਹਦੇ 'ਚ ਇੱਕ ਛੋਟੀ ਜਿਹੀ ਗੱਲ ਮੈਂ ਐਡ ਕਰਾਂਗਾ। ਆ ਗਿੱਲ ਜਗਸੀਰ ਹੋਰਾਂ ਦਾ ਬੜਾ ਵਧੀਆ ਮੈਸੇਜ ਮੈਨੂੰ ਲੱਗਾ। ਉਹ ਕਹਿੰਦੇ ਵੀ ਕੋਰਟ ਨੇ ਡਿਸੀਜਨ ਲੈਣਾ ਜੀ, ਲੋਕਾਂ ਦਾ ਕੀ ਕਸੂਰ ਹੈ? ਆ ਸਵਾਲ ਹੀ ਬਣ ਗਿਆ, ਮੈਨੂੰ ਦਿਓ ਜਵਾਬ ਜ਼ਰਾ। ਬਿਲਕੁਲ, ਲੋਕਾਂ ਦਾ ਕਸੂਰ ਇਹੀ ਹੈ ਕਿ ਉਹ ਇੰਡੀਆ ਜੰਪੇ। ਇੱਕ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਵੀ 500 ਕਰੋੜ ਨਹੀਂ ਜੀ। ਤੁਸੀਂ ਕੱਲ ਨੂੰ ਰੇਲਵੇ ਮਿਨਿਸਟਰ ਪ੍ਰਭੂ ਜੀ ਦਾ ਬਿਆਨ ਪੜ੍ਹਿਓ ਜੀ ਕਿ 1 ਘੰਟੇ 'ਚ ਜੇ ਰੇਲ ਰੁਕਦੀ ਹੈ ਤਾਂ ਉਹ ਕਿੰਨੇ ਬੋਝ ਸਾਡੇ ਤੇ ਪੈਂਦਾ, ਕਿੰਨੇ ਕਰੋੜ ਦਾ ਨੁਕਸਾਨ। ਬਿਲਕੁਲ ਸਹੀ ਗੱਲ। ਜੇ ਪਾਰਲੀਮੈਂਟ ਦਾ ਸੈਸ਼ਨ 1 ਘੰਟੇ ਲਈ ਰੁਕਦਾ ਹੈ ਤਾਂ 1 ਮਿੰਟ ਲਈ ਰੁਕਦਾ ਹੈ, ਮਾਫ ਕਰਨਾ ਜੀ, ਤਾਂ ਕੋਈ ਮੇਰੇ ਖਿਆਲ 8,60,000 ਰੁਪਏ ਦਾ ਜਿਹੜਾ ਹੈਗਾ ਬੋਝ ਪੈਂਦਾ। ਤੁਸੀਂ ਘੰਟੇ ਦਾ ਹਿਸਾਬ ਲਾ ਲਓ ਆਪੇ। ਬਿਲਕੁਲ। ਤੇ ਇਹ ਤਾਂ ਸਾਰਾ ਦੇਸ਼ ਰੋਕ ਦਿੱਤਾ। ਚਲੋ ਦੇਸ਼ ਨੂੰ ਵੀ ਛੱਡੋ, ਉੱਤਰ ਭਾਰਤ ਦੇ ਵਿੱਚ ਤਾਂ ਇਹ ਸਾਰਾ ਵਿਘਨ ਪਿਆ ਨਾ। ਬਿਲਕੁਲ ਜੀ। ਜੇ ਅਸੀਂ ਦੂਜੇ ਪਾਸੇ ਕਹਿੰਦੇ ਆ, ਮੋਟੇ ਆਪਾਂ ਇਹ ਕਹਿ ਲਈਏ ਕਿ ਵੀ 3-4 ਰਾਜ ਜਿਹੜੇ ਨੇ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਪਲੱਸ ਚੰਡੀਗੜ੍ਹ ਟੈਰੀਟਰੀ ਜਿਹੜੀ ਹੈ ਉਹਦੇ ਆਸ-ਪਾਸ ਜੋ ਕੁਝ ਵੀ ਹੈਗਾ ਉੱਥੋਂ ਤੱਕ ਇਹਦਾ ਅਸਰ ਜਾਣਾ, ਈਵਨ ਦਿੱਲੀ ਤੱਕ ਵੀ ਹੈ। ਬਿਲਕੁਲ। ਗੁਰਪ੍ਰੀਤ ਜੀ, ਰਾਜਸਥਾਨ ਤੋਂ ਜਿੰਨਾ ਵਪਾਰ ਜੰਮੂ ਜਾਣਾ ਉਹ ਸਾਰਾ ਇਸ ਸਾਡੀ ਇਸ ਲਾਈਨ ਤੇ ਜਾਣਾ ਹੈ। ਜੀ। ਪੰਜਾਬ ਤੋਂ ਤੁਸੀਂ ਇੱਧਰੋਂ ਬਠਿੰਡੇ ਡੱਬ ਵਾਲੀਓਂ ਲੰਘ ਜਾਓ ਜੀ, ਜਾਂ ਇੱਧਰੋਂ ਮੁਕਤਸਰ ਵਾਲੇ ਪਾਸੇ, ਜਾਂ ਫਿਰੋਜ਼ਪੁਰ ਵਾਲੇ ਪਾਸੇ, ਜਾਂ ਪਟਿਆਲੇ ਵਾਲੇ ਪਾਸੇ ਜੀ। ਬਿਲਕੁਲ। ਉਹਨੇ ਸਾਰੇ ਨੇ ਇੱਥੋਂ ਹੀ ਕ੍ਰਾਸ ਕਰਨਾ ਹੈ। ਔਰ ਰਾਜਸਥਾਨ ਦੀ ਜਿਹੜੀ ਟਰਾਂਸਪੋਰਟ ਹੈ ਉਹ ਰੀੜ੍ਹ ਦੀ ਹੱਡੀ ਆ ਉੱਥੋਂ ਦੇ ਲੋਕਾਂ ਦੀ। ਬਿਲਕੁਲ। ਕਿਉਂਕਿ ਮਾਰਬਲ ਨਿਕਲਦਾ। ਬਿਲਕੁਲ। ਉਹ ਸਾਰਾ ਤੁਸੀਂ ਦੇਖ ਲਓ ਕਿੰਨਾ ਵਾਇਲਟ ਹੋਏਗਾ ਦਿਹਾੜੀਦਾਰ ਬੰਦੇ। ਜਿਹੜੀ ਸਜ਼ਾ ਵਾਲੀ ਗੱਲ ਕੀਤੀ ਹੈ, ਜੇ 3 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਜੀ ਤਾਂ ਕਿਸੇ ਵੀ ਵਿਅਕਤੀ 'ਤੇ ਜਿਸ 'ਤੇ ਵੀ ਇਹ ਕੋਈ ਦੋਸ਼ ਲੱਗਦੇ ਹੋਣ, ਕੋਈ ਵੀ ਵਿਅਕਤੀ ਕਾਨੂੰਨ ਦੀ ਨਜ਼ਰ ਦੇ ਵਿੱਚ 3 ਸਾਲ ਤੋਂ ਵੱਧ ਜੇਕਰ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਜੇਲ੍ਹ ਜਾਣਾ ਪਏਗਾ।
ਯਾਨੀ ਕਿ ਜੇ 3 ਸਾਲ ਇੱਕ ਦਿਨ ਜੀ ਦੀ ਸਜ਼ਾ ਹੁੰਦੀ ਹੈ ਤਾਂ ਜੇਲ੍ਹ ਜਾਣਾ ਪਏਗਾ, 3 ਸਾਲ ਤੱਕ ਜ਼ਮਾਨਤ ਹੋ ਜਾਂਦੀ ਜ਼ਮਾਨਤ ਹੋ ਜਾਂਦੀ ਹੈ ਬੌਂਡ ਭਰਾ ਕੇ। ਜੀ। ਔਰ ਦੂਜੀ ਗੱਲ, ਮੈਂ ਇੱਕ ਛੋਟੀ ਜਿਹੀ ਗੱਲ ਹੋਰ ਤੇ ਜੇ ਆਪਾਂ 3 ਸਾਲ 1 ਦਿਨ ਮੰਨ ਲਓ 3 ਸਾਲ ਤੋਂ ਜ਼ਿਆਦਾ ਸਜ਼ਾ ਦੀ ਗੱਲ ਹੁੰਦੀ ਹੈ ਤਾਂ ਫਿਰ ਮਿਨੀਮਮ ਕਿੰਨੇ ਦਿਨ ਜੇਲ੍ਹ ਕੱਟਣੀ ਪੈਂਦੀ ਹੈ? ਦੇਖੋ, ਉਹ ਤਾਂ ਕਾਨੂੰਨ ਨੇ ਦੇਖਣਾ ਹੈ ਕਿ ਇਹ ਸਜ਼ਾ ਬਾਮਸ਼ੱਕਤ ਹੈ ਜਾਂ ਇਹ ਆਮ ਸਜ਼ਾ, ਸਧਾਰਨ ਸਜ਼ਾ ਹੈ। ਇਹ ਉਹ ਦੋ ਸਜ਼ਾ ਦੇ ਜਿਹੜੇ ਵੱਖਰੇਵੇਂ ਨੇ ਜੀ। ਉਹਦੇ 'ਚ ਦੇਖਣਾ ਹੈ ਕਾਨੂੰਨ ਨੇ, ਅਦਾਲਤ ਨੇ ਦੇਖਣਾ ਹੈ ਕਿ ਉਹਦੇ 'ਚ ਕੀ ਆਰਡਰ ਲਿਖਦੀ ਹੈ। ਇਹ ਜ਼ਰੂਰੀ ਨਹੀਂ ਕਿ ਇੱਕ ਸਜ਼ਾ ਜੇ ਕਿਸੇ ਨੂੰ ਮਿਲੀ ਤਾਂ ਦੂਜੇ ਨੂੰ ਵੀ ਉਹੀ ਮਿਲੂਗੀ ਜੀ। ਉਹਦੇ 'ਚ ਹੋਰ ਵੀ ਕਈ, ਹੁਣ ਤੁਸੀਂ ਦੇਖੋ ਜੇ ਕੱਲ੍ਹ ਦੀ ਗੱਲ ਹੈ, ਕੱਲ੍ਹ ਸੀਗਾ ਸੈਕਟਰ 16 ਚੰਡੀਗੜ੍ਹ ਦਾ ਜਿਹੜਾ ਸਟੇਡੀਅਮ ਹੈ ਉਹਨੂੰ ਜੇਲ੍ਹ 'ਚ ਬਦਲ ਦਿੱਤਾ ਗਿਆ। ਅੱਜ ਜਿਹੜੇ ਉੱਥੋਂ ਦੇ ਪੰਚਕੂਲਾ ਦੇ 5 ਸੈਕਟਰ ਦਾ ਜਿਹੜਾ ਤਾਊ ਦੇਵੀ ਲਾਲ ਸਟੇਡੀਅਮ ਹੈ ਉਹਨੂੰ ਜੇਲ੍ਹ 'ਚ ਬਦਲ ਦਿੱਤਾ ਗਿਆ। ਜੀ। ਆਰਜੀ ਜੇਲ੍ਹਾਂ ਹੈ। ਜਦੋਂ ਸਿਆਸੀ ਲੋਕਾਂ ਨੂੰ ਸਜ਼ਾਵਾਂ ਹੁੰਦੀਆਂ ਸੀ ਤਾਂ ਉਹਨੂੰ ਰੈਸਟ ਹਾਊਸ ਜੇਲ੍ਹ ਬਣਾ ਦਿੱਤਾ ਜਾਂਦਾ ਸੀ, ਜੇਲ੍ਹ ਨਹੀਂ ਸੀ ਭੇਜਿਆ ਜਾਂਦਾ ਸੁਰੱਖਿਆ ਦੇ ਮੱਦੇਨਜ਼ਰ। ਇਸ ਤਰ੍ਹਾਂ ਦਾ ਵੀ ਪ੍ਰਬੰਧ ਹੋ ਸਕਦਾ ਹੈ। ਬਿਲਕੁਲ। ਸਿਉਂਕ ਰੈਸਟ ਹਾਊਸ ਆਪਾਂ ਸਾਰੇ ਜਾਣਦੇ ਹਾਂ ਤੇ ਉੱਥੇ ਅਕਸਰ ਕਹਿੰਦੇ ਆ ਕਿ ਉੱਥੇ ਸਿਉਂਕ ਬਹੁਤ ਸੀ, ਲੇਕਿਨ ਉਹ ਇੱਕ ਸਿਉਂਕ ਰੈਸਟ ਹਾਊਸ ਬੜਾ ਸੋਹਣਾ ਸੀ, ਹਰਿਆਵਲ ਭਰਿਆ ਬਣਿਆ ਸੀ। ਤੇ ਜਦੋਂ ਵੀ ਕਿਸੇ ਸਿਆਸੀ ਆਗੂ ਨੂੰ ਕੋਈ ਸਜ਼ਾ ਹੁੰਦੀ ਸੀ ਤੇ ਉਹ ਜੱਜ ਸਾਹਿਬ ਨੂੰ ਪਤਾ ਹੁੰਦਾ ਸੀਗਾ ਕਿ ਦੁਬਾਰਾ ਇਹਨਾਂ ਨੇ ਸੱਤਾ ਦੇ ਵਿੱਚ ਆਉਣਾ ਹੈ, ਵੀ ਕੱਲ੍ਹ ਨੂੰ ਸਾਨੂੰ ਇਹ ਤੰਗ ਨਾ ਕਰਨ, ਤੇ ਉਹ ਇਸ ਤਰ੍ਹਾਂ ਦੇ ਜਿਹੜੇ ਪ੍ਰੋਵੀਜ਼ਨ ਹੈ ਜਾਂ ਕਾਨੂੰਨ ਦੀ ਜਿਹੜੀ ਆ ਉਹ ਨਜ਼ਰ ਲੈ ਕੇ ਉਹਨੂੰ ਜੇਲ੍ਹ ਬਣਾ ਦਿੱਤਾ ਜਾਂਦਾ ਸੀ। ਬਿਲਕੁਲ। ਇੱਕ ਤਾਂ ਇਹ ਗੱਲ ਜੀ। ਦੂਜੀ ਗੱਲ, ਹੁਣ ਸਜ਼ਾ ਹੁੰਦੀ ਹੈ ਨਹੀਂ ਹੁੰਦੀ, ਮੈਂ ਇਹਦੇ ਨਾਲ ਇੱਕ ਗੱਲ ਛੋਟੀ ਜਿਹੀ ਹੋਰ ਗੁਰਪ੍ਰੀਤ ਜੀ, ਬੜੀ ਇੱਕ ਇਤਿਹਾਸਕ ਜਾਣਕਾਰੀ ਹੈ। ਨਹੀਂ, ਤੁਸੀਂ ਇਹ ਜ਼ਰੂਰ ਸਾਂਝੀ ਕਰੋ। ਮੈਂ ਆਪਣੇ ਦਰਸ਼ਕਾਂ ਨੂੰ ਉਦੋਂ ਤੱਕ ਦੱਸ ਦਿਆਂ ਜੀ ਕਿ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਡੇਰੇ ਨਾਲ ਪ੍ਰੇਮੀਆਂ ਦਾ ਇੰਨੀ ਵੱਡੀ ਪੱਧਰ 'ਤੇ ਜੁੜਨ ਦਾ ਕਾਰਨ ਕੀ, ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦੀ ਸਮਝੋਂ ਬਾਹਰ ਆ ਗੱਲ ਕਿ ਇੰਨਾ ਜਨੂੰਨ ਉਹਨਾਂ ਦੇ ਅੰਦਰ ਕਿਉਂ ਹੈ, ਡੇਰੇ ਪ੍ਰਤੀ ਇੰਨਾ ਪਿਆਰ ਕਿਉਂ ਹੈ। ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਆਪਾਂ ਬੇਟਾ ਸਾਹਿਬ ਦੀ ਗੱਲ ਬਿਲਕੁਲ ਜੀ। ਮੁਕਤਸਰ ਵਿਖੇ ਇੱਕ ਕਿਸੇ ਵਿਅਕਤੀ ਨੇ ਸ਼ਰੀਫ ਬੰਦੇ ਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਤੇ ਗਲਤ ਬੰਦੇ ਖੜੇ ਕਰਕੇ ਰਜਿਸਟਰੀ ਕਰਾ ਲਈ, ਇੰਤਕਾਲ ਹੋ ਗਿਆ। ਅੱਛਾ ਜੀ। ਉਹ ਵਿਚਾਰੇ ਆਮ ਸਧਾਰਨ ਬੰਦੇ ਸੀ ਜੀ। ਉਹਨਾਂ ਨੂੰ ਕਿਸੇ ਨੇ, ਲੋਕਾਂ ਨੇ ਕਿਹਾ ਕਿ ਤੁਸੀਂ ਆਵਾਜ਼ ਉਠਾਓ, ਤੁਸੀਂ ਗੱਲ ਕਰੋ। ਉਹਨਾਂ ਨੇ ਆਪਣੇ ਦੋਸਤ ਮਿੱਤਰ, ਉਹਨਾਂ ਦੇ ਬੇਟੇ ਨੇ ਦੋਸਤ ਮਿੱਤਰ ਬੁਲਾਏ, ਬੰਗਲੌਰ ਪੜ੍ਹਦਾ ਸੀ ਉਹ, ਤੇ ਉਹ ਪੜ੍ਹੇ ਲਿਖੇ ਲੋਕ ਸੀ, ਬੱਚੇ ਪੜ੍ਹੇ ਲਿਖੇ ਸੀ। ਉਹਨਾਂ ਨੇ ਕੋਈ ਹੋ ਹੱਲਾ ਨਹੀਂ ਕੀਤਾ, ਕੋਈ ਐਜੀਟੇਸ਼ਨ ਨਹੀਂ ਕੀਤੀ, ਕੋਈ ਧਰਨਾ ਨਹੀਂ ਮਾਰਿਆ, ਕੋਈ ਨਾਅਰਾ ਨਹੀਂ ਮਾਰਿਆ। ਉਹਨਾਂ ਨੇ ਵੱਡੇ ਵੱਡੇ ਪੋਸਟਰਾਂ ਦੇ ਉੱਤੇ ਲਿਖ ਕੇ ਵੀ ਵਾਂਟ ਜਸਟਿਸ, ਉਹ ਲੈ ਕੇ ਅਦਾਲਤ ਦੇ ਸਾਹਮਣੇ ਆ ਕੇ ਖੜੇ ਹੋ ਗਏ। ਜਦੋਂ ਸਵੇਰੇ ਜੱਜ ਸਾਹਿਬਾਨ ਆਉਂਦੀ ਹੈ ਜੀ, ਲੇਡੀ ਜੱਜ ਸੀ, ਉਹ ਜਦੋਂ ਆਉਂਦੀ ਹੈ ਤੇ ਉਹ ਦੇਖਦੀ ਹੈ ਕਿ ਇਹ ਲੜਕੇ ਜਿਹੜੇ ਯੰਗ ਲੜਕੇ ਹੈ, ਮੁੰਡੇ ਕੁੜੀਆਂ, ਇਹ ਕਿਉਂ ਖੜੇ ਹੈ, ਇਹਨਾਂ ਦੇ ਨਾ ਕੋਈ ਨਾਅਰਾ ਲਾ ਰਹੇ ਹੈ, ਨਾ ਕੋਈ ਸ਼ੋਰ ਕਰ ਰਹੇ ਹੈ। ਤੇ ਉਹ ਜਦੋਂ ਕੋਰਟ ਦੇ ਵਿੱਚ ਜਾ ਕੇ ਬੈਠਦੀ ਹੈ ਤਾਂ ਉਹ ਆਪਣੇ ਅਰਦਲੀ ਨੂੰ ਭੇਜਦੀ ਹੈ। ਇਹ ਰਿਐਲਿਟੀ ਗੱਲ ਹੈ। ਪੁਰਾਣੀ ਕਚਹਿਰੀ ਮੁਕਤਸਰ ਦੀ, ਕੋਟਕਪੂਰਾ ਰੋਡ ਦੇ ਉੱਤੇ, ਉੱਥੋਂ ਦੀ ਇਹ ਘਟਨਾ ਹੈ। ਔਰ ਉਹ ਆਪਦੇ ਅਰਦਲੀ ਨੂੰ ਭੇਜਦੀ ਹੈ। ਅਰਦਲੀ ਉਹ ਬੱਚਿਆਂ ਨੂੰ ਜਾ ਕੇ ਪੁੱਛਦਾ ਵੀ ਕੀ ਗੱਲ ਹੈ, ਤੁਸੀਂ ਕੁਛ ਦੱਸੋ। ਤੇ ਉਹ ਸਾਰੇ ਮੂੰਹ ਤੇ ਉੱਤੇ ਕਾਲੀਆਂ ਪੱਟੀਆਂ ਬੰਨੀਆਂ, ਚੁੱਪ ਨੇ, ਵੀ ਵਾਂਟ ਜਸਟਿਸ ਤੇ ਉਹਨਾਂ ਦੇ ਨਾਅਰੇ, ਬਸ ਉਹ ਇਹ ਦੱਸ ਰਹੇ ਨੇ। ਉਹਨੇ ਰਿਕੁਐਸਟ ਕੀਤੀ ਕਿ ਮੇਰੀ ਨੌਕਰੀ ਹੈ, ਜੱਜ ਸਾਹਿਬ ਨੇ ਪੁੱਛਿਆ, ਮੈਂ ਜਵਾਬ ਦੇਣਾ ਹੈ। ਤੇ ਇੱਕ ਬੱਚੇ ਨੇ, ਉਹਨੇ ਗੱਲ ਕੀਤੀ ਉੱਥੇ ਬਤੌਰ ਪੱਤਰਕਾਰ, ਮੈਂ ਵੀ ਸੀ, ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹਨਾਂ ਨੂੰ ਜਵਾਬ ਦਿਓ, ਦੱਸੋ। ਉਹਨਾਂ ਨੇ ਦੱਸਿਆ ਜੀ ਆਹ ਗੱਲ ਹੈਗੀ ਹੈ, ਅਸੀਂ ਇਨਸਾਫ ਮੰਗਦੇ ਹਾਂ, ਸਾਡੀ ਪ੍ਰਾਪਰਟੀ 'ਤੇ ਨਜਾਇਜ਼ ਕਬਜ਼ਾ ਕੀਤਾ ਹੈ ਤੇ ਅਸੀਂ ਇੱਥੇ ਨਹੀਂ ਰਹਿੰਦੇ। ਤੇ ਉਹਨੇ ਜਾ ਕੇ ਅਰਦਲੀ ਨੇ ਰਿਪੋਰਟ ਦੇਣੀ ਸੀ ਜੱਜ ਸਾਹਿਬ ਨੂੰ। ਜੱਜ ਸਾਹਿਬ ਨੂੰ ਦੱਸਿਆ ਵੀ ਆਹ ਗੱਲ ਹੈ ਮੈਡਮ। ਉਹਨਾਂ ਨੇ ਇਮੀਡੀਏਟ ਉਹ ਕੇਸ ਸੁਣਨ ਤੋਂ ਇਨਕਾਰੀ ਹੋ ਗਏ, ਰਿਫਿਊਜ਼ ਕਰਤਾ। ਉਹਨਾਂ ਨੇ ਕਿਹਾ ਕਿ ਫਰੀਦਕੋਟ ਹੈਗਾ, ਸੈਸ਼ਨ ਜੱਜ ਫਰੀਦਕੋਟ ਬੈਠਦਾ ਸੀ ਉਦੋਂ ਜੀ, ਉਹਨਾਂ ਕੋਲੋਂ ਕਰਵਾ ਲਓ, ਵੀ ਉਹਨਾਂ ਕੋਲੋਂ ਕਰਾ ਲਓ। ਕੇਸ ਉੱਥੇ ਚਲਾ ਗਿਆ, ਕੇਸ ਉੱਥੇ ਚਲਾ ਗਿਆ, ਟ੍ਰਾਂਸਫਰ ਹੋ ਗਿਆ ਜੀ। ਫਿਰ ਸੁਣਵਾਈ ਉੱਥੇ ਹੋਈ? ਬਿਲਕੁਲ, ਸੁਣਵਾਈ ਉੱਥੇ ਹੋਈ। ਅੱਛਾ, ਮਤਲਬ ਇਹ ਤੁਸੀਂ ਇਹ ਉਦਾਹਰਨ ਦਿੱਤੀ ਕਿ ਇੱਕ ਛੋਟੇ ਲੈਵਲ ਦੇ ਉੱਪਰ ਵੀ ਦਬਾਅ ਹੁੰਦਾ ਹੈ ਤਾਂ ਜੱਜ ਸਾਹਿਬ ਤੱਕ ਉਹ ਡਿਸੀਜਨ ਪਹੁੰਚਦਿਆਂ ਕਈ ਵਾਰ ਉਹ ਆਪਣੇ ਆਪ ਨੂੰ ਕੇਸ ਤੋਂ ਵਾਕ ਕਰ ਲੈਂਦੇ। ਬਿਲਕੁਲ ਜੀ, ਇਹ ਕੁਦਰਤੀ ਗੱਲ ਹੈ। ਕਿਉਂਕਿ ਇੱਕ ਮੈਂ ਜ਼ਰੂਰ ਆਪਣੀ ਤੁਹਾਡੀ ਗੱਲ ਇਹ ਤੋਂ ਮੇਰਾ ਖਿਆਲ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿਹੜਾ ਦਬਾਅ ਜਾਂ ਬਲੈਕਮੇਲਿੰਗ ਵਰਡ ਦੀ ਆਪਾਂ ਗੱਲ ਕਰ ਰਹੇ ਸੀ ਉਹ ਅਸਰ ਕਰਦਾ ਹੈ ਜੀ। ਬਹੁਤ ਸਾਰੀਆਂ ਗੱਲਾਂ ਇੱਥੇ ਵੀ ਜਿਹੜੇ ਵਿਚਾਰ ਨੇ ਉਹ ਆ ਰਹੇ ਨੇ। ਜਗਮੋਹਨ ਸਿੰਘ ਜੀ ਦਾ ਮੈਸੇਜ ਹੈ, ਲਾਲੀ ਸਿੰਘ ਜੀ ਦਾ, ਸਰਪ੍ਰੀਤ ਜੀ ਦਾ, ਗੁਰਸੇਵਕ ਸਿੱਧੂ ਜੀ, ਅਮਰਜੀਤ ਸਿੰਘ, ਉਪਿੰਦਰ ਕੌਰ ਜੀ ਦੇਖ ਰਹੇ ਨੇ, ਇੰਦਰ ਕਈ ਜੀ, ਰਵੀ ਥਿੰਨ ਜੀ, ਸੋ ਸਭ ਦਾ, ਰਾਜਵੀਰ ਕੌਰ ਜੀ ਲਿਖਦੇ ਨੇ, ਸਭ ਦਾ ਜਿਹੜਾ ਮੈਂ ਰਲਿਆ ਮਿਲਿਆ ਜਾਂ ਜੇ ਮੈਂ ਗੱਲ ਕਰਾਂ ਤਾਂ ਕੁੱਲ ਮਿਲਾ ਕੇ ਇਹ ਕਿਹਾ ਜਾ ਰਿਹਾ ਕਿ ਵੀ ਕਾਨੂੰਨ ਜਿਹੜਾ ਹੈ ਉਹਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਜੇ ਆਪਾਂ ਕਾਨੂੰਨ ਹੁਣ ਆਪਣਾ ਡਿਸੀਜਨ ਨਹੀਂ ਲੈਂਦਾ ਤਾਂ ਫਿਰ ਹੋ ਸਕਦਾ ਕਿ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਜਾਵੇ। ਇਹ ਗੱਲਾਂ ਜ਼ਰੂਰ ਸਾਰੀਆਂ ਵਿਚਾਰਨ ਵਾਲੀਆਂ ਨੇ ਤੇ ਮੇਰੇ ਖਿਆਲ ਨਾਲ ਜਿਹੜੇ ਲੋਕ ਉੱਪਰ ਬੈਠੇ ਨੇ, ਜਿਨ੍ਹਾਂ ਦਾ ਇਹ ਕੰਮ ਹੈ ਸਾਰੇ ਕੁਛ ਨੂੰ ਵਾਚਣਾ, ਜਿਨ੍ਹਾਂ ਦਾ ਕੰਮ ਹੈ ਪ੍ਰਸ਼ਾਸਨ ਨੂੰ ਚਲਾਉਣਾ, ਜਿਨ੍ਹਾਂ ਦਾ ਕੰਮ ਹੈ ਸਰਕਾਰਾਂ ਦਾ ਮੂੰਹ ਹਾਂਦਰਾ ਬਣਾਉਣਾ ਤੇ ਇਸ ਦੇਸ਼ ਦੇ ਵਿੱਚ ਕਿਵੇਂ ਦੀ ਸਰਕਾਰ ਹੈ, ਇਹ ਦੇਸ਼ ਕਿਵੇਂ ਅੱਗੇ ਚੱਲ ਰਿਹਾ ਹੈ,
ਇਹ ਸਾਰੇ ਕੁਛ ਦਾ ਬਾਕੀ ਦੁਨੀਆ ਨੂੰ ਵੀ ਦਿਖਾਉਣਾ, ਕਿਉਂਕਿ ਇਹ ਨਹੀਂ ਹੈ ਕਿ ਵੀ ਇਹ ਇਕੱਲਾ ਇੰਡੀਆ ਹੀ ਹੈ ਜਾਂ ਆਪਾਂ ਲੋਕ ਇੱਥੇ ਦੇਖ ਰਹੇ ਹਾਂ ਜਾਂ ਪਿਸ ਰਹੇ ਹਾਂ। ਇਹਨੂੰ ਦੁਨੀਆ ਦੇ ਵਿੱਚ ਬੈਠੇ ਹੋਏ ਵੱਡੇ ਵੱਡੇ ਮੁਲਕਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਵੀ ਵਾਚ ਕਰ ਰਹੇ ਨੇ ਕਿ ਕਿਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਹੈ ਅਤੇ ਉਹ ਕਿਵੇਂ ਵਾਪਰਦੀ ਹੈ। ਇਹ ਸਾਰੇ ਕੁਛ ਦਾ ਅਸਰ ਡੈਫੀਨੇਟਲੀ ਪਏਗਾ। ਪਰ ਜਿਹੜਾ ਮੈਂ ਇਸ ਤੋਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਉਹ ਇਹ ਸੀ ਕਿ ਉਹ ਮੈਂ ਜ਼ਰੂਰ ਗੱਲ ਐਡ ਔਨ ਕਰਨੀ ਚਾਹੁੰਦਾ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਵੀ ਇੰਨਾ ਜਨੂੰਨ ਕਿਉਂ? ਕਿਉਂਕਿ ਕਈ ਵਾਰ ਇਹ ਗੱਲ ਬੰਦਾ ਕਰਦਾ ਵੀ ਯਾਰ ਜੇ ਧਾਰਮਿਕ ਅਕੀਦਾ ਸਾਡਾ ਹੈ ਤਾਂ ਬੰਦਾ ਜੀ ਆਪਣਾ ਇਹ ਧਰਮ ਛੱਡ ਕੇ ਉੱਧਰ ਕਿਉਂ ਗਿਆ, ਫਲਾਣਾ ਧਰਮ ਛੱਡ ਕੇ ਉੱਧਰ ਕਿਉਂ ਗਿਆ, ਪੈਰੋਕਾਰ ਕਿਉਂ ਬਣਿਆ? ਤੁਸੀਂ ਮੈਨੂੰ ਦਰੁਸਤ ਕਰਿਓ ਜੇ ਮੈਂ ਗਲਤ ਨਾ ਹੋਇਆ ਤਾਂ। ਮੇਰੀ ਇਨਫੋਰਮੇਸ਼ਨ ਇਹ ਕਹਿੰਦੀ ਹੈ ਜੀ ਕਿ ਡੇਰਾ ਜਿਹੜਾ ਹੈ ਉਹ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕਰਦਾ, ਜਿਹਦੇ ਵਿੱਚ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹੁਣ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਜੀ ਆਟਾ ਦਾਲ ਸਕੀਮ ਹੈ ਜੀ, ਆ ਬੱਤੀ ਫਰੀ ਹੈ ਜੀ, ਆ ਦਵਾਈਆਂ ਨੇ ਜੀ, ਆ ਪੈਨਸ਼ਨ ਹੈ ਜੀ, ਇਹ ਹੈ ਉਹ ਹੈ। ਉਹਦੇ ਲਈ ਕਿਵੇਂ ਕਾਰਡ ਬਣਦੇ ਨੇ, ਕਿੰਨੇ ਕਾਰਡ ਉਹ ਉਦੋਂ ਖਤਮ ਕੀਤੇ ਗਏ, ਕਿੰਨੇ ਜਾਲੀ ਲੋਕਾਂ ਦਾ ਗੱਲ ਸਾਹਮਣੇ ਆਈ ਅਤੇ ਫਿਰ ਉਹ ਸਾਰਾ ਕੁਝ ਕੀ ਪਹੁੰਚਿਆ ਅਤੇ ਅਲਟੀਮੇਟਲੀ ਅਖਬਾਰਾਂ 'ਚ ਖਬਰਾਂ ਉਹੀ ਆਉਂਦੀਆਂ ਨੇ ਕਿ ਜਿਹੜੀ ਕਣਕ ਹੈ ਉਹ ਡੰਗਰ ਵੀ ਨਹੀਂ ਖਾਂਦੇ। ਪਰ ਦੂਸਰੇ ਪਾਸੇ ਇਹ ਇੱਕ ਮੰਨਣ 'ਚ ਆ ਰਿਹਾ ਹੈ ਕਿ ਜਿਹੜੇ ਲੋਕ ਡੇਰਾ ਪ੍ਰੇਮੀ ਨੇ ਉਹਨਾਂ ਨੂੰ ਸਸਤਾ ਅਨਾਜ ਜਿਹੜਾ ਹੈ ਉਹ ਡੇਰੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਭੰਗੀਦਾਸ ਨੇ ਉਹ ਅਲੱਗ-ਅਲੱਗ ਥਾਵਾਂ ਦੇ ਉੱਪਰ ਜਾ ਕੇ ਜਿਹੜੇ ਬਿਮਾਰ ਲੋਕ ਨੇ, ਲੋੜਵੰਦ ਲੋਕ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਦਾ ਮੁਫਤ ਇਲਾਜ ਜਾਂ ਨੋਮੀਨਲ ਪ੍ਰਾਈਸ ਦੇ ਉੱਪਰ ਇਲਾਜ ਵੀ ਕੀਤਾ ਜਾਂਦਾ। ਇਸ ਤੋਂ ਇਲਾਵਾ ਡੇਰੇ ਵੱਲੋਂ ਜਿਹੜੀਆਂ ਅਲੱਗ-ਅਲੱਗ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿਹਦੇ ਵਿੱਚ ਵਾਤਾਵਰਨ ਨੂੰ ਸੰਭਾਲਣ ਦੇ ਲਈ ਰੁੱਖ ਲਾਏ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜਾ ਹੋਰ ਸਾਫ਼ ਸਫਾਈ ਮੁਹਿੰਮ ਜਿਹੜੀ ਉਹ ਚਲਾਈ ਜਾਂਦੀ ਹੈ। ਸਭ ਤੋਂ ਇੱਕ ਵੱਡੀ ਗੱਲ ਜਿਹਨੇ ਮੇਰੇ ਵੀ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਲਿਆਂਦੀ ਉਹ ਹੈ ਕਿ ਵੀ ਵੇਸਵਾਗਮਨੀ ਦੇ ਵਿੱਚ, ਪ੍ਰੋਸਟੀਟਿਊਸ਼ਨ ਦੇ ਪੇਸ਼ੇ ਦੇ ਵਿੱਚ ਜਿਹੜੀਆਂ ਔਰਤਾਂ ਚਲੇ ਜਾਂਦੀਆਂ ਨੇ ਉਹਨਾਂ ਨੂੰ ਦੁਬਾਰਾ ਮੇਨ ਸਟਰੀਮ ਦੇ ਵਿੱਚ ਲਿਆ ਕੇ ਉਹਨਾਂ ਦੇ ਵਿਆਹ ਕਰਵਾਏ ਜਾਂਦੇ ਨੇ, ਉਹਨਾਂ ਦੇ ਘਰ ਵਸਾਏ ਜਾਂਦੇ ਨੇ। ਇੱਕ ਪਾਸੇ ਇਹ ਸਾਰਾ ਕੁਝ, ਇੱਕ ਪਾਸੇ ਇੱਕ ਸੋਚ ਦਾ ਲੈਵਲ, ਦੂਸਰੇ ਪਾਸੇ ਆਮ ਲੋਕਾਂ ਦੀਆਂ ਜ਼ਰੂਰਤਾਂ ਜਿਨ੍ਹਾਂ ਨੂੰ ਕਿ ਸਰਕਾਰਾਂ ਜਿੱਥੇ ਫੇਲ ਹੁੰਦੀਆਂ ਨੇ ਉੱਥੇ ਡੈਫੀਨੇਟਲੀ ਬੰਦਾ ਆਪਣੀਆਂ ਲੋੜਾਂ ਨਾਲ ਵਜ੍ਹਾ ਉਸ ਪਾਸੇ ਝੁਕ ਜਾਂਦਾ ਹੈ। ਕੀ ਉਹ ਸਾਰਾ ਕੁਝ, ਉਹ ਜਿਹੜੀ ਇਮੇਜ ਹੈ ਉਹ ਇੱਕ ਅਲੱਗ ਇਮੇਜ ਹੈ, ਉਹਦਾ ਕੋਈ ਵੱਖਰਾ ਪਰਛਾਵਾਂ? ਅਤੇ ਦੂਸਰੇ ਪਾਸੇ ਇਹ ਜੋ ਕੁਝ ਵੀ ਹੁਣ ਵਾਪਰ ਰਿਹਾ, ਜਿਸ ਤਰ੍ਹਾਂ ਨਾਲ ਆਪਣੇ ਹੁਣ ਦਰਸ਼ਕਾਂ ਦੀ ਗੱਲ ਕਰੀਏ ਜਾਂ ਜਿਹੜੇ ਆਮ ਲੋਕ ਜਿਹੜੇ ਕਿ ਪੈਰੋਕਾਰ ਨਹੀਂ ਆ, ਜਿਹੜੇ ਕਿ ਸਿਰਫ ਇਹਨੂੰ ਇੱਕ ਆਮ ਨੋਰਮਲ ਕੇਸ ਦੀ ਤਰ੍ਹਾਂ ਦੇਖ ਰਹੇ ਕਿ ਇੱਕ ਨਿਆਂਪਾਲਿਕਾ ਹੈ, ਇੱਕ ਅਦਾਲਤ ਹੈ, ਉਹਦੇ ਵਿੱਚ ਇੱਕ ਆਮ ਸਧਾਰਨ ਨਾਗਰਿਕ ਦੇ ਉੱਪਰ ਕੇਸ ਹੋਇਆ ਅਤੇ ਉਸ ਕੇਸ ਦਾ ਡਿਸੀਜਨ ਹੋਣਾ ਅਤੇ ਉਹਦੇ ਵੱਲੋਂ ਕੋਈ ਬਲੈਕਮੇਲਿੰਗ ਜਾਂ ਕਹਿ ਲਓ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਕੰਟਰਾਡਿਕਟਰੀ ਕਿਉਂ ਲੱਗਦੀਆਂ? ਇਹ ਪਚਦੀਆਂ ਨਹੀਂ। ਬਿਲਕੁਲ ਗੁਰਪ੍ਰੀਤ ਜੀ, ਜੇ ਤੁਸੀਂ ਡੇਰੇ ਦੀ ਵੈਬਸਾਈਟ 'ਤੇ ਜਾਓ ਜਾਂ ਉਹਨਾਂ ਦੇ ਅਖਬਾਰ ਜਾਂ ਉਹਨਾਂ ਦੇ ਟੀਵੀ ਜਾਂ ਉਹਨਾਂ ਦਾ ਜੋ ਵੀ ਪ੍ਰਚਾਰ ਸਾਧਨ ਹੈ, ਜੇਕਰ ਤੁਸੀਂ ਉਹ ਪੜ੍ਹੋ ਜੀ ਤਾਂ ਤੁਹਾਡੇ ਕੰਨ ਖੜੇ ਹੋ ਜਾਣਗੇ। ਗਿਨੀਜ਼ ਬੁੱਕ ਦੇ ਵਿੱਚ ਨਾਮ ਜੀ, ਭਾਵੇਂ ਕਾਨੂੰਨ ਗਿਨੀਜ਼ ਬੁੱਕ ਨੂੰ ਭਾਰਤ ਦਾ ਨਹੀਂ ਮੰਨਦਾ, ਜੀ ਜੀ, ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਅਸੀਂ ਖੂਨਦਾਨ ਕੈਂਪ ਲਵਾਇਆ ਸਭ ਤੋਂ ਵੱਡਾ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ, ਸਫਾਈ ਮੁਹਿੰਮ ਦੇ ਵਿੱਚ ਹਿੱਸਾ ਪਾਇਆ। ਆ ਜਿਹੜੇ ਵਿਚਾਰੇ ਲੋਕ ਸਨ ਵੇਸਵਾ ਗ੍ਰਸਤੀ ਦੇ ਵਿੱਚ, ਉਹਨਾਂ ਨੂੰ ਉਹਨਾਂ ਦੇ ਘਰ ਵਸਾਏ ਔਰ ਹੋਰ ਕਈ ਸਮਾਜ ਭਲਾਈ ਦੇ ਕੰਮ ਕੀਤੇ। ਠੀਕ ਹੈ, ਅਸੀਂ ਇਹਨਾਂ ਦੀ ਵੈਲਕਮ ਕਰਦੇ ਹਾਂ, ਮੁਬਾਰਕ ਦਿੰਦੇ ਹਾਂ ਕਿ ਬਹੁਤ ਸਾਰੀਆਂ ਸੋਸ਼ਲ ਜਿਹੜੀਆਂ ਬੁਰਾਈਆਂ ਨੇ, ਸਮਾਜਿਕ ਬੁਰਾਈਆਂ ਹੈ, ਉਹਨਾਂ ਨੂੰ ਖਤਮ ਕਰਨ ਦੇ ਵਿੱਚ ਧਾਰਮਿਕ ਆਗੂਆਂ ਦਾ ਹਮੇਸ਼ਾ ਰੋਲ ਰਿਹਾ ਹੈ। ਚਿਰਾਂ ਤੋਂ ਤੁਸੀਂ ਪਿੱਛੇ ਵੀ ਚਲੇ ਜਾਓ ਔਰ ਦੁਨੀਆ ਸੁਧਾਰਨ ਦੇ ਵਿੱਚ ਇਹ ਧਾਰਮਿਕ ਆਗੂਆਂ ਨੇ ਸਾਨੂੰ ਸੇਧ ਦਿੱਤੀ ਹੈ ਅਤੇ ਅਸੀਂ ਆਪਣਾ ਜੀਵਨ ਜਿਹੜਾ ਉਹਨੂੰ ਸੁਧਾਰ ਸਕੇ ਹਾਂ ਜੀ। ਔਰ ਬਹੁਤ ਸਾਰੇ ਲੋਕ ਹੈ ਜਿਹੜੇ ਉਸ ਸ਼ਰਧਾ ਦੇ ਵਿੱਚ ਉਹ ਸਾਰੇ ਅਸੀਂ ਉਹਨਾਂ ਨੂੰ ਮੰਨਣ ਵੀ ਲੱਗ ਪੈਂਦੇ ਹਾਂ। ਅਸੀਂ ਉਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਜੀ। ਲੇਕਿਨ ਤੁਸੀਂ ਦੇਖੋ, ਆਪਾਂ ਛੋਟੇ ਹੁੰਦੇ ਫਿਲਮਾਂ ਦੇਖਦੇ ਸੀ, ਉਹਦੇ 'ਚ ਇੱਕ ਬਹੁਤ ਆਲੀਸ਼ਾਨ ਬੰਗਲਾ ਹੈ, ਉਹਦੇ 'ਚ ਇੱਕ ਰਾਜਾ ਬੈਠਾ ਹੈ, ਉਹ ਸਾਰਿਆਂ ਨੂੰ ਪੈਸੇ ਵੰਡਦਾ, ਲੋਕ ਖੁਸ਼ ਹੈ, ਉਹਦੀ ਜੈ ਜੈਕਾਰ ਕਰਦੇ ਹੈ ਅਤੇ ਦੂਜੇ ਦਰਵਾਜ਼ੇ ਦੇ ਵਿੱਚੋਂ ਉਹ ਕੋਈ ਐਸਾ ਧੰਦਾ ਕਰ ਰਿਹਾ ਹੈ, ਉਹ ਬਾਅਦ ਦੇ ਵਿੱਚ ਅਖੀਰ 'ਤੇ ਪੁਲਿਸ ਨੂੰ ਹੱਥਕੜੀ ਲੈ ਕੇ ਜਾਂਦੀ ਹੈ ਅਤੇ ਉਹ ਸਾਰਾ ਹਾਲ ਤਾੜੀਆਂ ਮਾਰਦਾ, ਕਹਿੰਦਾ ਬੜੀ ਸੋਹਣੀ ਫਿਲਮ ਬਣੀ। ਜੀ ਜੀ, ਮੈਂ ਇਹਨੂੰ ਇਸ ਗੱਲ ਨਾਲ ਜੋੜਦਾ। ਇੱਕ ਜਿਹੜੀ ਪਿਕਚਰ ਦਿਖਾਈ ਜਾ ਰਹੀ ਹੈ ਜੀ, ਉਹ ਸਾਨੂੰ ਸਾਰਿਆਂ ਨੂੰ ਦਿਸ ਰਹੀ ਹੈ, ਲੇਕਿਨ ਅਦਾਲਤ, ਕਾਨੂੰਨ, ਪੁਲਿਸ, ਪ੍ਰਸ਼ਾਸਨ ਕਹਿੰਦਾ ਆਹ ਵੀ ਪਿਕਚਰ ਹੈ। ਜੇ ਤੁਸੀਂ ਕਹਿੰਦੇ ਹੋ ਮੈਂ ਆਹ ਗੱਲ ਮੇਰੀ ਸਹੀ ਹੈ ਤਾਂ ਤੁਸੀਂ ਇਸ ਗੱਲ ਨੂੰ ਝੂਠੀ ਸਾਬਤ ਕਰੋ। ਬਿਲਕੁਲ। ਜੇ ਤੁਸੀਂ ਇਹ ਗੱਲ ਝੂਠੀ ਨਹੀਂ ਸਾਬਤ ਕਰਦੇ ਤਾਂ ਫਿਰ ਇਹ ਸਾਰਾ ਪ੍ਰੈਸ਼ਰ ਕਿਉਂ? ਫਿਰ ਤੁਸੀਂ ਕਾਨੂੰਨ 'ਤੇ ਛੱਡੋ। ਜੇ ਤੁਸੀਂ ਮੈਂ ਕਹਿੰਦਾ ਕਿ ਮੇਰੇ ਕੋਲੇ ਪਾਵਰ ਹੈ, ਮੇਰੇ ਕੋਲੇ ਸ਼ਕਤੀ ਹੈ, ਮੈਂ ਸਾਰਿਆਂ ਨੂੰ ਇਸ ਤਰ੍ਹਾਂ ਸਮਾਜ ਭਲਾਈ ਕਰ ਸਕਦਾ, ਲੋਕਾਂ ਦਾ ਸੁਧਾਰ ਕਰ ਸਕਦਾ, ਮੈਂ ਉਹਦੀ ਤੁਲਨਾ ਨਹੀਂ ਕਰਦਾ ਜੀ। ਬਿਲਕੁਲ। ਲੇਕਿਨ ਫਿਰ ਅਸੀਂ ਇਸ ਗੱਲ 'ਤੇ ਪ੍ਰੈਸ਼ਰ ਕਿਉਂ? ਫਿਰ ਹਜੇ ਤੱਕ ਸਾਡਾ ਇਹ ਗੱਲ 'ਤੇ ਸਾਡਾ ਮੈਂਟਲ ਲੈਵਲ ਕਿੱਥੇ? ਫਿਲਮਾਂ ਬਣਾ ਰਹੇ ਹੋ, ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹੋ, ਫੈਕਟਰੀਆਂ ਲਾ ਰਹੇ ਹੋ,
ਬਿਸਕੁਟਾਂ ਤੋਂ ਸ਼ੁਰੂ ਕੀਤਾ, ਕਾਰੋਬਾਰ ਕਿੱਥੇ ਜਾ ਪਹੁੰਚਿਆ। ਕਰਿਆਨੇ ਦਾ ਸਾਰਾ ਸਮਾਨ ਸਾਰਾ ਆ ਰਿਹਾ, ਬਿਲਕੁਲ। ਬਾਬੇ ਰਾਮਦੇਵ ਵਾਂਗੂ ਹੀ ਮਤਲਬ ਡੇਰਾ ਸਿਰਸਾ ਦਾ ਵੀ ਸਾਰਾ ਸਾਜੋ ਸਮਾਨ ਪਿਛਲੇ 4 ਸਾਲਾਂ 'ਚ ਉਹਨਾਂ ਦੀ ਇਨਕਮ ਸੋਰਸ ਦੇਖ ਲਓ, ਜੀ। ਬਰਾਬਰ ਦੇ ਸਟੋਰ ਦੇਖ ਲਓ, ਆਮ ਦੁਕਾਨਦਾਰ, ਇੱਥੋਂ ਤੱਕ ਕਿ ਗੁਰਪ੍ਰੀਤ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਉੱਥੇ ਘੱਟ ਰੇਟ ਤੇ ਚੀਜ਼ਾਂ ਦਿੱਤੀਆਂ ਜਾਂਦੀਆਂ। ਇੱਕ ਸਮਾਂ ਇਹ ਸੀ ਸਰਸੇ ਦੇ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਸਟ੍ਰਾਈਕ ਕੀਤੀ ਸੀ ਜੀ ਕਿ ਲੋਕ ਆਉਂਦੇ ਆ, ਟੂਰਿਸਟ ਪਲੇਸ ਬਣਿਆ, ਧਾਰਮਿਕ ਸ਼ਰਧਾ ਦਾ ਪਲੇਸ ਬਣਿਆ ਤੇ ਸਾਡੇ ਤੋਂ ਸਮਾਨ ਨਹੀਂ ਖਰੀਦਦੇ। ਸਾਨੂੰ ਉਹਨਾਂ ਲੋਕਾਂ ਦਾ ਕੀ ਫਾਇਦਾ? ਜੀ। ਉਹਨਾਂ ਦਾ ਰੁਜ਼ਗਾਰ ਖਤਮ ਹੋ ਗਿਆ। ਮੰਨ ਲਓ ਤੁਸੀਂ 1000 ਰੁਪਇਆ ਲੈ ਕੇ ਸਰਸੇ ਗਏ ਜਾਂ ਮੈਂ ਗਿਆ ਤੇ ਮੇਰੇ ਉੱਥੇ ਜਿਹੜਾ ਕੋਈ ਦੁਕਾਨਦਾਰ ਬੈਠਾ ਹੈ ਉਹਨੂੰ ਇਹ ਹੈ ਵੀ ਕੋਈ ਚਾਹ ਪੀਊਗਾ, ਕੋਈ ਰੋਟੀ ਖਾਊਗਾ, ਕੋਈ ਹੋਰ ਕੋਈ ਗੱਲ ਕਰੂਗਾ ਤੇ ਕੋਈ 100-200 ਰੁਪਇਆ ਵਟਾਊਗਾ ਤੇ ਉਹਨਾਂ ਦਾ ਘਰ ਚੱਲੂਗਾ। ਜਦੋਂ ਸਾਰੀਆਂ ਦੁਕਾਨਾਂ ਦਾ ਕੰਟਰੋਲ ਸਿੱਧਾ ਹੋ ਗਿਆ, ਹੁਣ ਬਾਬਿਆਂ ਨੇ, ਤੁਸੀਂ ਦੇਖੋ ਇਸ ਤੋਂ ਪਹਿਲਾਂ ਕਿੰਨੇ ਬਾਬਿਆਂ ਨੇ ਆਪਣੇ ਰੁਜ਼ਗਾਰ ਇਸ ਤਰ੍ਹਾਂ ਸ਼ੁਰੂ ਕੀਤੇ। ਬਿਲਕੁਲ। ਉਹ ਧਾਰਮਿਕ ਸ਼ਰਧਾ ਦੇ ਨਾਮ ਤੇ ਜਿਹੜੀ ਹੈ ਸ਼ਰਧਾਲੂਆਂ ਦੀ ਜੇਬ ਤੇ ਵੀ ਨਜ਼ਰ ਰੱਖੀ ਗਈ। ਜਦੋਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਚਲੋ ਅਲੱਗ-ਅਲੱਗ ਵਿਚਾਰ ਵੀ ਆ ਰਹੇ ਨੇ, ਜਿੱਦਾਂ ਗੁਰਸੇਵਕ ਸਿੱਧੂ ਜੀ ਦਾ ਕਹਿਣਾ, ਉਹ ਕਹਿੰਦੇ ਬੁਰੇ ਕੰਮ 'ਚ ਪਾਉਣ ਦੇ ਲਈ ਕੁਝ ਚੰਗੇ ਵੀ ਕਰਨੇ ਪੈਂਦੇ ਆ। ਲਾਲੀ ਸਿੰਘ ਜੀ ਕਹਿੰਦੇ ਵੀਰ ਜੀ ਕੱਲ੍ਹ ਦਾ ਫੈਸਲਾ ਦੱਸੂਗਾ ਵੀ ਸੰਵਿਧਾਨ ਦੀ ਹਾਲਤ ਤੇ ਲੋਕਾਂ ਦੀ ਸੋਚ ਕਿੱਥੇ ਖੜੀ ਹੈ। ਜੀ। ਮਾਨ ਹਰਪ੍ਰੀਤ ਹੋਰਾਂ ਨੇ ਸਵਰ ਸਿੰਘ ਟਹਿਣਾ ਜੀ ਆਪਣੇ ਜਿਹੜੇ ਨੇ ਉਹਨਾਂ ਦਾ ਟਹਿਣਾ ਭਾਈ ਦਾ ਹੀ ਇੱਕ ਸਟੇਟਸ ਜਿਹੜਾ ਉਹਨੂੰ ਪਾਇਆ ਕਿ ਡੇਰੇ ਦੇ ਮਾਮਲੇ 'ਚ ਕਹਿੰਦੇ ਕਈਆਂ ਨੂੰ ਮੈਂ ਫੋਨ ਕੀਤੇ, ਕਈ ਦੋਸਤਾਂ ਦੇ ਨਾਲ ਗੱਲਬਾਤ ਹੋਈ, ਕਈ ਪੰਚਕੂਲੇ ਵੀ ਨੇ, ਪਿਆਰ ਨਾਲ ਗੱਲ ਕਰਦੇ ਕਰਦੇ ਕਹਿੰਦੇ ਤਲਖ ਹੋ ਜਾਂਦੇ ਆ। ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਉਹ ਕਹਿੰਦੇ ਵੀ ਦੋਸਤਾਂ ਨੂੰ ਗੱਲ ਕਰੀਦੀ ਹੈ ਵੀ ਤੁਸੀਂ ਕੀ ਕਰ ਰਹੇ ਹੋ, ਤਾਂ ਉਹ ਕਹਿੰਦੇ ਵੀ ਅਸੀਂ ਕੋਈ ਇੱਥੇ ਹਥਿਆਰ ਲੈ ਕੇ ਨਹੀਂ ਆਏ, ਅਸੀਂ ਸਿਰਫ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਾਂ। ਨਫ਼ਰਤ ਕਰਨਾ ਸਾਡਾ ਸੁਭਾਅ ਨਹੀਂ, ਪਰ ਜੇਕਰ ਡੇਰਾ ਮੁਖੀ ਦੇ ਖਿਲਾਫ ਕੋਈ ਫੈਸਲਾ ਆਉਂਦਾ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਹੁਣ ਇਹ ਕੁਝ ਵੀ ਕਰ ਸਕਦੇ ਹਾਂ ਇੱਕ ਤਰ੍ਹਾਂ ਨਾਲ ਜਿਹੜੀ ਆਪਣੇ ਆਪ ਦੀ ਲਾਈਨ ਹੈ ਕਿ ਉਹ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਮੈਂ ਚੇਤਾਵਨੀ ਸਮਝਾਂ, ਇਹਨੂੰ ਮੈਂ ਅਹਿੰਸਾ ਸਮਝਾਂ, ਜਾਂ ਮੈਂ ਅਹਿੰਸਾ ਦੇ ਵਿੱਚ ਡੁੱਬੀ ਹੋਈ ਹਿੰਸਾ ਸਮਝਾਂ, ਕੀ ਸਮਝਾਂ। ਸੋ ਕੁੱਲ ਮਿਲਾ ਕੇ ਇਹ ਜਿਹੜੀ ਕਨਫਿਊਜ਼ਨ ਹੈ ਉਹ ਜ਼ਰੂਰ ਵਾਕਈ ਕਿਤੇ ਨਾ ਕਿਤੇ ਹਰੇਕ ਬੰਦੇ ਦੇ ਕੰਨ ਖੜੇ ਕਰਦੀ ਹੈ ਕਿ ਇਹ ਚੀਜ਼ ਕੀ। ਇੱਕ ਚੀਜ਼ ਮੈਂ ਜ਼ਰੂਰ ਬੇਟਾ ਭਾਈ, ਕਿਉਂਕਿ ਸਮਾਂ ਵੀ ਹੁਣ ਆਪਣੇ ਪ੍ਰੋਗਰਾਮ ਦਾ ਥੋੜ੍ਹਾ ਰਹਿ ਗਿਆ, ਜ਼ਿਕਰ ਕਰਨੀ ਚਾਹੁੰਦਾ ਕਿ ਜੇ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਦੋਂ ਇਹ ਸ਼ੁਰੂਆਤ ਹੁੰਦੀ ਹੈ, ਜ਼ਰੂਰਤਮੰਦ ਲੋਕ ਜਿਨ੍ਹਾਂ ਨੂੰ ਲੋੜ ਹੈ, ਜਿਹੜੇ ਵਿਚਾਰੇ ਗਰੀਬ ਨੇ ਜਾਂ ਜਿਹੜੇ ਮਰੀਜ਼ ਨੇ, ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ, ਜਿਨ੍ਹਾਂ ਨੂੰ ਹੋਰਨਾਂ ਚੀਜ਼ਾਂ ਦੀ ਲੋੜ ਹੈ, ਉਹ ਝੁਕਦੇ ਨੇ। ਡੇਰੇ ਵੱਲੋਂ ਚਲੋ ਠੀਕ ਹੈ ਜੀ, ਜੇ ਮੈਂ ਦੁਖੀ ਹਾਂ, ਜੇ ਮੈਂ ਕਿਸੇ ਹੋਰ ਜਗ੍ਹਾ ਤੇ ਗਿਆ, ਮੇਰਾ ਕੋਈ ਕਿਤੇ ਹੱਲ ਨਹੀਂ ਹੋ ਰਿਹਾ, ਤੇ ਜੇ ਕੋਈ ਇੱਕ ਬਾਬਾ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਦੇ ਵੀ ਚੱਲ ਕੋਈ ਗੱਲ ਨਹੀਂ, ਅੱਜ ਤੋਂ ਬਾਅਦ ਤੇਰਾ ਕਲਿਆਣ ਆ, ਤੂੰ ਬਸ ਇੱਥੇ ਆਹ ਸੇਵਾ ਕਰਿਆ ਕਰ ਜਾਂ ਇੱਦਾਂ ਕਰ ਲਈ, ਤਾਂ ਠੀਕ ਹੈ ਜੀ, ਮੇਰੀ ਉੱਥੇ ਇੱਕ ਸ਼ਰਧਾ ਜੁੜ ਜਾਏਗੀ। ਫਿਰ ਹੌਲੀ ਹੌਲੀ ਉਹਦੇ ਵਿੱਚ ਵਾਧਾ ਹੋਏਗਾ। ਇਹਦਾ ਮਤਲਬ ਕਿ ਜਿਸ ਨਲਾਇਕੀ ਦੀ ਆਪਾਂ ਗੱਲ ਕਰ ਰਹੇ ਹਾਂ, ਹੁਣ ਜਿੱਦਾਂ ਆਪਾਂ ਗੱਲ ਅੱਜ ਸ਼ੁਰੂ ਹੋਈ ਸੀ 144 ਲੱਗੀ ਹੈ ਜੀ, ਤਾਂ ਲੋਕ ਕਿੱਦਾਂ ਆ ਗਏ, ਪ੍ਰਸ਼ਾਸਨ ਕੀ ਕਰਦਾ ਹੈ। ਇਹਦਾ ਮਤਲਬ ਪ੍ਰਸ਼ਾਸਨ ਕੱਲਾ 144 ਦਫਾ ਦੇ ਉੱਪਰ ਹੀ ਫੇਲ ਨਹੀਂ, ਪ੍ਰਸ਼ਾਸਨ ਤਾਂ ਇਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਫੇਲ ਆ, ਜਿਹਦਾ ਕਰਕੇ ਉਹ ਪੈਰੋਕਾਰ ਬਣੇ। ਫਿਰ ਉਸ ਤੋਂ ਬਾਅਦ ਡੇਰਾ 1, ਡੇਰਾ 2, ਡੇਰਾ 3, ਡੇਰੇ 4, ਤੇ ਫਿਰ ਹੌਲੀ ਹੌਲੀ ਡੇਰਾਵਾਦ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਕਿ ਵੀ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬੰਦੇ ਨੂੰ ਜੇ ਤੁਸੀਂ ਪੋਟਿਆਂ ਤੇ ਨਾਂ ਗਿਣ ਲੱਗੋ ਤਾਂ ਸ਼ਾਇਦ ਥੋੜ੍ਹੇ ਪੈ ਜਾਣ, ਤੁਹਾਨੂੰ ਡਾਇਰੀ ਲੈ ਕੇ ਲਿਖਣੇ ਪੈਂਦੇ ਕਿ ਇੰਨੇ ਡੇਰੇ ਨੇ ਆਪਣੇ ਪੂਰੇ ਇੰਡੀਆ ਦੇ ਵਿੱਚ। ਮੈਂ ਕਦੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ। ਸੋ ਇਹ ਜੋ ਵਰਤਾਰਾ ਹੈ ਜਿਸ ਪਾਸੇ ਜਾ ਰਿਹਾ ਹੈ, ਕਿਤੇ ਨਾ ਕਿਤੇ ਸਰਕਾਰਾਂ ਦੀ ਕਹਿ ਲਓ ਕਿ ਵੀ ਆਪਾਂ ਸਰਕਾਰਾਂ ਨੂੰ ਫੇਲੀਅਰ ਕਹਿ ਸਕਦੇ ਹਾਂ ਆਪਾਂ ਇਹਦੇ ਵਿੱਚ, ਇਸ ਕੇਸ ਦੇ ਵਿੱਚ। ਮੈਂ ਓਵਰਆਲ ਗੱਲ ਕਰ ਰਿਹਾ ਕਿ ਜਦੋਂ ਤੰਤਰ ਕਿਸੇ ਦੇਸ਼ ਦਾ ਇਸ ਤਰ੍ਹਾਂ ਦਾ ਹੋਵੇ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਠਦੀਆਂ ਨੇ, ਤੇ ਫਿਰ ਉਹ ਆਪਣੇ ਆਪ ਦੇ ਵਿੱਚ ਆਪਣੀ ਤਾਕਤ ਦਿਖਾਉਣ ਦੇ ਲਈ ਇਹ ਸਾਰਾ ਕੁਝ ਜਿਹੜਾ ਉਹ ਕਰਦੀਆਂ ਨੇ, ਜਿੱਦਾਂ ਕਿ ਹੁਣ ਤਾਕਤ ਇਸ ਵਕਤ ਪੰਚਕੂਲੇ 'ਚ ਦਿਖਾਈ ਜਾ ਰਹੀ ਹੈ। ਬਿਲਕੁਲ ਜੀ, ਜਿਉਂਦੀ ਜਾਗਦੀ ਮਿਸਾਲ ਹੈ ਭਾਰਤ ਦੇ ਵਿੱਚ। ਜਿੰਨੀਆਂ ਰਾਜਨੀਤਿਕ ਪਾਰਟੀਆਂ ਜੀ ਨਿਰਭਰ ਕਰਦੀਆਂ ਵੋਟ ਬੈਂਕ ਦੇ ਉੱਤੇ, ਬਿਲਕੁਲ, ਉਹ ਡੇਰਿਆਂ ਦੀ ਬਹੁਤਾਤ ਉਹਦੇ ਵਿੱਚ ਹੈ। ਔਰ ਪਹਿਲਾਂ ਇਹ ਸ਼ਹਿ ਦਿੰਦੀਆਂ, ਮੰਨ ਲਓ ਤੁਸੀਂ ਪਿੰਡ ਦੇ ਸਰਪੰਚ ਹੋ, ਤੁਹਾਡੇ ਮਗਰ ਵੋਟਾਂ ਘੱਟ ਹੈ, ਉੱਥੇ ਕੋਈ ਬਾਬਾ ਉਹਨਾਂ ਨੇ ਖੜਾ ਕਰ ਦੇਣਾ, ਉਹ ਕੋਈ ਤਵੀਜ਼ ਧਾਗੇ ਦੇਣ ਲੱਗ ਪਊਗਾ, ਫਿਰ ਉਹ ਪਾਠ ਪੂਜਾ ਕਰੂਗਾ, ਕੋਈ ਦਿਨ ਰੱਖੂਗਾ, ਉੱਥੇ ਕੋਈ 2-4 ਲੀਡਰ ਜਿਨ੍ਹਾਂ ਦੇ ਨਾਲ ਚੰਗੀਆਂ ਗੱਡੀਆਂ, ਗਨਮੈਨ ਉਹ ਜਾਣਗੇ, ਫਿਰ ਉਹ ਪ੍ਰਚਾਰ ਹੋਊਗਾ ਕਿ ਉਹ ਫਲਾਣੇ ਲੀਡਰ ਉਹਦੇ ਕੋਲੇ ਜਾਂਦੇ ਆ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀ ਸ਼ਰਧਾ ਜੁੜ ਜਾਂਦੀ ਹੈ ਵੀ ਚਲੋ ਆਪਾਂ ਕੰਮ ਕਢਾਵਾਂਗੇ, ਬਾਬਾ ਜੀ ਕਹਿ ਦੇਣਗੇ। ਅੱਛਾ, ਬਾਬਾ ਜੀ ਤੋਂ ਬਾਅਦ ਉਹ ਬਾਬਾ ਜੀ ਫਿਰ ਨਵਾਂ ਕੰਮ ਕਰ ਲੈਂਦੇ ਆ। ਉਹ ਸਾਰੀਆਂ ਧਰਮਾਂ ਦੀ ਜਿੰਨੇ ਵੀ ਉਹ ਧਾਰਮਿਕ ਗ੍ਰੰਥ ਹੈ ਉਹਨਾਂ ਦੇ ਨਾਂ 'ਤੇ ਲੋਕਾਂ ਨੂੰ ਬਲੈਕਮੇਲ ਕਰਦੇ ਆ। ਕੋਈ ਕਹਿੰਦੇ ਹਵਨ ਕਰਾਓ, ਕੋਈ ਕਹਿੰਦੇ ਪਾਠ ਕਰਾਓ, ਕੋਈ ਕਹਿੰਦੇ ਕੁਛ ਕਰਾਓ। ਫਿਰ ਉਹ ਉੱਥੇ ਆ ਜਾਂਦਾ ਪੈਸਾ। ਅਸੀਂ ਪਾਠੀ ਨੂੰ ਪਾਠ ਕਰਨਾ ਘਰੇ, ਅਸੀਂ ਉਹਨੂੰ 1100-2100 ਰੁਪਇਆ ਦੇਣ ਤੋਂ ਤਾਂ 100 ਵਾਰੀ ਸੋਚਦੇ ਹਾਂ। ਬਿਲਕੁਲ। ਤੇ ਉਹ ਬਾਬਾ ਕਹਿੰਦਾ ਜੀ ਪਾਠ ਕਰਾਉਣਾ ਪਊ, 41000 ਰੁਪਇਆ ਲੱਗੂ। ਅਸੀਂ ਕਹਿੰਦੇ ਨਹੀਂ ਜੀ 51 ਲਓ। ਅਸੀਂ
ਜਿਹੜੇ ਅਸੀਂ ਜਵਾਕਾਂ ਤੋਂ ਚੋਰੀ ਰੱਖਦੇ ਆ ਬਦਾਮ ਗਿਰੀਆਂ, ਉਹ ਅਸੀਂ ਬਾਬਿਆਂ ਦੇ ਮੂਹਰੇ ਆਈ ਰੱਖਦੇ ਆ ਥਾਲੀ ਭਰ ਕੇ ਬਿਲਕੁਲ ਬਾਬਾ ਜੀ ਛਕੋ ਵੀ ਪਹਿਲਾਂ। ਬਾਬਾ ਜੀ ਛਕੋ ਤੇ ਕਿਰਪਾ ਕਰੋ, ਸਾਡੇ ਚਰਨ ਪਾਏ ਆ ਤੁਹਾਡੀ। ਬਿਲਕੁਲ। ਤੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਦੇਖਦਾ ਹੈ ਕਿ ਸਾਡੇ ਪਰਿਵਾਰ ਦੀ ਸ਼ਰਧਾ, ਇਹਨਾਂ ਨੂੰ ਮੈਂ ਕੀ ਆਖਾਂ, ਉਹ ਕੁਝ ਕਰ ਨਹੀਂ ਸਕਦਾ ਕਿਉਂਕਿ ਉਹ ਇਕੱਲਾ ਬੰਦਾ ਹੈ। ਬਿਲਕੁਲ। ਸੋ ਇੱਕ ਤਾਂ ਇਹ ਹੈ ਅਸੀਂ ਇਹ ਜਿਹੜੇ ਤੁਸੀਂ ਜ਼ਿਕਰ ਕੀਤਾ ਉਹ ਗੱਲ ਵਾਕਈ ਆ ਰਹੀ ਸੀ, ਇੱਥੇ ਮੈਸੇਜ ਵੀ ਆ ਰਹੇ ਸੀ। ਹਰਪਾਲ ਹੰਸਪੁਰੀਆ ਜੀ ਕਹਿ ਰਹੇ ਨੇ, ਉਹ ਕਹਿੰਦੇ ਇਹਨਾਂ ਬਾਬਿਆਂ ਨੇ ਤਾਂ ਇਹਨਾਂ ਦੇ ਮਗਰ ਲੱਗੀਆਂ ਬੀਬੀਆਂ ਨੇ ਕਹਿੰਦੇ ਵੀ ਬੇੜਾ ਗਰ ਕਰ ਦਿੱਤਾ ਕੁਝ ਇੱਕ ਸਟੇਟਸ ਦਾ। ਸੋ ਚਲੋ ਜਗਰਾਜ ਸਿੰਘ ਜੀ ਦਾ ਮੈਸੇਜ, ਉਹ ਕਹਿੰਦੇ ਪੰਜਾਬ ਤਾਂ ਬਾਬਿਆਂ ਨੇ ਹੀ ਲੁੱਟ ਲਿਆ। ਇੱਕ ਗੁਰਭੁੱਲਰ ਜੀ ਦਾ ਮੈਸੇਜ, ਉਹ ਕਹਿੰਦੇ ਵੀ ਜੇ ਤੁਸੀਂ ਕਿਸੇ ਨੂੰ ਫੜਨਾ ਹੀ ਹੈ ਤਾਂ ਇੱਕ ਪਾਸੇ ਤੁਸੀਂ ਜ਼ੈਡ ਸਿਕਿਉਰਿਟੀ ਦਿੱਤੀ ਹੋਈ ਹੈ ਬਾਬੇ ਨੂੰ, ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਗ੍ਰਿਫਤਾਰੀ ਦੀਆਂ ਗੱਲਾਂ। ਸੋ ਇਹ ਜੋ ਵੀ ਤੰਤਰ ਹੈ, ਜੋ ਵੀ ਤਾਣਾ ਬਾਣਾ ਹੈ, ਇਹਨੂੰ ਇੱਕ ਆਮ ਬੰਦਾ, ਇੱਕ ਜਿੱਦਾਂ ਹੁਣ ਤੁਸੀਂ ਫੋਨ ਤੇ ਦੇਖ ਰਹੇ ਹੋਵੋਗੇ, ਫੇਸਬੁੱਕ ਤੇ ਦੇਖ ਰਹੇ ਹੋ, ਜਾਂ ਤੁਸੀਂ ਰਿਪੀਟ ਟੀਵੀ ਤੇ ਦੇਖੋਗੇ, ਤਾਂ ਇੱਕ ਸੋਚ ਨਿਰੰਤਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਸਾਡੇ ਨਾਲ ਚੱਲ ਰਹੀ ਹੋਏਗੀ ਕਿ ਹੈ ਕੀ ਅਸਲ ਦੇ ਵਿੱਚ ਘੁੰਡੀ ਕਿੱਥੇ ਹੈ, ਮੁਸ਼ਕਲ ਕਿੱਥੇ ਹੈ। ਤਾਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਸਮਝਾਉਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਇਹ ਸਮਝ ਆਉਂਦਾ ਕਿ ਕਿਤੇ ਨਾ ਕਿਤੇ ਉੱਪਰੋਂ ਚੱਲੀ ਹੋਈ ਤਾਰ ਹੈ, ਜਿਹਨੂੰ ਜਿਵੇਂ ਹਿਲਾਇਆ ਜਾਂਦਾ ਹੈ ਉਹ ਉਵੇਂ ਹੀ ਹਿਲਦੀ ਹੈ। ਕੋਈ ਸ਼ੱਕ ਨਹੀਂ ਗੁਰਪ੍ਰੀਤ ਜੀ। ਇਹ ਤੋਂ ਪਹਿਲਾਂ ਰਾਮਪਾਲ ਜੀ ਤੇ ਬਾਪੂ ਆਸਾਰਾਮ ਜਿਹੜਾ ਹੈ, ਉਹਨਾਂ ਦੀ ਉਦਾਹਰਨ ਵੀ ਆਪਣੇ ਸਾਹਮਣੇ। ਉਦੋਂ ਕੋਈ ਰੌਲਾ ਨਹੀਂ ਪਿਆ ਸੀ, ਪਿਆ ਵੀ ਸੀ ਤਾਂ ਇੰਨੀ ਛੇਤੀ ਸਾਂਭਿਆ ਗਿਆ ਵੀ ਲੋਕਾਂ ਨੂੰ ਪਤਾ ਨਹੀਂ ਲੱਗਿਆ। ਉਹਦਾ ਕਾਰਨ ਸੀਗਾ ਆਸਾਰਾਮ ਪਹਿਲਾਂ ਹੀ ਇੱਛਾ ਜ਼ਾਹਰ ਕਰ ਗਿਆ ਸੀ ਕਿ ਮੈਂ ਜੇਲ੍ਹ ਵੇਖਣੀ ਚਾਹੁੰਦਾ। ਬਾਬਾ ਉਹ ਪੈਰੋਕਾਰ ਕਹਿੰਦੇ ਨਹੀਂ। फिर वो कहता नहीं, हेलीकॉप्टर थे, मैंने उसको पायलट को बोला कि आप जेल दिखाओ, तो तिहाड़ जेल देखा मैंने, तो मेरी इच्छा गई, वो इच्छा पूरी होगी। जी। ਰਾਮਪਾਲ ਇਸ ਸਿਸਟਮ ਦੇ ਵਿੱਚ ਕਾਫੀ ਜਗ੍ਹਾ ਤੇ ਪ੍ਰਚਾਰ ਕਰਦਾ ਰਿਹਾ, ਅਖੀਰ ਤੇ ਉਹਦਾ ਵੀ ਉਹੀ ਹਾਲ ਹੋਇਆ। ਆਸਾਰਾਮ ਤੇ ਰਾਮਪਾਲ ਦਾ, ਅੱਜ ਰਾਮਪਾਲ ਦਾ ਫੈਸਲਾ ਆਉਣਾ ਸੀ, ਕੋਈ ਉਹਦੇ ਤੇ ਚਰਚਾ ਨਹੀਂ, ਨਾ ਜੀ ਨਾ, ਕੋਈ ਖਬਰ ਨਹੀਂ ਉਹਦੀ, ਕੋਈ ਖਬਰ ਨਹੀਂ, ਕੋਈ ਚਰਚਾ ਨਹੀਂ। ਮੈਂ ਥੋੜ੍ਹੀ ਜਿਹੀ ਤੁਹਾਨੂੰ ਪੋਜ਼ਿਟਿਵ ਗੱਲਾਂ ਸੁਣਾ, ਤੁਸੀਂ ਮੈਨੂੰ ਵਧੀਆ ਕੀਤਾ, ਥੋੜ੍ਹਾ ਜਿਹਾ ਹੋਰ ਪਾਸੇ ਮੋੜਿਆ ਜੀ। ਮੈਂ ਥੋੜ੍ਹਾ ਜਿਹਾ ਤੁਹਾਨੂੰ ਜ਼ਿਕਰ ਕਰਾਂ, ਆਪਾਂ ਬਹੁਤ ਨੈਗੇਟਿਵਿਟੀ ਛਾਣ ਲਈ, ਤੁਹਾਨੂੰ ਮੈਂ ਇੱਕ ਦੋ ਗੱਲਾਂ ਵਧੀਆ ਸੁਣਾਉਣਾ। ਇੱਕ ਗੱਲ ਤਾਂ ਇਹ ਹੈ ਜੀ ਕਿ RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ, ਕੱਲ੍ਹ ਨੂੰ 25 ਤਰੀਕ ਦੀ ਡੇਟ ਫਾਈਨਲ ਹੋਈ ਹੈ ਜੀ, ਜਿਸ ਦਿਨ ਇੰਡੀਆ ਦੇ ਵਿੱਚ ਪਹਿਲੀ ਵਾਰ 200 ਰੁਪਏ ਦਾ ਨੋਟ ਲਾਂਚ ਹੋ ਰਿਹਾ ਹੈ ਜੀ। ਯਾਨੀ ਕਿ ਪਹਿਲਾਂ 100 ਦਾ ਸੀ, 50 ਦਾ ਸੀ, ਜਾਂ ਉਦੋਂ ਉੱਤੇ ਫਿਰ ਜਾਂ 500 ਦਾ ਜਾ ਵੜਦਾ ਸੀ, ਪਰ ਹੁਣ 200 ਰੁਪਏ ਵਾਲਾ ਨੋਟ ਹੈ ਉਹ ਕੱਲ੍ਹ ਲਾਂਚ ਹੋ ਰਿਹਾ। ਸੋ ਥੋੜ੍ਹੇ ਦਿਨਾਂ ਤੱਕ 200 ਰੁਪਏ ਦਾ ਕਰਾਰਾ ਜਿਹਾ ਨੋਟ ਤੁਹਾਡੇ ਹੱਥਾਂ 'ਚ ਹੋਊਗਾ। ਟੁੱਟੇ 100 ਲੈਣੇ ਪੈਣਗੇ। ਮਤਲਬ ਇਹ ਵੀ ਜਿੱਥੇ ਆਪਾਂ ਪਹਿਲਾਂ 2000 ਦੀਆਂ ਪਰਚੀਆਂ ਦੇ ਲਈ ਲੱਭਦੇ ਸੀ ਵੀ 500 ਦੇ 4 ਮਿਲਣਗੇ ਜਾਂ ਫਿਰ 100 ਦੇ 20 ਮਿਲਣਗੇ, ਉੱਥੇ ਹੁਣ 200 ਦੇ ਤੁਹਾਨੂੰ 10 ਵੀ ਮਿਲ ਸਕਦੇ। 2000 ਦੀਆਂ ਪਰਚੀਆਂ ਦੀ ਗੱਲ ਕਰਦਾ। ਬਿਲਕੁਲ ਜੀ। ਇਸ ਤੋਂ ਇਲਾਵਾ ਜਿਹੜਾ ਅੱਜ ਇੱਕ ਡਿਸੀਜਨ ਸੁਪਰੀਮ ਕੋਰਟ ਨੇ ਦਿੱਤਾ ਹੈ, ਮਾਣਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ 1-2 ਦਿਨ ਪਹਿਲਾਂ ਜਿਹੜਾ ਟ੍ਰਿਪਲ ਤਲਾਕ ਦੇ ਉੱਪਰ ਡਿਸੀਜਨ ਦਿੱਤਾ ਸੀ, ਇੱਕ ਇਤਿਹਾਸਿਕ ਫੈਸਲਾ। ਉਸ ਤੋਂ ਬਾਅਦ ਹੁਣ ਜਿਹੜਾ ਇੱਕ ਕੋਰਟ ਦਾ ਹੋਰ ਡਿਸੀਜਨ ਆਇਆ, ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਨਿੱਜਤਾ ਦਾ ਅਧਿਕਾਰ ਮਤਲਬ ਪ੍ਰਾਈਵੇਸੀ ਦਾ ਅਧਿਕਾਰ ਜਿਹੜਾ ਹੈ, ਉਹਨੂੰ ਸੁਪਰੀਮ ਕੋਰਟ ਨੇ ਮੌਲਿਕ ਅਧਿਕਾਰ ਜਿਹੜਾ ਹੈ ਉਹ ਕਰਾਰ ਦੇ ਦਿੱਤਾ। ਯਾਨੀ ਕਿ ਨਿੱਜਤਾ, ਪ੍ਰਾਈਵੇਸੀ, ਮੇਰੀ ਪ੍ਰਾਈਵੇਸੀ ਉਹ ਮੇਰਾ ਨਿੱਜੀ ਅਧਿਕਾਰ ਹੋ ਗਿਆ, ਮੇਰਾ ਮੌਲਿਕ ਅਧਿਕਾਰ ਹੋ ਗਿਆ। ਹੁਣ ਉਹਨੂੰ ਸੁਪਰੀਮ ਕੋਰਟ ਦੇ 9 ਜੱਜਾਂ ਨੇ ਸਰਬਸੰਮਤੀ ਨਾਲ ਇਹਦੇ 'ਤੇ ਮੋਹਰ ਲਾਤੀ ਹੈ ਜੀ, ਤੇ ਇਹ ਇੱਕ ਬਹੁਤ ਵੱਡੀ ਰਾਹਤ ਮਿਲ ਗਈ ਹੈ। ਤੇ ਇਹਦੇ ਨਾਲ ਸਰਕਾਰਾਂ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਹੋਣਾ ਪਿਆ, ਜਿਹੜਾ ਕਿ ਆਧਾਰ ਕਾਰਡ ਪੈਨ ਕਾਰਡ ਨਾਲ ਜੋੜੋ, ਪੈਨ ਕਾਰਡ ਆਧਾਰ ਕਾਰਡ ਨਾਲ ਜੋੜੋ, ਉਹਦੇ ਨਾਲ ਜੋੜੋ, ਉਹਦੇ ਨਾਲ ਜੋੜੋ, ਜਿਹੜੀ ਕਿ ਜਨਤਕ ਹੋਣ ਵਾਲੀਆਂ ਗੱਲਾਂ ਸੀ। ਤੁਸੀਂ ਕਿਸੇ ਦੀਆਂ ਅੱਖਾਂ ਦੀ ਵੀ ਫੋਟੋ ਖਿੱਚ ਲਈ, ਮੂੰਹ ਦੀ ਵੀ, ਉਂਗਲਾਂ ਦੇ ਛਾਪੇ ਵੀ ਲਾ ਲਏ, ਸਾਰਾ ਕੁਝ ਲਾ ਕੇ ਤੁਸੀਂ ਕਿਤੇ ਪਾ ਲਿਆ, ਤੇ ਫੋਨ ਤੁਹਾਨੂੰ ਐਸੀ ਕੰਪਨੀ ਵਾਲੀ ਮੈਡਮ ਕਰਦੀ, ਹਾਂ ਜੀ ਫਲਾਨੀ ਕੰਪਨੀ ਸੇ ਬੋਲ ਰਹੇ ਆਪਨੇ ਲੋਨ ਲੈਣਾ ਹੈ। ਬੰਦਾ ਸੋਚਦਾ ਮੈਨੂੰ ਮੇਰੇ ਰਿਸ਼ਤੇਦਾਰ ਨੇ ਤਾਂ ਕਦੀ ਫੋਨ ਨਹੀਂ ਕੀਤਾ, ਇਹ ਬੀਬੀ ਨੂੰ ਤੱਕ ਮੇਰੀ ਇਨਫੋਰਮੇਸ਼ਨ ਕਿੱਦਾਂ ਪਹੁੰਚ ਗਈ। ਸੋ ਉਹ ਸਾਰੇ ਕੁਝ ਦੇ ਉੱਪਰ ਜਿਸ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਇਹ ਡਿਸੀਜਨ ਲਿਆ, ਇਹ ਕਿਤੇ ਨਾ ਕਿਤੇ ਲੱਗ ਰਿਹਾ ਕਿ ਵੀ ਜੇ ਵਾਕਈ ਅਦਾਲਤਾਂ ਚਾਹੁਣ ਤਾਂ ਬਹੁਤ ਵੱਡੇ ਵੱਡੇ ਫੈਸਲੇ ਲੈ ਸਕਦੀਆਂ ਨੇ। ਇਸ ਮੁਲਕ ਨੂੰ ਸਹੀ ਰਸਤੇ 'ਤੇ ਤੋਰਨ ਦੇ ਲਈ ਨਿਆਂਪਾਲਿਕਾ ਵਾਕਈ ਇੱਕ ਬਹੁਤ ਵੱਡਾ ਅਹਿਮ ਰੋਲ ਨਿਭਾ ਸਕਦੀ ਹੈ। ਹੁਣ ਇਹ ਜ਼ਿਕਰ ਮੈਂ ਇਸ ਕਰਕੇ ਕੀਤਾ ਸੁਪਰੀਮ ਕੋਰਟ ਦੇ ਏਡੇ ਵੱਡੇ ਫੈਸਲੇ ਦਾ ਕਿ ਕੱਲ੍ਹ ਨੂੰ ਵੀ ਨਿਆਂਪਾਲਿਕਾ ਦਾ ਹੀ ਇੱਕ ਫੈਸਲਾ ਆਉਣਾ, ਜਿਸ ਫੈਸਲੇ ਨੇ ਲੋਕ, ਤੁਸੀਂ, ਮੈਂ ਸਭ ਸੁੱਕਣੇ ਪਾਏ ਜੀ। ਸੋ ਮੇਰੇ ਖਿਆਲ ਨਾਲ ਜੇ ਇਹ ਜੋ ਕੁਝ ਵੀ ਵਰਤਾਰਾ ਹੈ, ਮੈਂ ਵੀ ਨਹੀਂ ਚਾਹੁੰਦਾ ਜੀ ਕਿ ਕਿਸੇ ਨੂੰ ਕੋਈ ਨਜਾਇਜ਼ ਸਜ਼ਾ ਹੋਵੇ, ਤੇ ਨਾ ਮੈਂ ਇਹ ਹੀ ਚਾਹੁੰਦਾ ਵੀ ਐਵੇਂ ਕਿਸੇ ਦਾ ਨਜਾਇਜ਼ ਨੁਕਸਾਨ ਹੋਵੇ, ਜਾਂ ਭਾਵਨਾਵਾਂ ਦੇ ਵਿੱਚ ਕੋਈ ਬੰਦਾ ਆ ਕੇ ਤੇ ਆਪਣਾ ਨੁਕਸਾਨ ਕਰ ਲਵੇ। ਕਿਉਂਕਿ ਜਿਹੜੇ ਲੋਕ ਉੱਥੇ ਗਏ ਨੇ ਉਹਨਾਂ ਦੇ ਵੀ ਮਗਰ ਨਿੱਕੇ ਨਿੱਕੇ ਨਿਆਣੇ ਉਡੀਕਦੇ ਹੋਣਗੇ, ਜਾਂ ਪਰਿਵਾਰ ਹੋਣਗੇ, ਉਹਨਾਂ ਦੀ ਆਪਣੀ ਸ਼ਰਧਾ ਹੈ, ਜਾਂ ਕਿਸੇ ਨੇ ਕੁਝ ਕਿਹਾ, ਜਾਂ ਜੋ ਵੀ ਹੈ ਵੱਖਰੀ ਗੱਲ ਹੈ। ਪਰ ਇਹ ਸਾਰਾ ਕੁਝ ਕਿਤੇ ਨਾ ਕਿਤੇ ਕੁਝ ਇਹੋ ਜਿਹਾ ਨਾ ਕਰ ਦੇਵੇ ਕਿ ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਉਸ ਸਮੇਂ ਨੂੰ ਲੋਕ ਦੁਖੀ ਹੋ ਕੇ ਯਾਦ ਕਰਿਆ ਕਰਨ। ਬਿਲਕੁਲ ਗੁਰਪ੍ਰੀਤ ਜੀ, ਇੱਕ ਤਾਂ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਹੈ
ਕਿ ਬਾਬਾਵਾਦ ਪੰਜਾਬ ਦੇ ਵਿੱਚ ਵਧਣ ਦਾ ਕਾਰਨ ਜੀ ਪੂਰੇ ਭਾਰਤ ਦੇ ਵਿੱਚ, ਤੇ ਕੈਨੇਡਾ ਦੇ ਗੁਰਪ੍ਰੀਤ ਸਿੰਘ ਨੇ ਇੱਕ ਕਵਿਤਾ ਲਿਖੀ ਸੀ ਔਰ ਬੜੀ ਚਰਚਾ ਹੋਈ, ਉਹ ਜੀ ਬੇਬੇ ਜੀ ਮੈਂ ਸੰਤ ਬਣੂੰਗਾ। ਹੂੰ ਉਹਦੇ 'ਚ ਸਾਰੀ ਉਹਨੇ ਇੱਕ ਇਕੱਲੀ ਗੱਲ ਦੱਸੀ ਸੀ। ਜੀ ਉਹਦੇ ਨਾਲ ਇਹ ਸਿੱਧ ਹੋ ਗਿਆ ਸੀਗਾ ਕਿ ਉਹ ਕਿਵੇਂ ਸੰਤ ਬਣਦਾ ਹੈ, ਕਿਵੇਂ ਉਹ ਬਾਬਾ ਬਣਦਾ ਹੈ, ਬਿਲਕੁਲ ਕਿਵੇਂ ਉਹ ਕਰਦਾ ਹੈ ਵੀ ਉਹ ਚੰਬਿਆ ਹੋਇਆ ਬੇਰੁਜ਼ਗਾਰੀ ਦਾ। ਇੱਕ ਤਾਂ ਇਹ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਗੱਲ, ਅੱਜ ਮਨ ਦੁਖੀ ਹੈ, ਪ੍ਰੋਗਰਾਮ ਅਸੀਂ ਕਰ ਰਹੇ ਹਾਂ ਪਰ ਚਿੰਤਾ ਦੀਆਂ ਲਕੀਰਾਂ ਸਾਡੇ 'ਤੇ ਵੀ ਹੈ। ਅਸੀਂ ਇਸ ਗੱਲ ਤੋਂ ਦੁਖੀ ਹਾਂ, ਚਿੰਤਤ ਹਾਂ ਕਿ ਅੱਜ ਇੱਕ ਬੰਦਾ ਜੇਕਰ ਅਦਾਲਤ ਦੇ ਵਿੱਚ, ਕਚਹਿਰੀ ਦੇ ਵਿੱਚ ਆਮ ਇਨਸਾਨ ਦੀ ਤਰ੍ਹਾਂ ਉਹ ਪੇਸ਼ ਹੋ ਜਾਂਦਾ ਹੈ ਜੀ, ਉਹ ਇਹ ਕਹਿੰਦਾ ਕਿ ਚਲੋ ਜੀ, ਪਹਿਲਾਂ ਵੀਡੀਓ ਕਾਨਫਰੰਸ 'ਤੇ ਛੋਟ ਮਿਲਦੀ ਰਹੀ, ਬਿਲਕੁਲ ਅੱਜ ਟਵੀਟ ਆਉਂਦਾ ਜੀ ਪਿੱਠ ਦਰਦ ਹੈ ਮੈਂ ਆਊਂਗਾ ਜ਼ਰੂਰ। ਇਹ ਕਿਹਨੂੰ ਦਿਖਾਇਆ ਜਾ ਰਿਹਾ? ਇਹ ਉਹਦਾ ਕੀ ਇਹ ਆਸਾਨ ਕੀਤਾ ਜਾ ਰਿਹਾ ਕਾਨੂੰਨ ਦੇ ਉੱਤੇ? ਕੀਤਾ ਜਾ ਰਿਹਾ, ਇੱਕ ਗਰਾਊਂਡ ਵੀ ਬਣਾਈ ਜਾ ਰਹੀ ਹੈ ਕਿ ਕੱਲ ਨੂੰ ਇੱਕ ਮੈਡੀਕਲ ਰਿਪੋਰਟ ਵੀ ਦੇ ਦਿੱਤੀ ਜਾਂਦੀ ਕਿ ਜੀ ਮੈਂ ਆਉਣ ਤੋਂ ਅਸਮਰੱਥ ਹਾਂ। ਗੁਰਪ੍ਰੀਤ ਜੀ ਬਿਲਕੁਲ, ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀ। ਏਅਰ ਐਂਬੂਲੈਂਸ ਤਿਆਰ ਹੈ। ਅੱਜ ਤੱਕ ਮੈਂ ਕਦੇ ਕਿਸੇ ਐਸੇ ਵਿਅਕਤੀ ਦੀ ਗੱਲ ਨਹੀਂ ਸੁਣੀ, ਵਿਦੇਸ਼ਾਂ ਵਿੱਚ ਵੀ ਮੈਂ ਰਿਕਾਰਡ ਨਹੀਂ ਦੇਖਿਆ ਜਿਹਦੇ 'ਚ ਇਹ ਹੋਵੇ ਵੀ ਕੋਈ ਬੰਦਾ ਜਿਹੜਾ ਪੇਸ਼ੀ ਭੁਗਤਣ ਜਾਂਦਾ ਹੋਵੇ ਤੇ ਉਹਦੇ ਲਈ ਏਅਰ ਐਂਬੂਲੈਂਸ ਤਿਆਰ ਹੋਵੇ, ਡਾਕਟਰਾਂ ਦੀਆਂ ਟੀਮਾਂ ਤਿਆਰ ਹੋਣ। ਅਸੀਂ ਦੇਖਦੇ, ਫਿਲਮਾਂ 'ਚ ਦੇਖਦੇ ਹੁੰਦੇ ਸੀ ਅਕਸਰ, ਵੱਡਾ ਬੰਦਾ ਜਦੋਂ ਕਿਤੇ ਕਚਹਿਰੀ 'ਚ ਲੈ ਕੇ ਜਾਣਾ, ਉਹਨੇ ਕਹਿਣਾ ਮੇਰੇ ਛਾਤੀ 'ਚ ਦਰਦ ਹੁੰਦਾ ਹੈ, ਉਹ ਡਾਕਟਰ ਨੇ ਦਵਦਾ ਰਿਪੋਰਟ ਦੇਣੀ, ਉਹ ਰਿਪੋਰਟ ਸਾਨੂੰ ਵੀ ਪਤਾ ਕਿਵੇਂ ਮਿਲਦੀ ਹੈ। ਉਹਨੇ ਕਹਿਣਾ ਨਹੀਂ ਜੀ ਇਹਨੂੰ ਤਾਂ ਹਸਪੀਟਲ ਲੈ ਕੇ ਜਾਓ। ਹਸਪੀਟਲ ਦੇ ਕਮਰੇ VVIP ਬਣਾ ਦਿੱਤੇ ਗਏ ਨੇ ਜੀ, ਉੱਥੇ ਪੂਰਾ ਸਾਫ਼ ਸਫਾਈ, ਚਕਾ ਚੌਂਦ, ਵਧੀਆ ਗਲੀਚੇ, ਗੱਦੇ, ਸਾਰਾ ਕੁਝ ਲਾ ਦਿੱਤਾ ਹੈ ਵੀ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਹੋਵੇ। ਜੇ ਕੋਈ ਮਾੜਾ ਜਿਹਾ ਕਿਤੇ ਪਸੀਨਾ ਵੀ ਆ ਜੇ ਤਾਂ ਇਹ ਕੀ ਗੱਲ ਹੈ? ਔਰ ਭਾਰਤ ਦੀ ਜਿਹੜੀ ਕਾਨੂੰਨ ਨਿਆਂਪਾਲਿਕਾ ਹੈ, ਉਹ ਸਾਰੇ ਬਾਕੀ ਦੋਸ਼ੀਆਂ ਲਈ, ਕਥਿਤ ਤੌਰ 'ਤੇ ਜਿਹੜੇ ਦੋਸ਼ੀ ਨੇ ਉਹਨਾਂ ਲਈ ਵੀ ਇਸ ਤਰ੍ਹਾਂ ਦੀ ਸਹੂਲਤ ਦੇਵੇਗੀ? ਜੀ ਜੀ, ਇਹ ਦੇਖਣ ਵਾਲੀ ਗੱਲ ਇਹ ਹੈ। ਸੋ ਕੁੱਲ ਮਿਲਾ ਕੇ ਜੀ ਇਹ ਜਿਹੜੀ ਵਿਚਾਰ ਚਰਚਾ ਸੀ, ਇਹ ਮੇਰਾ ਖਿਆਲ ਆ ਵੀ ਐਸੀ ਵਿਚਾਰ ਚਰਚਾ ਕਿ ਤੇ ਆਪਾਂ ਜਿੰਨਾ ਚਿਰ ਮਰਜ਼ੀ ਬੈਠੇ ਗੱਲਾਂ ਕਰਦੇ ਰਹੀਏ, ਇਹਨੇ ਕਿਸੇ ਤਣ ਪੱਤਣ ਲੱਗਣਾ ਨਹੀਂ। ਇਹ ਡਿਸੀਜ਼ਨ ਕੁਝ ਘੰਟਿਆਂ ਦੇ ਵਿੱਚ, ਕੱਲ੍ਹ ਦਾ ਹੀ ਦੇਣਾ ਜੀ, ਆ ਜਾਣਾ ਹੈ। ਆਪਾਂ ਨੂੰ ਮੇਰੇ ਖਿਆਲ ਆ ਕਿ ਨਿਆਂਪਾਲਿਕਾ ਦੇ ਉੱਪਰ, ਕਿਉਂਕਿ ਕੁਝ ਇੱਕ ਚੀਜ਼ਾਂ ਕਈ ਵਾਰ ਲੱਗਦੀਆਂ ਹੁੰਦੀਆਂ ਤਾਂ ਉਹ ਰਾਤੋਂ ਰਾਤ ਹੈਰਾਨ ਵੀ ਕਰ ਦਿੰਦੀ ਹੈ। ਆਪਾਂ ਪਿਛਲੇ ਸਮੇਂ ਦੌਰਾਨ ਦੇਖੇ ਵੀ ਹੈ, ਇਵਨ ਇਤਿਹਾਸ ਵੀ ਇਸ ਚੀਜ਼ ਦਾ ਗਵਾਹ ਹੈ ਕਿ ਜਦੋਂ ਕਿਤੇ ਸਰਕਾਰਾਂ ਦਾ ਮਨ ਹੋਵੇ ਕਿ ਕਿਸੇ ਫੈਸਲੇ ਨੂੰ ਲੈਣਾ ਹੈ, ਚਾਹੇ ਉਹਦੇ 'ਚ ਜਿੰਨੀ ਮਰਜ਼ੀ ਸਖਤੀ ਕਰਨੀ ਪਵੇ, ਉਹ ਲੈ ਲਿਆ ਜਾਂਦਾ ਹੈ। ਪਰ ਜੇ ਉਹ ਲਿਆ ਜਾਂਦਾ ਹੈ ਤਾਂ ਉਹ ਵੀ ਕਲੀਅਰ ਹੋ ਜਾਣਾ, ਜਾਂ ਉਹ ਨਹੀਂ ਲਿਆ ਜਾਂਦਾ ਤਾਂ ਉਹ ਵੀ ਕਲੀਅਰ ਹੋ ਜਾਣਾ। ਮੇਰਾ ਖਿਆਲ ਹੈ ਕਿ ਜੀ ਆਪਾਂ ਨੂੰ ਕੱਲ੍ਹ ਤੱਕ ਇੱਕ ਤਰ੍ਹਾਂ ਨਾਲ ਅਰਦਾਸ ਕਰਦੇ ਹੋਏ, ਅਰਦਾਸ ਆਪਾਂ ਇਸ ਲਈ ਕਰ ਰਹੇ ਹਾਂ ਕਿ ਜਿਹੜੇ ਲੋਕ ਪੰਚਕੂਲਾ ਬੈਠੇ ਨੇ, ਚਾਹੇ ਉਹ ਕਿਸੇ ਦੇ ਪ੍ਰੇਮੀ ਨੇ, ਪੈਰੋਕਾਰ ਨੇ, ਜਾਂ ਉਹਨਾਂ ਦੇ ਘਰ-ਬਾਰ ਨੇ, ਜਾਂ ਉਹਨਾਂ ਦੇ ਕਾਰੋਬਾਰ ਨੇ, ਉਹ ਵੀ ਸੁਰੱਖਿਅਤ ਰਹਿਣ, ਆਪਣੇ ਘਰੇ ਮੁੜਨ ਸੁੱਖੀ ਸਾਂਦੀ। ਜਿਹੜੇ ਲੋਕਾਂ ਦਾ ਸਾਹ ਸੁੱਕਿਆ ਪਿਆ ਵੀ ਉਹ ਤੋਂ ਖਬਰਾਂ ਰਿਪੋਰਟਾਂ ਜੋ ਕੁਝ ਵੀ ਆ ਰਹੀਆਂ ਨੇ, ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਤੇ ਜੋ ਡਿਸੀਜਨ, ਜੋ ਫੈਸਲਾ ਹੋਣਾ, ਉਹ ਅਦਾਲਤਾਂ ਜੀ ਸਦਕੇ ਕਰਨ। ਉਹ ਦੇਸ਼ ਦਾ ਕਾਨੂੰਨ ਹੈ ਤੇ ਉਸੇ ਕਾਨੂੰਨ ਦੇ ਵੱਲੋਂ ਲਏ ਗਏ ਫੈਸਲੇ ਨੇ ਇੱਕ ਹਿਸਟਰੀ ਬਣਾਉਣੀ ਹੈ, ਜਿਸ ਹਿਸਟਰੀ ਦੀ ਰੌਸ਼ਨੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿਸਾਈਡ ਹੋਏਗਾ ਕਿ ਇਹ ਮੁਲਕ ਕਿਸ ਪਾਸੇ ਜਾ ਰਿਹਾ ਹੈ, ਇਸ ਮੁਲਕ ਦੇ ਲੋਕ ਕਿਹੋ ਜਿਹੇ ਨੇ, ਇਸ ਮੁਲਕ ਦਾ ਤੰਤਰ ਕਿਹੋ ਜਿਹਾ ਹੈ, ਪ੍ਰਸ਼ਾਸਨ ਕਿਹੋ ਜਿਹਾ ਹੈ, ਸਰਕਾਰਾਂ ਕਿਹੋ ਜਿਹੀਆਂ ਨੇ, ਤੇ ਇਸ ਮੁਲਕ ਦੇ ਵਿੱਚ ਆਉਣ ਵਾਲੀਆਂ ਨਸਲਾਂ ਸਾਡੀਆਂ ਜਾਂ ਹੋਰਨਾਂ ਕੌਮਾਂ ਦੀਆਂ, ਉਹਨਾਂ ਦਾ ਫਿਊਚਰ ਕੀ ਹੈ। ਸੋ ਮੇਰੇ ਖਿਆਲ ਨਾਲ ਇਹ ਸਾਰਾ ਕੁਝ ਹੁਣ ਗਰਭ ਦੇ ਵਿੱਚ ਹੈ। ਜਾਂਦੇ ਜਾਂਦੇ ਜੇ ਕੋਈ ਗੱਲ ਤੁਸੀਂ ਕਰਨੀ ਚਾਹੋ, ਨਹੀਂ ਤਾਂ ਆਪਾਂ ਖਤਮ ਕਰੀਏ। ਬਿਲਕੁਲ ਜੀ, ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਅਸਾਈਲਮ ਯਾਨੀ ਰਾਜਸੀ ਸ਼ਰਨ ਇਸ ਲਈ ਲੈਂਦੇ ਹਾਂ ਕਿ ਸਾਡੇ ਮੁਲਕ ਦਾ ਸਿਸਟਮ ਖਰਾਬ ਹੋ ਗਿਆ ਜੀ, ਉਹਦੀ ਜਿਉਂਦੀ ਜਾਗਦੀ ਮਿਸਾਲ ਆ ਹੈ। ਬਿਲਕੁਲ ਛੋਟੀ ਗੱਲ। ਦੂਜੀ ਗੱਲ, ਅਸੀਂ ਅੱਲਾ, ਵਾਹਿਗੁਰੂ, ਰਾਮ, ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਰੱਬ ਦੇ ਵਾਸਤੇ ਕੋਈ ਐਸੀ ਘਟਨਾ ਨਾ ਹੋਵੇ ਜਿਹਦੇ ਨਾਲ ਕੋਈ ਇੱਕ ਵੀ ਬੰਦੇ ਨੂੰ ਕੋਈ ਉਹਦਾ ਸਿਰ ਵੀ ਦੁਖੇ। ਬਿਲਕੁਲ ਸਹੀ ਗੱਲ ਹੈ। ਸੋ ਇਹ ਇਸੇ ਆਸ ਉਮੀਦ ਦੇ ਨਾਲ ਅਸੀਂ ਆਪਾਂ ਹੁਣ ਇਸ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ। ਇੱਕ ਚੀਜ਼ ਮੈਂ ਜ਼ਰੂਰ ਬੇਨਤੀ ਕਰਾਂ, ਪ੍ਰਾਈਮ ਏਸ਼ੀਆ TV ਦਾ ਇੱਕ ਨਵਾਂ ਪ੍ਰੋਗਰਾਮ ਹੈ ਪ੍ਰਾਈਮ ਫੋਕਸ, ਜਿਹੜਾ ਕਿ ਹਰ ਰੋਜ਼ ਤੁਸੀਂ ਇੰਡੀਆ ਦੀ ਟਾਈਮਿੰਗ ਇਹਦੀ 6:30 ਤੋਂ 7:30 ਹੈ, ਹਰ ਰੋਜ਼ ਦੇਖਦੇ ਹੋ। ਤੁਸੀਂ ਇਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਦੇ ਜ਼ਰੀਏ ਤੁਸੀਂ ਕਮੈਂਟਸ ਦੇ ਰੂਪ ਦੇ ਵਿੱਚ ਆਪਣੀ ਜਿਹੜੀ ਵਿਚਾਰ ਹੈ, ਆਪਣੀ ਜਿਹੜੀ ਗੱਲਬਾਤ ਹੈ, ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਸਾਡੇ ਬਾਕੀ ਦੇ ਪ੍ਰੋਗਰਾਮਸ ਨੇ, ਉਹਨਾਂ ਨੂੰ ਤੁਸੀਂ YouTube ਦੇ ਉੱਪਰ ਦੇਖ ਸਕਦੇ ਹੋ। ਜੇ ਤੁਸੀਂ ਇੰਡੀਆ ਤੋਂ ਬਾਹਰ ਦੇਖ ਰਹੇ ਹੋ ਤਾਂ ਪੂਰੇ ਕੈਨੇਡਾ ਦੇ ਵਿੱਚ ਅਸੀਂ ਚੱਲਦੇ ਹਾਂ ਜੀ, ਆਸਟ੍ਰੇਲੀਆ, ਨਿਊਜ਼ੀਲੈਂਡ। ਇਸ ਤੋਂ ਇਲਾਵਾ ਪੂਰੇ ਵਰਲਡ ਦੇ ਵਿੱਚ ਤੁਸੀਂ ਸਾਨੂੰ IPTV ਦੇ ਉੱਪਰ ਸਾਡੀ ਐਪ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ ਦੇਖ ਸਕਦੇ ਹੋ। ਯਾਨੀ ਕਿ ਜੋ ਮੌਜੂਦਾ ਟੈਕਨੋਲੋਜੀ ਦੇ ਵਿੱਚ ਜੋ ਕੁਝ ਵੀ ਅਵੇਲੇਬਲ ਹੈ, ਪ੍ਰਾਈਮ ਏਸ਼ੀਆ TV ਤੁਹਾਨੂੰ HD ਮਤਲਬ ਹਾਈ ਕੁਆਲਿਟੀ, ਹਾਈ ਡੈਫੀਨੇਸ਼ਨ ਜਿਹੜੀ ਪਿਕਚਰ ਹੈ ਉਹਦੇ ਨਾਲ ਮਿਲੇਗਾ।
ਬਾਕੀ ਤੁਹਾਡੀ ਫੀਡਬੈਕ ਦੀ ਅਸੀਂ ਇਸ ਤਰ੍ਹਾਂ ਹੀ ਉਡੀਕ ਕਰਾਂਗੇ। ਫਿਲਹਾਲ ਸਮਾਂ ਹੋ ਰਿਹਾ ਜੀ ਇਜਾਜ਼ਤ ਦਾ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। If you like this video, please subscribe the channel, like and share this video.